ਜਿੱਥੇ ਤੱਕ ਚੇਤਨ ਸਾਹਿਬ ਹੋਰਾਂ ਦੇ ਨਾਲ ਬੜੀਆਂ ਵਧੀਆ ਯਾਦਾਂ ਨੇ ਸਾਡੀਆਂ, ਕਿਉਂਕਿ ਮੈਂ ਜਦੋਂ ਥੀਏਟਰ 'ਚ ਨਹੀਂ ਸੀ ਆਇਆ ਤੇ ਮੈਂ ਮੇਰੇ ਖਿਆਲ 'ਚ ਆਪਣੇ ਇਲਾਕੇ ਦਾ ਪਹਿਲਾ ਮੁੰਡਾ ਸੀਗਾ ਜਿਹੜਾ ਜਿਹਨੇ ਪ੍ਰਾਈਵੇਟ ਗ੍ਰੈਜੂਏਸ਼ਨ ਕੀਤੀ। ਮੈਂ ਡੰਗਰਾਂ ਨੂੰ ਪੱਠੇ ਵੀ ਪਾਉਂਦਾ ਸੀ, ਪਨੀਰੀ ਵੀ ਪੁੱਟਦਾ ਸੀ, ਸਾਰੇ ਕੰਮ ਕਰਦਾ ਸੀ। ਤੇ ਮਾਹੌਲ ਉਦੋਂ ਥੋੜ੍ਹਾ ਟੇਢਾ ਹੋ ਗਿਆ ਪੰਜਾਬ ਦਾ, ਔਰ ਮੇਰੇ ਜਿੰਨੇ ਵੀ ਦੋਸਤ ਮਿੱਤਰ ਸੀ ਉਹ ਟੇਢੇ ਪਾਸੇ ਉੱਡਣਾ ਸ਼ੁਰੂ ਹੋ ਗਏ, ਔਰ ਮੈਨੂੰ ਵੀ ਉਹਦੇ ਟੇਢੇ ਪਾਸੇ ਉੱਡਣ ਵਾਸਤੇ ਖਿੱਚਦੇ ਸੀ। ਤੇ ਪਰ ਇਸ ਤਰ੍ਹਾਂ ਹੀ ਕਿਉਂਕਿ ਮੈਂ ਥੋੜ੍ਹਾ 8ਵੀਂ 9ਵੀਂ 'ਚ ਪੜ੍ਹਦਿਆਂ ਅਖਬਾਰ ਪੜ੍ਹਨ ਲੱਗ ਪਿਆ। ਸਹਿਜੇ ਸਹਿਜੇ ਅਖਬਾਰ 'ਚੋਂ ਜਿਹੜੀਆਂ ਕਹਾਣੀਆਂ ਹੁੰਦੀਆਂ, ਕਵਿਤਾਵਾਂ ਪੜ੍ਹਨੀਆਂ, ਫਿਰ ਥੋੜ੍ਹਾ ਪਾਕਿਸਤਾਨ ਟੈਲੀਵਿਜ਼ਨ ਦੇ ਡਰਾਮੇ ਦੇਖਣੇ ਬਹੁਤ ਜ਼ਿਆਦਾ ਚੱਲਦੇ ਹੁੰਦੇ ਸੀ। ਜਲੰਧਰ ਵੀ ਦੇਖੀਦਾ ਸੀ, ਪਰ ਪਾਕਿਸਤਾਨ ਦਾ ਜਿਹੜੇ ਸੀਰੀਅਲ ਉਹ ਅਸੀਂ ਜ਼ਿਆਦਾ ਦੇਖਦੇ ਹੁੰਦੇ ਸੀ। ਫਿਰ ਅੰਮ੍ਰਿਤਸਰ ਆਉਣਾ, ਵੱਲੇ ਮੇਰੇ ਨਾਨਕੇ ਸੀ, ਅਤੇ ਬੱਸ ਸਟੈਂਡ ਤੋਂ ਬੂਟਾ ਸਿੰਘ ਸ਼ਾਦ ਦੇ ਨਾਵਲ ਜਾਂ ਮੋਹਨ ਕਾਲੂ ਹੋਰਾਂ ਦੇ ਨਾਵਲ ਮਿਲ ਜਾਂਦੇ ਸੀ, ਲੈ ਕੇ ਜਾਣੇ ਪੜ੍ਹਨੇ। ਫਿਰ ਸਹਿਜੇ ਸਹਿਜੇ ਮੇਰਾ ਜਦੋਂ ਮੇਲ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨਾਲ ਹੋਇਆ, ਨਾਟਕਕਾਰ ਹੋਰਾਂ ਦੇ ਨਾਲ, ਅਤੇ ਉਹਨਾਂ ਤੋਂ ਸਾਨੂੰ ਨਾ ਇੱਕ ਅੱਛਾ ਅਤੇ ਬਹੁਤ ਪੱਕੀ ਹਰ ਤਰ੍ਹਾਂ ਦਾ ਸਾਹਿਤ ਪੜ੍ਹਨ ਦੀ ਆਦਤ ਪਈ, ਕਿਉਂਕਿ ਉਹਨਾਂ ਦਾ ਬਲਰਾਜ ਸਾਹਨੀ ਪ੍ਰਕਾਸ਼ਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹਨਾਂ ਨੇ ਗੱਡੀ ਦੇ ਵਿੱਚ ਪਿੱਛੇ ਰੱਖੀਆਂ ਹੁੰਦੀਆਂ ਸੀ। ਜਦੋਂ ਨਾਟਕ ਤੋਂ ਬਾਅਦ ਉਹ ਕਿਤਾਬਾਂ ਉੱਥੇ ਸੇਲ ਕਰੀਦੀਆਂ ਸੀ, ਅਤੇ ਉਹ ਕਿਤਾਬਾਂ ਨੂੰ ਵੇਚਣਾ ਵੀ ਸਾਡੀ ਇੱਕ ਦੋ ਜਣੇ ਹੋਰ ਆਰਟਿਸਟਾਂ ਦੀ ਸਾਡੀ ਡਿਊਟੀ ਹੁੰਦੀ ਸੀ ਕਿ ਨਾਟਕ ਖਤਮ ਹੋਣ ਤੋਂ ਬਾਅਦ ਉਹ ਕਿਤਾਬਾਂ ਜਿਹੜੀਆਂ ਨੇ ਤੁਸੀਂ ਉਹ ਸੇਲ ਕਰਨੀਆਂ ਨੇ। ਅਤੇ ਅਸੀਂ ਉਹ ਕਿਤਾਬਾਂ ਸੇਲ ਕਰਨੀਆਂ। ਅਤੇ ਜਦੋਂ ਸੰਗਰੂਰ ਗਏ ਹਾਂ, ਲਹਿਰੇ ਗਾ ਕੇ ਗਏ ਹਾਂ, ਦੂਰ ਬਰੇਟਾ, ਬਠਿੰਡਾ, ਬੁਢਲਾਡਾ, ਧੂਰੀ, ਸੁਨਾਮ, ਸਾਰਾ ਪੰਜਾਬ ਅਸੀਂ ਗਾਇਆ। ਅਤੇ ਉਹ ਪਿੱਛੇ ਜਦੋਂ ਅਸੀਂ ਮਰੂਤੀ ਵੈਨ 'ਤੇ ਬੈਠੇ ਹੋਣਾ, ਅਤੇ ਉਹ ਅਸੀਂ ਵੀ ਕਿਤਾਬਾਂ ਪੜ੍ਹਨੀਆਂ। ਪੜ੍ਹਦਿਆਂ ਬਹੁਤ ਸਾਰਾ ਮਤਲਬ ਸਾਹਿਤ ਪੜ੍ਹਿਆ, ਔਰ ਰੁਚੀਆਂ ਜਿਹੜੀਆਂ ਉਹ ਹੋਰ ਵਧੀਆ ਹੋਈਆਂ। ਅਤੇ ਬਹੁਤ ਸਾਰੇ ਸਾਹਿਤਕਾਰਾਂ ਨੂੰ ਅੰਮ੍ਰਿਤਸਰ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ, ਜਿੱਦਾਂ ਪਰਮਿੰਦਰਜੀਤ ਹੋਰਾਂ ਦੇ ਅੱਖਰ ਵਾਲੇ ਦਫ਼ਤਰ ਦੀ ਗੱਲ ਹੁਣੇ ਹੋਈ ਹੈ, ਉਹਦੇ 'ਚ ਦਲਬੀਰ ਚੇਤਨ ਸਾਹਿਬ ਹੋਰਾਂ ਨੂੰ, ਡਾਕਟਰ ਜੋਗਿੰਦਰ ਕੈਰੋਂ ਹੋਰਾਂ ਨਾਲ, ਫਿਰ ਸਰਮਜੀਤ ਸਾਡਾ ਮਿੱਤਰ ਬਣ ਗਿਆ। ਸਰਮਜੀਤ ਦੇ ਨਾਲ ਅਸੀਂ ਪ੍ਰੀਤਨਗਰ ਜਾਣਾ ਸ਼ੁਰੂ ਕੀਤਾ। ਭਾਜੀ ਮੁਖਤਾਰ ਗਿੱਲ ਹੋਣਾ, ਇਹਨਾਂ ਹਰ ਤਰ੍ਹਾਂ ਸਾਡੀ ਸੇਵਾ ਕੀਤੀ, ਮਿੱਠੀ ਕੌੜੀ ਹਰ ਤਰ੍ਹਾਂ ਬੜਾ ਪਿਆਰ ਦਿੰਦੇ ਰਹੇ। ਆਉਂਦਾ ਸਾਨੂੰ ਕਿਰਾਇਆ ਵੀ ਦਿੰਦੇ ਹੁੰਦੇ ਸੀ। ਅਤੇ ਨਹੀਂ, ਸਾਰੀਆਂ ਯਾਦ ਨਹੀਂ ਹੈ। ਅਤੇ ਮੈਨੂੰ ਯਾਦ ਹੈ ਕਿ ਚੇਤਨ ਸਾਹਿਬ ਹੋਰਾਂ ਦੀ ਇੱਕ ਕਹਾਣੀ ਸੀ, ਧਰਮ ਯੁੱਧ ਜਾਰੀ ਹੈ। ਉਹ ਕਹਾਣੀ ਦਾ ਕਿਉਂਕਿ ਗੁਰਸ਼ਰਨ ਭਾਜੀ ਹੋਰਾਂ ਨੇ ਇੱਕ ਨਾਟਕ ਬਣਾਇਆ ਸੀ, ਦਾਸਤਾਨੇ ਪੰਜਾਬ। ਉਹਦੇ 'ਚ ਇੱਕ ਦਰਸ਼ਨ ਦਰਵੇਸ਼ ਦੀ ਕਹਾਣੀ ਸੀ, ਇੱਕ ਧਰਮਗੁਰੂ ਕਹਾਣੀ ਸੀ, ਇਹਨਾਂ ਦੀ ਕਹਾਣੀ ਸੀ ਚੇਤਨ ਸਾਹਿਬ ਹੋਰਾਂ ਦੀ, ਧਰਮ ਯੁੱਧ ਜਾਰੀ ਹੈ। ਅਤੇ ਉਹਦੇ 'ਚ ਕਿਉਂਕਿ ਇੱਕ ਸਰਦਾਰ ਹੁੰਦਾ, ਇੱਕ ਹਿੰਦੂ ਫਾਦਰ ਹੁੰਦਾ, ਇੱਕ ਸਰਦਾਰ ਹੁੰਦਾ, ਦੋਨਾਂ ਦੇ ਜਿਹੜੇ ਬੇਟੇ ਹੁੰਦੇ ਨੇ ਉਹ ਪਾਇਲਟ ਹੁੰਦੇ ਨੇ ਏਅਰਫੋਰਸ ਦੇ ਵਿੱਚ, ਅਤੇ ਉਹ ਡੰਮੀ ਐਕਸਰਸਾਈਜ਼ ਕਰਦੇ ਉਹਨਾਂ ਉਹ ਜਹਾਜ਼ ਕਰੈਸ਼ ਹੋ ਜਾਂਦਾ ਅਤੇ ਡੈਥ ਹੋ ਜਾਂਦੀ ਉਹਨਾਂ ਦੀ। ਅਤੇ ਉਹ ਦੋਨੋਂ ਜਿਹੜੇ ਫਾਦਰ ਨੇ ਉਹ ਆਪਸ ਦੇ ਵਿੱਚ ਬਾਅਦ ਵਿੱਚ ਉਹਨਾਂ ਦੀ ਮਿਲਦਾ ਜੋ ਅਵਸ਼ੇਸ਼, ਅਤੇ ਉਹ ਲੜ ਰਹੇ ਨੇ ਕਿ ਮੇਰੇ ਬੱਚੇ ਦੀ ਜਿਹੜੀ ਲਾਸ਼ ਉਹਦਾ ਕੋਈ ਨਿਸ਼ਾਨੀ ਦੇ ਦਿਓ, ਉਹਦੇ ਹੱਥ 'ਤੇ ਕੜਾ 'ਤੇ ਹੋਏਗਾ, ਉਹਨਾਂ ਦਾ ਇੰਝ ਹੋਏਗਾ। ਉਹ ਬੜੀ ਅੱਛੀ ਕਹਾਣੀ ਸੀਗੀ। ਅਤੇ ਉਹ ਸਰਦਾਰ ਵਾਲਾ ਰੋਲ ਜਿਹੜਾ ਸੀ, ਕਿਉਂਕਿ ਮੈਂ ਦਾੜੀ ਦੂੜੀ ਰੱਖੀ ਹੁੰਦੀ ਸੀ, ਪਤਲਾ ਜਿਹਾ ਹੁੰਦਾ ਸੀ ਮੈਂ, ਅਤੇ ਉਹ ਮੈਨੂੰ ਮਿਲਿਆ ਹੁੰਦਾ ਸੀ ਰੋਲ, ਅਤੇ ਮੈਂ ਕਰਦਾ ਸੀਗਾ ਰੋਲ, ਬੜਾ ਵਧੀਆ ਕਰਦਾ ਸੀ। ਪਰ ਉਹਦੇ 'ਚ ਮੇਰੀ ਇੱਕ ਬੜੀ ਵੱਡੀ ਸਮੱਸਿਆ ਹੁੰਦੀ ਸੀ ਕਿ ਕਿਉਂਕਿ ਮੈਂ ਪੇਂਡੂ ਆਇਆ ਸੀਗਾ ਪਿੰਡ ਤੋਂ, ਅਤੇ ਮੈਨੂੰ ਟਾਈ ਬੰਨਣੀ ਨਹੀਂ ਸੀ ਆਉਂਦੀ। ਅਤੇ ਉਹ ਟਾਈ ਜਿਹੜੀ ਆ ਨਾ, ਉਹ ਮਤਲਬ ਮੈਂ ਜਿਹੜੇ ਸ਼ਹਿਰ ਵਾਲੇ ਮੁੰਡੇ, ਇੱਕ ਹੋਰ ਗੱਲ ਦੱਸਦਾ ਕਿ ਜਦੋਂ ਮੈਂ ਨਵਾਂ ਆਇਆ ਥੀਏਟਰ ਦੇ ਵਿੱਚ, ਅਤੇ ਮੈਂ ਕਦੀ ਟ੍ਰੇਨ 'ਤੇ ਨਹੀਂ ਸੀ ਚੜ੍ਹਿਆ, ਹਾਲਾਂਕਿ ਮੈਂ ਗ੍ਰੈਜੂਏਟ ਸੀ। ਅਤੇ ਪਹਿਲੀ ਵਾਰੀ ਅਸੀਂ ਲੁਧਿਆਣੇ ਸ਼ੋਅ ਕਰਨ ਗਏ ਟ੍ਰੇਨ 'ਤੇ, ਅਤੇ ਉਹ ਸਾਰੇ ਜਾਣੇ ਟ੍ਰੇਨ ਦੇ ਵਿੱਚ ਬੈਠੇ ਤਾਸ਼ ਖੇਡ ਰਹੇ, ਅਤੇ ਮੈਂ ਹੁਣ ਪਹਿਲੀ ਵਾਰੀ ਟ੍ਰੇਨ 'ਚ ਚੜ੍ਹਿਆ ਸੀ। ਮੈਂ ਕਦੀ ਉਹਦੀ ਉਤਲੀ ਸੀਟ ਜੀ 'ਤੇ ਬਹਿ ਕੇ ਵੇਖਾਂ, ਕਦੀ ਥੱਲੇ ਬਹਿ ਕੇ ਵੇਖਾਂ, ਕਦੀ ਉਹ ਬਾਰੀ ਜੀ 'ਚ ਖਲੋ ਜਾਵਾਂ। ਉਹ ਸਾਰੇ ਮੈਨੂੰ ਕਹਿਣਾ ਬਹਿ ਜਾ, ਅਤੇ ਮੈਂ ਦੱਸਾਂ ਨਾ ਉਹਨਾਂ ਨੂੰ ਕਿ ਮੈਂ ਪਹਿਲੀ ਵਾਰੀ ਚੜ੍ਹਿਆ। ਮੈਂ ਕਿਹਾ ਇਹ ਮੈਨੂੰ ਮਖੌਲ ਕਰਨਗੇ ਬਈ, ਕਿਉਂਕਿ ਪੇਂਡੂਆਂ ਨੂੰ ਟਿਕਣ ਨਹੀਂ ਸੀ ਦਿੰਦੇ ਬੰਦੇ। ਉਸੇ ਤਰ੍ਹਾਂ ਹੀ ਮੈਂ ਜਦੋਂ ਟਾਈ ਮੈਨੂੰ ਬੰਨਣੀ ਨਾ ਆਵੇ, ਅਤੇ ਉਹਨਾਂ ਨੇ ਮੈਨੂੰ ਮਤਲਬ ਟਾਈ ਮੈਂ ਉਹਨਾਂ ਕੋਲ ਬਣਾਉਣੀ, ਕਦੀ ਕਿਸੇ ਕੋਲ, ਤੈਨੂੰ ਟਾਈ ਵੀ ਨਹੀਂ ਬੰਨਣੀ ਆਉਂਦੀ? ਯਾਰ ਕਿੱਡਾ ਬੰਦਾ ਤੂੰ, ਐਡਾ ਤਕੜਾ ਹੋ ਗਿਆ, ਤੈਨੂੰ ਟਾਈ ਵੀ ਨਹੀਂ ਬੰਨਣੀ ਆਉਂਦੀ? ਕਦੀ ਮੈਂ ਕਿਸੇ ਕੋਲ ਬਣਾਉਣੀ, ਕਦੀ ਕਿਸੇ ਕੋਲ ਬਣਾਉਣੀ, ਸ਼੍ਰੋਮਣੀ ਨਾਟਕ ਕਰਕੇ ਧਾਲੀਵਾਲ ਮੇਰੇ ਕੋਲ ਟਾਈ ਬਣਾਉਣੀ। ਇੱਕ ਦਿਨ ਮਤਲਬ ਮੈਂ ਫਿਰ ਕੀ ਕੀਤਾ ਵੀ ਉਹਨਾਂ ਸਹਿਜੇ 5-4 ਟਾਈਆਂ ਜਿਹੀਆਂ ਮੈਂ ਖਰੀਦੀਆਂ, ਕਿਤੇ ਦਿੱਲੀ ਗਏ ਸੀ, ਉੱਥੋਂ ਸਸਤੀਆਂ ਜਿਹੀਆਂ। ਮੈਂ ਆਣ ਕੇ ਗੰਢਾਂ ਜਿਹੀਆਂ ਦੇਣੀਆਂ ਸ਼ੁਰੂ ਕਰਦਾ ਮੈਂ ਟਾਈ ਬਣਨੀ ਸਿੱਖ ਗਿਆ ਆਪਣੇ ਆਪ। ਟੈਗੋਰ ਥੀਏਟਰ 'ਚ ਸਾਡਾ ਸ਼ੋਅ ਸੀਗਾ, ਅਤੇ ਉਹ ਮੈਂ ਤਿਆਰ ਤੂ ਹੋ ਕੇ, ਪੂਰੀ ਪੈਂਟ ਪੁੰਟ ਪਾ ਕੇ, ਸਾਰੇ ਤਿਆਰ ਤੂ ਹੋ ਕੇ, ਥੋੜ੍ਹੀ ਦਾੜੀ ਵੀ ਰੰਗਦੇ ਹੁੰਦੇ ਸੀ ਉਦੋਂ। ਅਤੇ ਉਹ ਸਾਰੇ ਜਣੇ ਮੈਨੂੰ ਕਹਿਣਾ ਵੀ ਸ਼ੋਅ ਸ਼ੁਰੂ ਹੋਣ ਵਾਲਾ, ਤੂੰ ਟਾਈ ਨਹੀਂ ਬੰਨ ਲਈ ਹੈ? ਮੈਂ ਕਹਿਣਾ ਨਹੀਂ ਟਾਈ ਨਹੀਂ। ਯਾਰ ਤੂੰ ਟਾਈ ਬੰਨ ਲੈ, ਟਾਈ ਕਿੱਥੇ? ਮੈਂ ਕਿਹਾ ਵੀ ਨਹੀਂ ਟਾਈ ਮੈਂ ਅੱਜ ਆਪੇ ਬੰਨ ਲਈ। ਸਾਰੇ ਬੜੇ ਹੈਰਾਨ ਹੋਏ ਕਿ ਟਾਈ ਬੰਨ ਲਈ। ਤਾਂ ਮੈਂ ਸਮਝਦਾ ਕਿ ਉਹ ਟਾਈ ਮੈਨੂੰ ਚੇਤਨ ਸਾਹਿਬ ਹੋਰਾਂ ਦੀ ਉਹ ਕਹਾਣੀ ਨੇ ਸਿਖਾਈ। ਸੋ ਕਹਾਣੀਆਂ ਬਹੁਤ ਕੁਛ ਸਾਨੂੰ ਸਿਖਾਉਂਦੀਆਂ ਨੇ। ਫਿਰ ਚੇਤਨ ਸਾਹਿਬ ਹੋਰਾਂ ਨਾਲ ਅਸੀਂ ਮੇਜਰ ਜਸਵੀਰ ਭੁੱਲਰ ਸਾਹਿਬ ਹੋਰੀ, ਜੋਗਿੰਦਰ ਕੈਰੋਂ ਹੋਰੀ, ਪਾਤਰ ਸਾਹਿਬ ਹੋਰੀ, ਇਹਨਾਂ ਦੀਆਂ ਬਹੁਤ ਸਾਰੀਆਂ ਅਸੀਂ ਮਹਿਫਲਾਂ ਮਾਣੀਆਂ। ਸਾਨੂੰ ਇਹ ਹੁੰਦਾ ਸੀ ਕਿ ਇਹਨਾਂ ਜਬ ਵੀ ਬੈਠੋ ਆਲਮ ਫਾਜ਼ਲ ਕੇ ਪਾਸ ਬੈਠੋ, ਇਹਨਾਂ ਕੋਲ ਬਹਿ ਕੇ ਕਿ ਬਹੁਤ ਕੁਛ ਸਿੱਖਿਆ। ਕਦੀ ਇਹਨਾਂ ਨੇ ਮਜੀਠੇ ਸਾਨੂੰ ਮਿਲ ਪਾਉਣਾ, ਕਿਉਂਕਿ ਉਹ ਐਕਸਾਈਜ਼ ਦੇ ਮਹਿਕਮੇ 'ਚ ਛਾਪੇ ਛੁਪੇ ਮਾਰਨੇ ਵੀ ਜਾਂਦੇ ਹੁੰਦੇ ਸੀ, ਅਤੇ ਸਾਨੂੰ ਅਕਸਰ ਇਹਨਾਂ ਨੇ ਮਿਲ ਪੈਣਾ।
ਤੇ ਬੜੀ ਵਾਰੀ ਮੇਲ ਜੋਲ ਹੋਇਆ ਸਾਡਾ। ਤੇ ਜਦੋਂ ਸਰਗੀ ਹੋਰਾਂ ਨੇ ਮੈਂ ਕਹਾਣੀਆਂ ਪੜ੍ਹੀਆਂ, ਇਹਨਾਂ ਦੀ ਕਹਾਣੀ ਪੜ੍ਹੀ ਤੇ ਮੈਨੂੰ ਬੜੀ ਖੁਸ਼ੀ ਹੋਈ। ਤੇ ਮੈਂ ਸਰਗੀ ਨੇ ਉਹ ਗੱਲ ਕਹੀ ਸੀ ਕਿ ਦਲਬੀਰ ਚੇਤਨ ਹੋਰਾਂ ਦੀ ਧੀ ਨੂੰ ਇਸ ਤਰ੍ਹਾਂ ਦੀ ਕਹਾਣੀ ਲਿਖਣੀ ਚਾਹੀਦੀ ਸੀ। ਤੇ ਉਹ ਕਹਾਣੀ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ। ਮੈਂ ਉਹਦਾ ਸਟੇਜ ਸ਼ੋਅ ਕਰਨਾ ਚਾਹੁੰਦਾ ਸੀ, ਪਰ ਫਿਰ ਉਹ ਸਬੱਬ ਬਣਿਆ ਤੇ ਉਹ PTC ਵਾਲਿਆਂ ਨੇ ਉਹਨੂੰ ਫਿਲਮਾ ਲਿਆ। ਤੇ ਬਹੁਤ ਅੱਛਾ ਲੱਗਦਾ, ਕਿਉਂਕਿ ਮੈਂ ਨਹੀਂ ਸਮਝਦਾ ਕਿ ਸਾਹਿਤਕਾਰ, ਕਲਾਕਾਰ ਜਾਂ ਦੂਜੇ ਲੋਕ ਸਾਰੇ ਅਲੱਗ ਹੁੰਦੇ ਨੇ। ਸਾਨੂੰ ਸਾਰਿਆਂ ਨੂੰ ਜ਼ਿਆਦਾ ਮਿਲਣਾ ਚਾਹੀਦਾ, ਜ਼ਿਆਦਾ ਪੜ੍ਹਨਾ ਚਾਹੀਦਾ, ਜ਼ਿਆਦਾ ਇੱਕ ਦੂਜੇ 'ਚ ਵਿਚਰਨਾ ਚਾਹੀਦਾ। ਸੋ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈਆਂ। ਸਭ ਤੋਂ ਪਹਿਲਾਂ ਮੈਂ ਆਪਣੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ। ਮੁਖਤਾਰ ਗਿੱਲ ਜੀ, ਗੁਰਮੀਤ ਕੜਿਆਲਵੀ ਜੀ, ਸੁਖਪਾਲ ਥਿੰਦ ਜੀ। ਕਹਾਣੀਆਂ ਇਹਨਾਂ ਦੀਆਂ ਤੁਸੀਂ ਸਭ ਨੇ ਵੀ ਪੜ੍ਹੀਆਂ ਹੋਣਗੀਆਂ, ਮੈਂ ਵੀ ਬਹੁਤ ਲੰਬੇ ਸਮੇਂ ਤੋਂ ਪੜ੍ਹ ਰਹੀ ਹਾਂ। ਸਾਡੀ ਕਹਾਣੀ ਦਾ ਹਾਸਿਲ ਹੈ, ਕਹਾਣੀ ਦਾ ਮਾਣ ਹੈ। ਜੇ ਮੈਂ ਕਹਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕਹਾਣੀ ਬਾਰੇ। ਮੁਖਤਾਰ ਗਿੱਲ ਹੋਰਾਂ ਨੇ ਮੈਨੂੰ ਆਪਣੀ ਕਿਤਾਬ ਭੇਜੀ ਸੀਗੀ ਤੇ ਉਹਦੇ ਵਿੱਚ ਮੈਂ ਕੁਝ ਖਾਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ, ਮੈਂ ਵਾਅਦਾ ਕੀਤਾ ਸੀਗਾ ਕਿ ਮੈਂ ਕੁਝ ਲਿਖੂੰਗੀ, ਪਰ ਉਹ ਜਿਵੇਂ ਦੇ ਚਲਦੇ ਮੈਂ ਹਜੇ ਤੱਕ ਉਹਨੂੰ ਲਿਖ ਨਹੀਂ ਪਾਈ। ਅਲੱਗ ਕਿਸਮ ਦੀਆਂ ਕਹਾਣੀਆਂ ਮੁਖਤਾਰ ਗਿੱਲ ਹੋਰਾਂ ਨੇ ਲਿਖੀਆਂ ਤੇ ਇੱਕ ਵੱਖਰੇ ਖਿੱਤੇ ਨੂੰ ਉਹ ਸਾਰੀਆਂ ਪੇਸ਼ ਕਰਦੀਆਂ ਆ। ਅਸੀਂ ਉਸ ਖਿੱਤੇ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦੇ ਹੈਗੇ ਕਿ ਬਾਰਡਰ ਦੇ ਉੱਤੇ ਰਹਿੰਦੇ ਲੋਕਾਂ ਦੀਆਂ ਕੀ ਸਮੱਸਿਆਵਾਂ ਹੈਗੀਆਂ ਆ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਉਹ ਦੋ ਚਾਰ ਹੁੰਦੇ ਹੈਗੇ ਆ। ਉਹ ਅਲੱਗ-ਅਲੱਗ ਪਾਤਰ, ਇੱਕੋ ਲਿੱਤਰੇ ਪਾਤਰ ਜਿਹੜੇ ਹੈਗੇ ਆ, ਉਹਨਾਂ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੇ ਆ। ਗੁਰਮੀਤ ਜੀ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ। ਇਹਨਾਂ ਦੀਆਂ ਕਹਾਣੀਆਂ ਹਾਰੀਨਾ ਬਚਨਿਆ, ਆਤੂ ਖੋਜੀ, ਬਚਨਾ ਗਾਡਰ, ਗੁਰਚਰਨਾ ਗਾਡਰ ਆਈ ਥਿੰਕ, ਤੇ ਇਸ ਤਰ੍ਹਾਂ ਦੀਆਂ ਖੂਬਸੂਰਤ ਕਹਾਣੀਆਂ ਦੇ ਵਿੱਚ ਇੱਕ ਵੱਖਰੇ ਕਿਸਮ ਦੇ ਸਸ਼ਕਤ ਪਾਤਰਾਂ ਨੂੰ ਇਹਨਾਂ ਨੇ ਪੇਸ਼ ਕੀਤਾ ਆ। ਸੁਖਪਾਲ ਥਿੰਦ ਜੀ ਹੋਰਾਂ ਦੀ ਫੁੱਲਾਂ ਦੀ ਫਸਲ, ਸਾਰੇ ਪਾਸੇ ਇਹਦੀ ਮਹਿਕ ਦੇਸ਼ਾਂ ਵਿਦੇਸ਼ਾਂ 'ਚ ਵੀ ਖਿਲ ਰਹੀ ਹੈ, ਬਿਖਰੀ ਹੈ, ਸਾਰੇ ਇਹਦੇ ਨਾਲ ਸਰਸ਼ਾਰ ਹੋਏ ਹੈ। ਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ। ਤੇ ਇੱਥੇ ਹਾਜ਼ਰ ਸਾਰੇ ਜਿਹੜੇ ਦੋਸਤ ਮਿੱਤਰ ਹੈਗੇ ਆ, ਉਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਹੈ, ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗ ਰਿਹਾ ਹੈ। ਪਿਛਲੇ ਸਾਲ ਜਦੋਂ ਇਹ ਸ਼ੁਰੂ ਹੋਇਆ ਸੀ ਸਨਮਾਨ, ਮੈਨੂੰ ਉਦੋਂ ਬੜਾ ਚੰਗਾ ਲੱਗਾ ਸੀ। ਚੰਗਾ ਇਸ ਕਰਕੇ ਲੱਗਾ ਸੀ ਕਿ ਦਲਬੀਰ ਚੇਤਨ ਹੋਰਾਂ ਦੀ ਯਾਦ ਵਿੱਚ ਜਾਂ ਉਹਨਾਂ ਦੇ ਨਾਂ 'ਤੇ ਸਨਮਾਨ ਸ਼ੁਰੂ ਕੀਤਾ ਗਿਆ, ਇਸ ਕਰਕੇ ਚੰਗਾ ਲੱਗਾ ਸੀ। ਦੂਜੀ ਗੱਲ ਇਸ ਕਰਕੇ ਚੰਗਾ ਲੱਗਾ ਸੀ ਕਿ ਦਲਬੀਰ ਚੇਤਨ ਦੇ ਬੱਚਿਆਂ ਵੱਲੋਂ, ਸਰਗੀ ਵੱਲੋਂ ਅਤੇ ਨਵਚੇਤਨ ਵੱਲੋਂ ਇਹ ਸ਼ੁਰੂ ਕੀਤਾ ਗਿਆ ਹੈ, ਹੋਰ ਜ਼ਿਆਦਾ ਚੰਗਾ ਲੱਗਾ ਸੀ। ਮੈਂ 1.5 ਸਾਲ ਦਲਬੀਰ ਚੇਤਨ ਹੋਰਾਂ ਇੱਕ ਸਕੂਲ ਚਲਾਉਂਦੇ ਸੀ, ਉੱਥੇ ਨੌਕਰੀ ਕੀਤੀ ਹੈ। ਅਤੇ ਉਹ 1.5 ਸਾਲ ਅਸੀਂ ਰੋਜ਼ ਮਿਲਦੇ ਹੁੰਦੇ ਸੀ, ਰੋਜ਼ ਦਲਬੀਰ ਚੇਤਨ ਹੋਰਾਂ ਕੋਲ ਬੈਠਣ ਦਾ ਮੌਕਾ ਮਿਲਦਾ ਸੀ। ਮੈਂ ਉਦੋਂ ਨਵੀਂ ਕਵਿਤਾ ਲਿਖਣ ਲੱਗਾ ਸੀ ਅਜੇ, ਅਤੇ ਉੱਥੇ ਦਲਬੀਰ ਚੇਤਨ ਹੋਰਾਂ ਕੋਲ ਬੈਠਿਆਂ ਬਹੁਤ ਸਾਰੀਆਂ ਸਾਹਿਤਕਾਰਾਂ ਦੀਆਂ ਗੱਲਾਂ ਹੁੰਦੀਆਂ ਸੀ, ਜਿਹਦੇ ਵਿੱਚ ਆਪਣੇ ਕਰਨਲ ਹੋਣੀ ਭੁੱਲਰ ਸਾਹਿਬ, ਜਸਬੀਰ ਭੁੱਲਰ ਹੋਰਾਂ ਦੀ, ਜਾਂ ਕਿਰਪਾਲ ਕਜ਼ਾਕ ਹੋਰਾਂ ਦੀ, ਜਾਂ ਜੋਗਿੰਦਰ ਕੈਰੋਂ ਹੋਰਾਂ ਦੀ, ਜਾਂ ਹੋਰ ਜਿਹੜੇ ਲੇਖਕ ਸੀ ਉਤੋਂ ਦੇ ਵੱਡੇ ਕਹਾਣੀਕਾਰ, ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀ। ਅਮਰਤਾ ਦੀਆਂ ਗੱਲਾਂ ਬਹੁਤ ਹੁੰਦੀਆਂ ਸੀ। ਅਮਰਤਾ ਦਾ ਜ਼ਿਕਰ ਬਾਰ-ਬਾਰ ਕਰਦੇ ਹੁੰਦੇ ਸੀ ਦਲਬੀਰ ਚੇਤਨ ਹੋਰੀ। ਔਰ ਫਿਰ ਜਦੋਂ ਕੋਈ ਕਹਾਣੀ ਭੇਜਦੇ ਸੀ ਨਾਗਮਣੀ ਨੂੰ, ਅਤੇ ਉਹ ਮੈਨੂੰ ਵੀ ਉਹਨਾਂ ਨੂੰ ਇੱਕ ਕਹਾਣੀ ਪੜ੍ਹਾਈ ਅਤੇ ਉਹ ਨਾਗਮਣੀ ਨੂੰ ਕੀਤੀ, ਔਰ ਮੈਨੂੰ ਕਿਹਾ ਕਿ ਦੇਖੀ ਹੁਣੇ ਹੀ ਹਫ਼ਤੇ ਬਾਅਦ ਉਹਨਾਂ ਦਾ ਖਤ ਆਏਗਾ ਮੈਨੂੰ ਵੀ ਇਹ ਕਹਾਣੀ ਤੁਹਾਡੀ ਮਿਲ ਗਈ ਆ ਔਰ ਅਸੀਂ ਅਗਲੇ ਅੰਕ ਛਾਪ ਰਹੇ ਹਾਂ। ਉਹ ਆਇਆ ਨਹੀਂ ਖਤ। ਫਿਰ ਉਡੀਕਦੇ ਰਹੇ 2 ਹਫ਼ਤੇ, 3 ਹਫ਼ਤੇ, ਮਹੀਨਾ, ਨਹੀਂ ਆਇਆ ਖਤ। ਫਿਰ ਕੋਈ ਦਿੱਲੀ ਗਿਆ, ਅਮਰਤਾ ਹੋਰਾਂ ਨੂੰ ਮਿਲਿਆ ਉੱਥੇ, ਅਤੇ ਉਹਨਾਂ ਦੱਸਿਆ ਕਿ ਚੇਤਨ ਦੀ ਕਹਾਣੀ ਆਈ ਹੈ, ਕੋਈ ਐਤਕੀ ਗੱਲ ਜੀ ਨਹੀਂ ਬਣੀ। ਉਹਨੇ ਆ ਕੇ ਫਿਰ ਦੱਸਿਆ। ਦਲਬੀਰ ਚੇਤਨ ਹੋਰੀ ਇਸ ਗੱਲ 'ਤੇ ਵੀ ਬੜੇ ਖੁਸ਼ ਹੋਏ ਕਿ ਦੇਖੋ ਉਸ ਔਰਤ ਨੇ ਮੈਨੂੰ ਸਿੱਧਾ ਨਹੀਂ ਕਿਹਾ, ਚਿੱਠੀ ਨਹੀਂ ਲਿਖੀ, ਅਤੇ ਕਿਸੇ ਤਰ੍ਹਾਂ ਹੀ ਚਲੋ ਮੈਨੂੰ ਸੁਨੇਹਾ ਮਿਲ ਗਿਆ, ਅਤੇ ਮੈਨੂੰ ਚੰਗਾ ਲੱਗਾ ਕਿ ਉਹਨਾਂ ਨੂੰ ਉਹ ਕਹਾਣੀ ਚੰਗੀ ਨਹੀਂ ਲੱਗੀ। ਉਹਨੂੰ ਲੱਗਾ ਕਿ ਇਹਦੇ 'ਚ ਕੁਛ ਦਲਬੀਰ ਚੇਤਨ ਦਾ ਪੱਧਰ ਹੈ, ਜਿਹੋ ਜਿਹੀ ਕਹਾਣੀ ਉਹ ਲਿਖਦਾ ਹੈ ਉਹ ਨਹੀਂ ਹੈ, ਅਤੇ ਉਹਨਾਂ ਨਹੀਂ ਛਾਪਣੀ, ਉਹਦੇ ਵਿੱਚ ਛਾਪੀ। ਤਾਂ ਇਹ ਸੀ। ਦੂਜੀ ਗੱਲ ਇੱਥੇ ਪਹਿਲਾਂ ਵੀ ਦੋਸਤਾਂ ਨੇ ਕੀਤੀ ਹੈ ਕਿ ਜਿੰਨੇ ਵੀ ਲਿਖਣ ਵਾਲੇ ਲੇਖਕ ਨੇ, ਚਾਹੇ ਉਹ ਕਵਿਤਾ ਨਾਲ ਜੁੜੇ ਹੈ, ਚਾਹੇ ਉਹ ਕਹਾਣੀ ਨਾਲ ਜੁੜੇ ਹੋ, ਚਾਹੇ ਉਹ ਸਾਹਿਤ ਦੀ ਕਿਸੇ ਹੋਰ ਵਿਧਾ ਨਾਲ ਜੁੜੇ ਨੇ, ਉਹਨਾਂ ਦੇ ਘਰ 'ਚ ਛੋਟੀ ਵੱਡੀ ਲਾਇਬ੍ਰੇਰੀ ਹਰ ਘਰ 'ਚ ਹੈਗੀ ਹੈ। ਉਹ ਕਿਤਾਬਾਂ 100 ਕਹਿੰਦੇ ਤੋਂ ਲੈ ਕੇ ਹਜ਼ਾਰਾਂ ਤੱਕ ਵੀ ਨੇ। ਸਾਨੂੰ ਸਾਰਿਆਂ ਨੂੰ ਉਹ ਫਿਕਰ ਹੈ, ਇੱਕ ਵੱਡ ਖਾਂਦਾ ਹੈ ਕਿ ਕਿਤਾਬਾਂ ਦਾ ਸਾਥੋਂ ਬਾਅਦ ਕੀ ਬਣੂਗਾ। ਜਿੱਦਾਂ ਹੁਣ ਪ੍ਰੇਮ ਪ੍ਰਕਾਸ਼ ਹੋਰਾਂ ਦੀ ਗੱਲ ਹੋਈ ਹੈ ਵੀ ਉਹ ਕਹਿੰਦੇ ਮੈਂ ਹੁਣ ਕਿਤਾਬਾਂ ਬਾਅਦ ਵੰਡਣੀਆਂ ਸ਼ੁਰੂ ਕੀਤੀਆਂ ਵੀ ਇਹ ਖਤਮ ਹੋ ਜਾਣ, ਮੇਥੋਂ ਬਾਅਦ ਕਿੰਨੇ ਪੜ੍ਹਨੀ ਹੈ। ਪੜ੍ਹਨੀ ਦੀ ਗੱਲ ਛੱਡੋ, ਸਾਨੂੰ ਇਹ ਹੁੰਦਾ ਕਿ ਇਹਨਾਂ ਦਾ ਹਸ਼ਰ ਕੀ ਹੋਣਾ ਹੈ, ਇਹਨਾਂ ਕਿਤਾਬਾਂ ਦਾ ਹਸ਼ਰ ਕੀ ਹੋਣਾ ਹੈ। ਔਰ ਇਹ ਸਭ ਤੋਂ ਵੱਡੀ ਤਸੱਲੀ ਵਾਲੀ ਅਤੇ ਖੁਸ਼ੀ ਦੀ ਗੱਲ ਹੈ ਕਿ ਇਹ ਦੋਵੇਂ ਬੱਚੇ ਸਰਗੀ ਅਤੇ ਨਵਚੇਤਨ ਨੇ ਉਹਨਾਂ ਦੀ ਵਿਰਾਸਤ ਨੂੰ ਸਾਂਭਿਆ ਹੈ। ਉਹਨਾਂ ਦੀ ਕਿਤਾਬਾਂ ਜਿਹੜੀਆਂ ਜਿਹਨਾਂ ਦੇ ਇਹਦੇ ਘਰ 'ਚ ਪਈਆਂ ਹੋਣਗੀਆਂ ਉਹ ਸੁਰੱਖਿਅਤ ਹੋ ਗਈਆਂ ਨੇ, ਉਹ ਸਹੀ ਹੱਥਾਂ 'ਚ ਚੱਲ ਗਈਆਂ ਨੇ, ਉਹ ਅੱਗੋਂ ਵੀ ਇੰਝ ਹੀ ਜਾਣਗੀਆਂ। ਇਹ ਬਹੁਤ ਵੱਡੀ ਗੱਲ ਹੈ।
ਕਿਹੜਾ ਲੇਖਕ ਹੈ ਜਿਹਦੇ ਬੱਚਿਆਂ ਨੇ ਇਸ ਤਰ੍ਹਾਂ ਦਾ ਕੋਈ ਸਨਮਾਨ ਸ਼ੁਰੂ ਕੀਤਾ ਹੋਵੇ? ਹੋਣਗੇ 2-4, 10 'ਚ ਸੈਂਕੜਿਆਂ 'ਚ ਨਹੀਂ ਹੈਗੇ। ਤੋ ਇਸ ਕਰਕੇ ਬਹੁਤ ਵੱਡੀ ਮਾਣ ਦੀ ਗੱਲ, ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਗੀਤ ਤੇ ਨਵਚੇਤਨ ਦੋਨੋਂ ਭੈਣ ਭਰਾ ਰਲ ਕੇ ਤੇ ਆਪਣੇ ਪਿਤਾ ਦੀ ਵਿਰਾਸਤ ਨੂੰ ਸਾਂਭ ਰਹੇ ਨੇ, ਕਹਾਣੀ ਦੀ ਪਰੰਪਰਾ ਨੂੰ ਅੱਗੇ ਤੋਰ ਰਹੇ ਨੇ। ਜਿਹੜੀਆਂ ਕਹਾਣੀਆਂ ਨਵਚੇਤਨ ਦੀਆਂ ਅਸੀਂ ਪੜ੍ਹਦੇ ਰਹੇ, ਹੁਣ ਦੇ ਵਿੱਚ ਪੜ੍ਹੀਆਂ, ਜਿਹੜੀ ਸਰਗੀ ਦੀਆਂ ਕਹਾਣੀਆਂ ਪਿੱਛੇ ਮੈਂ ਪੜ੍ਹੀ ਰਬਾਬ ਕਿ ਰਬਾਬੀ, ਉਹ ਮੈਂ ਹੈਰਾਨ ਹੋ ਗਿਆ ਸੀ, ਵਿਚਾਰੇ ਇੱਦਾਂ ਵੀ ਕਹਾਣੀ ਲਿਖੀ ਜਾਂਦੀ ਹੈ, ਕਮਾਲ ਦੀ ਕਹਾਣੀ ਹੈ ਉਹ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਸਰਗੀ ਲਿਖ ਰਹੀ ਹੈ। ਔਰ ਇਸ ਤੋਂ ਵੱਡੀ ਤਸੱਲੀ ਵਾਲੀ ਉਸ ਬੰਦੇ ਲਈ ਗੱਲ ਕੀ ਹੋ ਸਕਦੀ ਹੈ ਜਿਹੜਾ ਭਾਵੇਂ ਸਾਡੇ ਵਿੱਚ ਹੁਣ ਇਸ ਵੇਲੇ ਨਹੀਂ ਹੈ। ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਪਰਿਵਾਰ ਨੂੰ ਤੇ ਸਨਮਾਨਿਤ ਹੋਣ ਵਾਲੇ ਦੋਸਤਾਂ ਨੂੰ। ਸ਼ੁਕਰੀਆ। ਉਹਨਾਂ ਦੀ ਯਾਦ ਵਿੱਚ 2019 ਜਿਹੜਾ ਪੁਰਸਕਾਰ ਸ਼ੁਰੂ ਕੀਤਾ ਗਿਆ ਸੀਗਾ, ਉਸ ਦੇ ਵਿੱਚ ਅੱਜ ਜਿਹੜਾ ਪੁਰਸਕਾਰ ਦਿੱਤੇ ਜਾ ਰਹੇ ਆ, ਜਿਹੜਾ ਪਹਿਲੀ ਵਾਰ ਦਿੱਤਾ ਜਾ ਰਿਹਾ ਪੁਰਸਕਾਰ ਨਵਾਂ ਸ਼ੁਰੂ ਕੀਤਾ ਸਾਹਿਤਕ ਜੀਵਨ ਪ੍ਰਾਪਤੀ ਲਈ ਸਮਰੱਥ ਕਹਾਣੀਕਾਰ ਮੁਖਤਾਰ ਗਿੱਲ ਜੀ ਦੀ ਚੋਣ ਹੋਈ ਹੈ। ਮੁਖਤਾਰ ਗਿੱਲ ਜੀ ਦੇ ਸ਼ਬਦ ਸਿਰਜਣਾ ਵਿੱਚ 2 ਕਹਾਣੀਆਂ ਆਖਰੀ ਚੂੜੀਆਂ ਤੇ ਆਲ੍ਹਣਾ, ਇਹ ਮੇਰੇ ਵੀ ਚਿੱਤ ਚੇਤੇ ਵਿੱਚ ਵਸੀਆਂ ਹੋਈਆਂ। ਮੁਖਤਾਰ ਗਿੱਲ ਕਹਾਣੀਕਾਰ ਦਾ ਜਿਹੜਾ ਵਿਸ਼ਾ ਵਸਤੂ ਆ ਕਹਾਣੀ ਦਾ, ਉਹ ਪੰਜਾਬ ਦੇ ਮਾਝੇ ਵਿੱਚ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿਹੜਾ ਭਾਰਤੀ ਦਾ ਪੰਜਾਬ ਦਾ ਭੂਗੋਲਿਕ ਆਂਚਲਿਕ ਖੇਤਰ ਆ, ਉਹਦੀ ਵਿਸ਼ੇਸ਼ਤਾ ਨੂੰ ਰਜਿਸਟਰ ਕਰ ਰਿਹਾ। ਇਸ ਤਰ੍ਹਾਂ ਇਤਿਹਾਸਕ ਮਹੱਤਤਾ ਤੋਂ ਸਮਰੱਥ ਕਹਾਣੀਕਾਰ ਮੁਖਤਾਰ ਗਿੱਲ ਨੂੰ ਸਾਹਿਤਕ ਜੀਵਨ ਪ੍ਰਾਪਤੀ ਪੁਰਸਕਾਰ ਦੇਣ ਲਈ ਸਹੀ ਚੁਣਿਆ ਗਿਆ। ਦੂਜਾ ਦਲਵੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਫਸਟ ਪੋਜੀਸ਼ਨ ਜਿਹੜੀ ਆ ਸਾਡਾ ਸਮਰੱਥ ਦੇ ਚਰਚਿਤ ਕਹਾਣੀਕਾਰ ਗੁਰਮੀਤ ਕੰਡਿਆਲਵੀ, ਜਿਹੜਾ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦਾ 1991 ਤੋਂ ਲੈ ਕੇ ਹੁਣ ਤੱਕ ਚੱਲ ਰਿਹਾ, ਤੇ ਜਿਸ ਨੇ ਇੱਥੇ ਹੁਣ ਵੀ ਬੁਲਾਰਿਆਂ ਨੇ ਉਹਦਾ ਜ਼ਿਕਰ ਕੀਤਾ, ਆਤੂ ਖੋਜੀ, ਗਰਚਰਨਾ ਗਾਡਰ, ਤਾਰਾ ਚਿੱਬਕੱਢ, ਸਰੰਗੀ ਦੀ ਮੌਤ, ਪੀਰੂ, ਹਾਰੀ ਨਾ ਬਚਨਿਆ, ਵਿਸ਼ੇਸ਼ ਪਾਤਰ ਜਿਹੜੇ ਉਹਨੇ ਦਿੱਤੇ ਆ ਪੰਜਾਬੀ ਕਹਾਣੀ ਨੂੰ। ਇਸ ਤਰ੍ਹਾਂ ਗੁਰਮੀਤ ਕੰਡਿਆਲਵੀ ਦੀ ਕਹਾਣੀ ਦੇ ਸੰਗ੍ਰਹਿ ਦੀ ਚੋਣ ਕਰਕੇ ਪੁਰਸਕਾਰ ਵੀ ਜਿਹੜਾ ਮਹੱਤਵਪੂਰਨ ਸ਼੍ਰੇਣੀ ਵਿੱਚ ਸ਼ਾਮਲ ਹੋ ਕੇ ਵੱਡੇ ਪੁਰਸਕਾਰਾਂ ਵਿੱਚ ਸ਼ਾਮਲ ਹੋ ਗਿਆ, ਇਹ ਵੀ ਮੈਂ ਸਮਝਦਾ। ਆਖਰ ਵਿੱਚ ਸੈਕੰਡ ਪੋਜੀਸ਼ਨ ਪ੍ਰਾਪਤ ਪੰਜਾਬੀ ਕਹਾਣੀ ਦੇ 5ਵੇਂ ਪੜਾਅ ਦਾ ਕਹਾਣੀ ਸੰਗ੍ਰਹਿ ਫੁੱਲਾਂ ਦੀ ਫਸਲ ਸੁਖਪਾਲ ਸਿੰਘ ਥਿੰਦ ਲੈ ਗਿਆ, ਜਿਹੜਾ ਕਿ 5-6 ਸਾਲਾਂ ਦੇ ਵਿੱਚ ਹੀ ਕਹਾਣੀਆਂ ਲਿਖ ਕੇ ਤੇ ਇੱਕੋ ਇੱਕ ਕਿਤਾਬ ਜਿਹੜੀ ਆ ਉਹ ਦੇ ਕੇ ਚਰਚਾ ਵਿੱਚ ਆਇਆ। ਤੇ ਉਸ ਦੇ ਕੋਲ ਭਾਰਤੀ ਪੰਜਾਬ ਦੇ ਜਿਹੜਾ ਦੁਆਬਾ ਖੇਤਰ ਆ, ਉਹਦਾ ਜਿਹੜਾ ਮੱਧ ਵਰਗ ਹੈਗਾ, ਉਹਦੇ ਵਿੱਚ ਜਿਹੜੇ ਕਾਲਜ ਦੇ ਪ੍ਰੋਫੈਸਰ ਨਾਲ ਸੰਬੰਧਿਤ ਲੋਕ ਆ, ਉਹਦਾ ਜਾਤੀ ਜਮਾਤੀ ਤੌਰ 'ਤੇ ਸਿਆਸੀ ਚੇਤਨਾ ਜਿਹੜੀ ਹੈਗੀ ਆ, ਉਹਦਾ ਫੜਨ ਦਾ ਅਨੁਭਵ ਬੜਾ ਤਿੱਖਾ ਹੈਗਾ ਇਸ ਵਿਸ਼ੇ ਉੱਤੇ। ਤੇ ਇਸ ਕਰਕੇ ਉਹ ਵੀ ਆਪਣੀ ਪਹਿਲੀ ਪੁਸਤਕ ਜਿਹੜੀ ਹੈ ਸੈਕੰਡ ਪੁਰਸਕਾਰ ਪ੍ਰਾਪਤ ਕਰਨਾ ਵੱਡੀ ਪ੍ਰਾਪਤੀ ਆ ਉਹਦੀ। ਤੇ ਮਹਾਨ ਕਹਾਣੀਕਾਰ ਦਲਵੀਰ ਚੇਤਨ ਇਸ ਮਹਿਕ ਨਾਲ, ਇਸ ਪੁਰਸਕਾਰ ਨਾਲ ਜੁੜਿਆ ਹੋਇਆ, ਇਹ ਬਹੁਤ ਤਾਕਤ ਵਾਲੀ ਗੱਲ ਆ। ਇਹ ਮਹਿਕ ਭਵਿੱਖ ਦੇ ਕਹਾਣੀਕਾਰਾਂ ਨੂੰ ਵੀ ਮਹਿਕਦੇ ਤੇ ਟਹਿਕਦੇ ਬਣਾਉਣ ਲਈ ਆਪਣਾ ਯੋਗਦਾਨ ਜ਼ਰੂਰ ਦੇਵੇਗੀ। 95% ਉਹ ਲੋਕ, ਇੰਨੇ ਸਾਲਾਂ ਦੇ ਮੈਂ ਐਕਸਪੀਰੀਅੰਸ ਤੋਂ ਇਹ ਗੱਲ ਕਰ ਰਹੀ ਹਾਂ ਕਿ 95% ਉਹ ਲੋਕ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਕਿਹੜੀ ਕਿਤਾਬ ਪੜ੍ਹਨੀ ਹੈ, ਕੌਣ ਰਾਈਟਰ, ਕਿਸ ਤਰ੍ਹਾਂ ਦੀ ਕਹਾਣੀ, ਕੀ ਕਿਹਾ ਜਾ ਰਿਹਾ, ਅਗਰ ਕਹਾਣੀ ਕਹੀ ਹੈ ਤੇ ਉਹਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਕਿਹਾ ਕਿ ਕਿਉਂਕਿ ਇੰਟਰਨੈਟ ਰੇਡੀਓਜ਼ ਵਰਲਡ ਵਾਈਡ ਪ੍ਰਸਾਰਿਤ ਹੁੰਦੇ ਔਰ ਤੁਹਾਨੂੰ ਕੋਈ ਕੈਨੇਡਾ 'ਚ ਬੈਠਾ ਵੀ ਸੁਣ ਰਿਹਾ, ਇਟਲੀ 'ਚ ਬੈਠਾ ਵੀ ਸੁਣ ਰਿਹਾ, ਤੁਹਾਨੂੰ ਕੋਈ ਸਾਊਦੀ ਅਰੇਬੀਆ 'ਚ ਬੈਠਾ ਵੀ ਸੁਣ ਰਿਹਾ, ਲਹਿੰਦੇ ਪੰਜਾਬ 'ਚ ਵੀ ਸੁਣ ਰਹੇ ਨੇ, ਬਹੁਤ ਲੋਕ ਕੋਈ ਫੈਕਟਰੀ 'ਚ ਕੰਮ ਕਰ ਰਿਹਾ, ਕੋਈ ਡਰਾਈਵ ਕਰ ਰਿਹਾ। ਉਹ ਜਦੋਂ ਤੁਹਾਨੂੰ ਕਹਿੰਦੇ ਆ ਨਾ ਕਿ ਅਸੀਂ ਡਰਾਈਵ ਕਰਦੇ ਕਰਦੇ ਗੱਡੀ ਸਾਈਡ 'ਤੇ ਲਗਾ ਲਈ ਤੇ ਅੱਖਾਂ ਬੰਦ ਕਰਕੇ ਸੁਣਿਆ ਕਿ ਜਿਸ ਤਰ੍ਹਾਂ ਕੋਈ ਪਿਕਚਰ ਚੱਲ ਰਹੀ ਹੈ, ਉਸ ਤੋਂ ਬਾਅਦ ਉਹਨਾਂ ਦਾ ਅਗਲਾ ਕੁਐਸਚਨ ਹੁੰਦਾ ਇਹਨਾਂ ਦੇ ਰਾਈਟਰ ਬਾਰੇ ਸਾਨੂੰ ਕੁਝ ਦੱਸੋ, ਇਹਨਾਂ ਦੀ ਕਿਤਾਬ ਕਿਹੜੀ, ਅਸੀਂ ਕਿੱਥੋਂ ਮੰਗਵਾ ਸਕਦੇ ਹਾਂ, ਕੀ ਜ਼ਰੀਆ ਹੈ, ਫਿਰ ਇਹਨਾਂ ਦੀਆਂ ਹੋਰ ਕਿਹੜੀਆਂ ਕਿਤਾਬਾਂ ਆਈਆਂ ਨੇ, ਜਾਂ ਫਿਰ ਇਹਨਾਂ ਦਾ ਕੋਈ ਨੰਬਰ ਦਿਓ ਸਾਨੂੰ, ਜਾਂ ਇਹਨਾਂ ਨੂੰ ਕਿੱਥੋਂ ਲੱਭੀਏ ਅਸੀਂ। ਮੈਂ ਖੁਸ਼ਕਿਸਮਤ ਹਾਂ ਕਿ ਦੀਪ ਦਵਿੰਦਰ ਸਾਹਿਬ ਜਾਂ ਹੋਰ ਥੋੜ੍ਹੇ ਰਾਈਟਰ ਜਿਹੜੇ ਜਦੋਂ ਕਹਾਣੀ ਪੇਸ਼ ਕੀਤੀ ਜਾਂਦੀ ਉਹ ਆਉਂਦੇ ਆ ਔਨ ਏਅਰ, ਡਿਸਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਉਹ ਆਪਣੇ ਵਿਚਾਰ ਦਿੰਦੇ ਆ। ਅਤੇ ਜਿਵੇਂ ਕਿ ਸੈਲੀਬ੍ਰਿਟੀ ਨੂੰ ਹੁੰਦਾ ਨਾ ਕਿ ਅਸੀਂ ਲੋਕ ਕਹਿੰਦੇ ਕਿ ਫਿਲਮੀ ਹੀਰੋ ਨੂੰ ਅਸੀਂ ਦੇਖ ਲਿਆ, ਉਸਨੂੰ ਮਿਲ ਲਿਆ, ਉਸਦੀਆਂ ਗੱਲਾਂ ਸੁਣ ਲਈਆਂ, ਉਹ ਫੀਲਿੰਗ ਲਿਸਨਰ ਨੂੰ ਹੁੰਦੀ ਹੈ ਕਿ ਜਿਨ੍ਹਾਂ ਦੇ ਸ਼ਬਦ ਅਸੀਂ ਸੁਣੇ ਸੀ, ਅੱਖਰਾਂ ਦੀ ਖੁਸ਼ਬੂ ਮਹਿਸੂਸ ਕੀਤੀ ਸੀ, ਉਹਨਾਂ ਦੀਆਂ ਗੱਲਾਂ ਸੀ ਸਿੱਧੀਆਂ ਵੀ ਸੁਣੀਆਂ। ਸੋ ਦਿਸ ਇਜ਼ ਦ ਸਟਰੈਂਥ। ਹੁਣ ਉਹ ਲੋਕ ਜਿਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿਹੜਾ ਰਾਈਟਰ ਕਿੱਥੇ
ਹੈ ਕਿੱਥੇ ਨਹੀਂ, ਉਹਨਾਂ ਲੋਕਾਂ ਨੂੰ ਮੈਂ PDFs ਡਾਊਨਲੋਡ ਕਰਦੇ ਦੇਖਿਆ, ਕਿਉਂਕਿ ਉਹ ਬਾਹਰ ਬੈਠੇ ਨੇ ਤੇ ਛੇਤੀ ਕਿਤੇ ਕਿਤਾਬਾਂ ਮੰਗਵਾ ਨਹੀਂ ਸਕਦੇ, ਔਰ ਵੱਡੀ ਗੱਲ ਉਹਨਾਂ ਕੋਲ ਟਾਈਮ ਨਹੀਂ ਹੈ। ਔਰ ਜਿਹੜਾ ਆਡੀਓ ਲਿਟਰੇਚਰ ਨਾਲ ਉਹ ਸਿੱਧਾ ਜੁੜ ਰਹੇ ਆ, ਉਸ ਚੀਜ਼ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਕੰਟੀਨਿਊਸਲੀ ਇੰਨੇ ਸਾਲਾਂ 'ਚ ਬਹੁਤ ਸਾਰੇ ਰਾਈਟਰਸ ਨੂੰ ਆਡੀਓ ਦੇ ਰੂਪ ਵਿੱਚ ਪੇਸ਼ ਕੀਤਾ, ਬੜਾ ਕੁਝ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂ, ਉਹ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਮੈਡਮ ਦੇ ਘਰ ਥੀਏਟਰ ਹੈ, ਹਰਦੀਪ ਗਿੱਲ ਸਾਹਿਬ ਬੈਠੇ ਨੇ ਥੀਏਟਰ ਤੋਂ ਨੇ, ਉਹਨਾਂ ਦੇ ਵਿੱਚੋਂ 3% ਲੋਕ ਹੋ ਸਕਦੇ ਜਿਹਨੂੰ ਮੈਲੋਡਰਾਮਾ ਕਹਿ ਸਕਦੇ ਨੇ, ਜਿਹਨੂੰ ਉਹ ਮਿਮਿਕਰੀ ਕਰਨਗੇ, ਉਹ ਲੋਕ ਜਿਨ੍ਹਾਂ ਨੂੰ ਨਹੀਂ ਉਸ ਚੀਜ਼ ਦੀ ਸਮਝ, ਉਹਨਾਂ ਨੂੰ ਵੌਇਸ ਮੋਡੂਲੇਸ਼ਨ ਤੇ ਮਿਮਿਕਰੀ 'ਚ ਫਰਕ ਨਹੀਂ ਸਮਝ। ਪਰ ਮੈਂ ਦੇਖਿਆ ਕਿ ਮੇਰੇ ਐਕਸਪੀਰੀਅੰਸ ਤੋਂ 97% ਲੋਕ ਉਹ ਨੇ ਜਿਹੜੇ ਸਿੱਧੇ ਰਿਲੇਟ ਕਰਦੇ ਆ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਪਾਤਰ ਸਾਹਮਣੇ ਸਾਡੇ ਬੋਲ ਰਿਹਾ। ਸੋ ਜੇ ਇਸ ਮਾਧਿਅਮ ਦੀ ਇੰਨੀ ਸਟਰੈਂਥ ਹੈ ਤਾਂ ਮੇਰੀ ਇੱਕ ਗੁਜ਼ਾਰਿਸ਼ ਸਾਰੇ ਤੁਹਾਡੇ ਵਿਦਵਾਨ ਸੱਜਣਾਂ ਨੂੰ ਹੈ ਕਿ ਇਸ ਪਾਸੇ ਵੱਲ ਵੀ ਧਿਆਨ ਦਿੱਤਾ ਜਾਵੇ। ਹੁਣੇ ਹੌਲੀਡੇ ਵਾਈਫ ਨੂੰ ਬਣਾਇਆ ਇੱਕ ਮੂਵੀ ਦੇ ਰਹੀ, ਉਹ ਉਹਨਾਂ ਲੋਕਾਂ ਤੱਕ ਪਹੁੰਚੀ ਹੈ ਜਿਨ੍ਹਾਂ ਨੂੰ ਕੁਝ ਨਹੀਂ ਸੀ ਪਤਾ ਹੌਲੀਡੇ ਵਾਈਫ ਕੌਣ ਹੈ, ਮੈਡਮ ਸਰਗੀ ਕੌਣ ਨੇ। ਤੇ ਜੇ ਮੈਂ ਆਪਣਾ ਕੰਮ ਕਰ ਰਹੀ ਹਾਂ ਇੱਕ ਸਿੰਗਲ ਵੂਮਨ ਆਰਮੀ, ਤਾਂ ਉਹਦੇ ਵਿੱਚ ਅਗਰ ਤੁਹਾਡਾ ਸਹਿਯੋਗ ਹੋਰ ਹੋ ਜਾਵੇ ਤੇ ਅਸੀਂ ਇਸ ਨੂੰ ਹੋਰ ਵੀ ਅੱਗੇ ਲਿਜਾ ਸਕਦੇ ਹਾਂ। ਇੱਕ ਗੱਲ ਹੋ ਰਹੀ ਸੀ ਕਿ ਅਗਲੀ ਜਨਰੇਸ਼ਨ, ਬਹੁਤ ਮਾਣ ਵਾਲੀ ਗੱਲ ਹੈ ਕਿ ਚੇਤਨ ਸਾਹਿਬ ਦੀ ਵਿਰਾਸਤ ਨੂੰ ਅੱਗੇ ਵਧਾਇਆ ਜਾ ਰਿਹਾ, ਔਰ ਵਧਾਈ ਵੀ ਇਸ ਪਰਿਵਾਰ ਨੂੰ ਔਰ ਸਾਰੇ ਸੱਜਣਾਂ ਨੂੰ ਜਿਹੜੇ ਸਿੱਧੇ ਜਾਂ ਸਿੱਧੇ ਰੂਪ 'ਚ ਜੁੜੇ ਆ, ਜੇ ਤਨਵੀਰ ਹੋਰਾਂ ਨੂੰ, ਬਾਕੀ ਸਾਰੇ ਸੱਜਣਾਂ ਨੂੰ ਬਹੁਤ ਵਧਾਈ ਕਿ ਜੁੜਿਓ। ਅਸੀਂ ਅਗਲੀ ਜਨਰੇਸ਼ਨ ਦੀ ਗੱਲ ਕਰ ਰਹੇ ਹਾਂ। ਮੈਂ ਆਪਣੀ ਛੋਟੀ ਜਿਹੀ ਗੱਲ ਕਰਾਂਗੀ ਕਿ ਸਾਡੇ ਘਰ 'ਚ ਕੋਈ ਮਾਹੌਲ ਨਹੀਂ ਸੀ ਲਿਟਰੇਚਰ ਦਾ, ਦੂਰ ਦੂਰ ਤੱਕ ਵੀ ਨਹੀਂ। ਮੈਂ ਮੇਰੇ ਖਿਆਲ ਫਰਸਟ ਪਰਸਨ ਸੀ ਜਿਹੜੀ PTV ਦੇ ਪਲੇਜ਼ ਨਾਲ ਜੁੜੀ, ਜਿੱਥੋਂ ਸਮਝ ਆਈ ਕਿ ਗਹਿਰਾਈ ਕੀ ਹੁੰਦੀ ਹੈ ਇਸ ਮਾਧਿਅਮ ਦੀ। ਜਾਂ ਫਿਰ ਨੈਸ਼ਨਲ ਅਵਾਰਡ ਵਿਨਿੰਗ ਮੂਵੀ ਆਉਂਦੀ ਸੀ ਦੁਪਹਿਰੇ 1:30 ਵਜੇ, ਉਹ ਦੇਖਣੀ ਵਿਦ ਸਬਟਾਈਟਲਸ, ਉਹਨਾਂ ਚੀਜ਼ਾਂ ਨੂੰ ਸਮਝਣ ਦੀ ਕੁਵਤ ਪੈਦਾ ਹੋਈ। ਘਰ 'ਚ ਮਾਹੌਲ ਨਹੀਂ ਸੀ, ਲੇਕਿਨ ਮੈਨੂੰ ਮਾਣ ਹੈ ਕਿ ਪਿਛਲੇ 1.5 ਸਾਲ ਦੌਰਾਨ ਮੇਰੇ ਮਿਡ 70s ਦੇ ਵਿੱਚ ਮੇਰੇ ਰਿਟਾਇਰਡ ਲਾਈਫ ਗੁਜ਼ਾਰ ਰਹੇ ਫਾਦਰ ਸਾਹਿਬ ਨੂੰ ਮੈਂ ਸਾਹਿਤ ਵੱਲ ਲਗਾ ਦਿੱਤਾ। ਪਿਛਲੇ 1 ਮਹੀਨੇ ਦਾ ਉਹਨਾਂ ਦਾ ਰਿਕਾਰਡ ਹੈ ਕਿ ਉਹਨਾਂ ਨੇ 4 ਕਿਤਾਬਾਂ ਪੜ੍ਹ ਲਈਆਂ। ਘਰ 'ਚ ਛੋਟੀ ਲਾਇਬ੍ਰੇਰੀ ਸੀ, ਹਮੇਸ਼ਾ ਮੈਂ ਕਿਹਾ ਵੀ ਕਰਦੀ ਸੀ ਕਿ ਤੁਸੀਂ ਪੜ੍ਹੋ, ਔਰ ਉਸ ਦਾ ਰੀਜ਼ਨ ਇਹ ਸੀ ਕਿ ਉਹਨਾਂ ਨੇ ਰੇਡੀਓ ਤੋਂ ਸਾਹਿਤ ਨੂੰ ਸੁਣਿਆ, ਉਹਨਾਂ 'ਚ ਦਿਲਚਸਪੀ ਪੈਦਾ ਹੋਈ ਤੇ ਉਹ ਕਿ ਅੱਜ ਕਿਤਾਬਾਂ ਪੜ੍ਹ ਰਹੇ ਨੇ। ਸੋ ਅਗਲੀ ਜਨਰੇਸ਼ਨ ਬਾਰੇ ਵੀ ਅਸੀਂ ਜੇ ਥੋੜ੍ਹਾ ਜਿਹਾ ਉਹਨਾਂ ਦੇ ਐਂਗਲ ਤੋਂ ਦੇਖੀਏ, ਜੇ ਪਿਛਲੀ ਜਨਰੇਸ਼ਨ ਜਿਹੜੀ ਬਿਲਕੁਲ ਕਦੇ ਜਿਹਨੇ ਕਿਤਾਬ ਨਹੀਂ ਸੀ ਪੜ੍ਹੀ ਸਾਹਿਤ ਦੀ, ਅਗਰ ਉਹ ਪੜ੍ਹਨੇ ਸ਼ੁਰੂ ਹੋ ਗਏ ਨੇ ਤਾਂ ਅਗਲੇ ਵੀ ਇਸ ਮਾਧਿਅਮ ਨਾਲ ਜੁੜ ਕੇ ਬਹੁਤ ਪੜ੍ਹ ਸਕਦੇ ਨੇ। ਮੇਰੇ ਮਨ 'ਚ ਕਦੋਂ ਦਾ ਸੀਗਾ ਕਿ ਮੈਂ ਕੁਝ ਨਾ ਕੁਝ ਕਰਾਂ, ਤਾਂ ਇਹ ਸਬਬ ਵੀ ਸੀਗਾ ਧਰਮਿੰਦਰ ਔਲਖ ਹੋਰਾਂ ਨੇ ਇੱਕ ਵਾਰੀ ਜਦੋਂ ਇਹ ਰਾਗ ਕੱਢਦੇ ਸੀਗਾ, ਔਰ ਇੰਦਰਜੀਤ ਪੁਰੇਵਾਲ ਹੋਣੀ ਆਪਣੇ ਪਿਤਾ ਜੀ ਦੇ ਜਿਹੜਾ ਸੀਗਾ ਉਹ ਫੰਕਸ਼ਨ ਕਰਦੇ ਸੀਗੇ, ਤਾਂ ਉਸ ਗੱਲ ਨੇ ਮੈਨੂੰ ਇੱਕ ਹੁੱਜ ਜੀ ਮਾਰੀ ਕਿ ਫਿਰ ਉਹ ਜਿਹੜੀ ਗੱਲ ਦਿਮਾਗ 'ਚ ਸੀਗੀ, ਉਹਨੇ ਉਸ ਗੱਲ ਨੇ ਮੈਨੂੰ ਹੁੱਜ ਜੀ ਮਾਰੀ ਕਿ ਮੈਨੂੰ ਕੁਝ ਕਰਨਾ ਚਾਹੀਦਾ। ਫਿਰ ਮੈਂ ਆਪਣੇ ਸਾਰੇ ਪਰਿਵਾਰ ਨਾਲ ਸਲਾਹ ਜਿਹੜੀ ਸੀਗੀ ਉਹ ਕੀਤੀ, ਤਾਂ ਬਹੁਤ ਸਾਰਿਆਂ ਨੇ ਜਿਹੜਾ ਇਹਨੂੰ ਐਪਰੀਸ਼ੀਏਟ ਜਿਹੜਾ ਆ ਉਹ ਕੀਤਾ ਇਸ ਗੱਲ ਨੂੰ। ਤਾਂ ਫਿਰ ਅਸੀਂ ਇਨਾਮ ਜਿਹੜਾ ਹੈ ਉਹ ਸ਼ੁਰੂ ਕੀਤਾ, ਔਰ ਇਹਦਾ ਸਹਿਯੋਗ ਜਿਹੜਾ ਸੀਗਾ ਸਾਨੂੰ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਮਿਲਦਾ ਰਿਹਾ। ਔਰ ਚੇਤਨ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਨੂੰ ਐਂ ਲੱਗਦਾ ਆ ਕਿ ਅਜੇ ਤਨਵੀਰ ਜਿਹੜਾ ਉਹ ਮੇਰੇ ਬਾਪ ਦਾ ਸਕਾ ਪੁੱਤ ਆ, ਵੀ ਉਹਨੂੰ ਜ਼ਿਆਦੀਆਂ ਕਹਾਣੀਆਂ ਦਾ ਮੇਰੇ ਨਾਲੋਂ ਪਤਾ ਹੁੰਦਾ ਆ। ਤਾਂ ਇਸ ਤਰ੍ਹਾਂ ਜਿਹੜਾ ਅੱਖਰਾਂ ਦੇ ਨਾਲ ਰਿਸ਼ਤੇ ਜੁੜ ਜਾਂਦੇ ਆ, ਤਾਂ ਉਹ ਵੀ ਅੱਜ ਦੀਪ ਦਵਿੰਦਰ ਹੋਣਾ ਨੂੰ ਪੁੱਛੀ ਜਾ ਰਿਹਾ ਸੀ ਕਿ ਕੋਈ ਪ੍ਰੋਗਰਾਮ 'ਚ ਕਸਰ ਨਹੀਂ ਰਹਿਣੀ ਚਾਹੀਦੀ, ਵਧੀਆ ਹੋ ਜੇ। ਮਤਲਬ ਜਿਹੜੇ ਇਸ ਤਰ੍ਹਾਂ ਵੀ ਤੁਹਾਡੇ ਨਾਲ ਰਿਸ਼ਤੇ ਜਿਹੜੇ ਆ ਤੁਹਾਡੇ ਨਾਲ ਜੁੜਦੇ ਹੈਗੇ ਆ। ਤਾਂ ਜਿਹੜੀ ਚੋਣ ਪ੍ਰਕਿਰਿਆ ਦੀ ਇਸ ਵਾਰੀ ਅਸੀਂ 3 ਜਿਊਰੀ ਮੈਂਬਰ ਸੀਗੇ ਸਾਡੇ, ਔਰ ਪਿਛਲੀ ਵਾਰੀ ਵੀ 3 ਜਿਊਰੀ ਮੈਂਬਰ ਸੀ। ਔਰ ਉਹਦੇ ਵਿੱਚ ਜਿਹੜਾ ਪਹਿਲਾ, ਕਿਉਂਕਿ ਇਹ ਔਖਾ ਕੰਮ ਹੈ ਅਤੇ ਪਹਿਲਾਂ ਅਸੀਂ ਸ਼ੁਰੂ ਤੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੰਦੇ ਹਾਂ, ਤਾਂ ਉਹਦੇ ਵਿੱਚ ਸਾਡੇ ਪ੍ਰਭਜੋਤ ਮੈਡਮ ਨੇ, ਸਾਰੀਆਂ ਹੀ ਲਾਇਬ੍ਰੇਰੀਅਨ ਨੇ ਔਰ ਉਹ ਸਾਰੀਆਂ ਹੀ ਕਿਤਾਬਾਂ ਬਹੁਤ ਪੜ੍ਹਦੇ ਨੇ। ਔਰ ਉਹਦੇ ਵਿੱਚ ਨਾ ਮੈਂ ਇੱਕ ਤਾਂ ਆਲੋਚਕ ਹੈਗੇ, ਇੱਕ ਪਾਠਕ ਵਰਗ ਹੈਗਾ, ਇੱਕ ਕਹਾਣੀਕਾਰ ਵਰਗ ਹੈ, ਔਰ ਉਹਨਾਂ ਕੋਲ ਗਾਹੇ ਬਗਾਹੇ ਪੁੱਛਦੇ ਰਹੀਦਾ ਹੈ ਕਿ ਕਿਹੜੀ ਕਿਤਾਬ ਤੁਹਾਨੂੰ ਚੰਗੀ ਲੱਗੀ ਹੈ। ਇਸ ਤਰ੍ਹਾਂ ਦੀ ਫੀਡਬੈਕ ਵੀ ਹੁੰਦੀ ਹੈ। ਤਾਂ ਫਿਰ ਇਸ ਵਾਰੀ ਜਿਹੜਾ ਸੀਗੀਆਂ ਉਹ ਕਿਤਾਬਾਂ ਮੇਰੇ ਕੋਲ 20 ਕੁ ਪਹੁੰਚੀਆਂ ਸੀਗੀਆਂ, 20 ਕਿ 18 ਸ਼ਾਇਦ। ਤਾਂ ਉਹਦੇ ਵਿੱਚੋਂ ਫਿਰ ਕਈ ਵਾਰੀ ਥੋੜ੍ਹੀਆਂ ਬਹੁਤੀਆਂ ਗੱਲਾਂ, ਵੇਖੋ ਸਾਰੇ ਵਧੀਆ ਲਿਖਦੇ ਆ ਹੈ ਨਾ, ਅਤੇ ਔਖਾ ਕੰਮ ਬਹੁਤ ਜ਼ਿਆਦਾ ਹੁੰਦਾ ਆ, ਅਤੇ ਜਿਨ੍ਹਾਂ ਨੂੰ ਕਈ ਵਾਰੀ ਵੇਖੋ ਨਾਰਾਜ਼ਗੀ ਵੀ ਹੁੰਦੀ ਹੈ ਕਿ ਅਸੀਂ ਕਿੱਧਰੋਂ ਘੱਟ ਸੀਗੇ ਹੈ ਨਾ,
ਤੇ ਇਹ ਕਈ ਵਾਰੀ ਮਤਲਬ ਵੀ ਇਹ ਜਿਹੜੇ ਨਾਮ ਸ਼ੁਰੂ ਕਰਦੇ ਆ ਉਹਨਾਂ ਦੇ ਉੱਤੇ ਕਈ ਵਾਰੀ ਗੱਲਾਂ ਮਹੀਨੇ ਵਾਂਗੂ ਵੀ ਵੱਜਦੀਆਂ ਆ। ਚਲੋ ਫਿਰ ਵੀ ਆਪਾਂ ਨੂੰ ਚੱਲਣਾ ਚਾਹੀਦਾ ਹੈ ਆਪਣੇ ਆਪ ਨੂੰ ਪਾਕ ਸਾਫ਼ ਰੱਖ ਕੇ, ਕਿ ਮੈਨੂੰ ਪਤਾ ਆ ਕਿ ਆ ਜਿਹੜੀਆਂ 2 ਕਿਤਾਬਾਂ ਹਨ ਇਹ ਕਿਵੇਂ ਉਹਨਾਂ ਨਾਲੋਂ ਵੱਖਰੀਆਂ ਸੀਗੀਆਂ। ਔਰ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਜਿਵੇਂ ਮੈਨੂੰ, ਚਲੋ ਮੈਂ ਕਹਾਣੀ ਦੀ ਪਾਠਕ ਹਾਂ, ਕਹਾਣੀ ਲਿਖਦੀ ਵੀ ਹਾਂ ਥੋੜ੍ਹੀ ਬਹੁਤ ਜੋ ਵੀ ਹੈ, ਔਰ ਕਹਾਣੀ ਪੜ੍ਹਾਉਂਦੀ ਵੀ ਹਾਂ, ਕਹਾਣੀ ਦੇ ਉੱਪਰ ਮੇਰਾ ਕੰਮ ਹੈਗਾ ਆ। ਅਤੇ ਇਸ ਲਈ ਮੈਨੂੰ ਕਹਾਣੀ ਪੜ੍ਹਨੀ ਵੀ ਆਉਂਦੀ ਹੈ, ਖੁਦ ਵੀ ਮੈਂ ਕਿਤਾਬਾਂ ਪੜ੍ਹਦੀ ਹੈਗੀ ਕਹਾਣੀਆਂ ਦੀਆਂ। ਔਰ ਉਹਦੇ ਵਿੱਚੋਂ ਫਿਰ ਵੇਖੋ ਜਿਵੇਂ ਧਾਲੀਵਾਲ ਮੈਮ ਕਹਿ ਰਹੇ ਸੀ ਕਿ ਕਹਾਣੀ ਹੁਣ ਉਸ ਤਰ੍ਹਾਂ ਦੀ ਨਹੀਂ ਰਹੀ, ਜਿਵੇਂ ਦਾ ਮਾਹੌਲ ਬਦਲਦਾ ਹੈ, ਜਿਵੇਂ ਦੀਆਂ ਸਾਡੀਆਂ ਜਿਹੜੀਆਂ ਸਥਿਤੀਆਂ ਹਨ ਉਹ ਦਲਬੀਰ ਚੇਤਨ ਹੋਰਾਂ ਵਰਗੀਆਂ ਨਹੀਂ ਹਨ, ਸਾਡੀਆਂ ਸਥਿਤੀਆਂ ਕੁਝ ਹੋਰ ਹਨ, ਵਰਿਆਮ ਸੰਧੂ ਹੋਰਾਂ ਵਰਗੀਆਂ ਨਹੀਂ ਹਨ, ਸਾਡੀਆਂ ਸਥਿਤੀਆਂ ਕੁਝ ਹੋਰ ਹਨ। ਔਰ ਉਹਨਾਂ ਨੇ ਵੀ ਉਸ ਸਮੇਂ ਬਹੁਤ ਸੋਹਣੀਆਂ ਕਹਾਣੀਆਂ ਲਿਖੀਆਂ। ਕਿਰਪਾਲ ਗਸਾਕ ਹੋਰਾਂ ਦੀ ਪਾਣੀ ਦੀ ਕੰਧ ਜਿਹੜੀ ਹੈ ਕਹਾਣੀ ਮੈਨੂੰ ਅੱਜ ਤੱਕ ਜਿਹੜੀ ਹੈ ਚੇਤਿਆਂ 'ਚ ਬਹਿ ਜਾਣ ਵਾਲੀ ਕਹਾਣੀ ਹੈ। ਇਸੇ ਤਰ੍ਹਾਂ ਦਲਬੀਰ ਚੇਤਨ ਹੋਰਾਂ ਦੀ ਕਹਾਣੀ ਓਲਾ ਕਹਾਣੀ, ਜਿਵੇਂ ਉਹ ਗੁਰਚਰਨ ਕੌਰ ਥਿੰਦ ਕਹਿੰਦੇ ਹੈ ਕਿ ਮੈਨੂੰ ਕਈ ਵਾਰੀ ਬਹੁਤ ਹੁੰਦਾ ਆ, ਸਾੜਾ ਹੁੰਦਾ ਆ, ਤਾਂ ਮੈਨੂੰ ਵੀ ਕਈ ਵਾਰੀ ਹੁੰਦਾ ਆ ਕਿ ਅਸੀਂ ਵੀ ਉਸ ਤਰ੍ਹਾਂ ਦੀਆਂ ਸੋਹਣੀਆਂ ਕਹਾਣੀਆਂ ਜਿਹੜੀਆਂ ਲਿਖੀਆਂ। ਇਸੇ ਤਰ੍ਹਾਂ ਮੈਂ ਪਿੱਛੇ ਜਿਹੇ ਇਹਨਾਂ ਦੀ ਉਹ ਕਹਾਣੀ ਮੇਰੇ ਕੋਲ ਆਈ, ਮੈਨੂੰ ਲੱਗਦਾ ਪਬਲਿਸ਼ ਨਹੀਂ ਹੋਈ ਕਿਤੇ, ਅਲੇਹਾ ਕਹਾਣੀ ਇਹਨਾਂ ਦੀ ਆਈ ਆਪਣੇ ਗੁਰਮੀਤ ਘੜਿਆਲਵੀ ਦੀ। ਉਹ ਵੱਖਰੀ ਸ਼ੇਡ ਹੈਗੀ ਹੈ ਕਿ ਉਹ ਕਹਿੰਦੀ ਹੈ ਕਿ ਮੈਂ ਆਪਣੀ ਯੂਨੀਵਰਸ ਜਿਹੜਾ ਇਹ ਮੇਰਾ ਯੂਨੀਵਰਸ ਹੈ। ਤਾਂ ਉਹ ਜਿਹੜਾ ਇੰਨਾ ਜਾਤ ਪਾਤ ਜਿਹੜਾ ਹੈ ਅੰਦਰ ਸਾਡੇ ਕੋਣ ਤੱਕ ਜਿਹੜਾ ਹੈ ਉਹ ਬੈਠਾ ਹੋਇਆ, ਕਿ ਉਹ ਕਹਿੰਦੀ ਕਿ ਜਿਹੜਾ ਕਹਾਣੀ ਦੀ ਪਾਤਰ ਕਹਿੰਦੀ ਹੈ ਕਿ ਬੰਦਾ ਤਾਂ ਮੂੰਹ ਮੱਥੇ ਲੱਗਦਾ ਹੋਵੇ ਨਾ, ਤੇ ਵੀ ਐਵੇਂ ਕਾਲਾ ਪੀਲਾ ਜਿਹਾ ਕੋਈ ਵੀ ਐਵੇਂ ਬੱਚਾ ਜਿਹੜਾ ਉਹਦੇ 'ਤੇ ਨਾ ਚਲੇ ਜਾਵੇ। ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਹਨ ਸਾਡੇ ਅੰਦਰ ਜਿਹੜੀਆਂ ਵੱਖ-ਵੱਖ ਸ਼ੇਡਸ ਜਿਹੜੀਆਂ ਹਨ ਉਹ ਕਹਾਣੀਆਂ ਜਿਹੜੀਆਂ ਲੈ ਕੇ ਆਉਂਦੀਆਂ ਹਨ। ਔਰ ਇਸੇ ਤਰ੍ਹਾਂ ਸੁਖਪਾਲ ਥਿੰਦ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ, ਸਾਂਝਾਂ ਦੀ ਸ਼ਤਰੰਜ ਇਹਨਾਂ ਦੀ ਮੈਂ ਕਹਾਣੀ ਪੜ੍ਹੀ, ਔਰ ਫੁੱਲਾਂ ਦੀ ਫਸਲ ਕਹਾਣੀ ਹੈਗੀ ਆ। ਔਰ ਇਸੇ ਤਰ੍ਹਾਂ ਮੁਖਤਿਆਰ ਗਿੱਲ ਹੋਰਾਂ ਦੀਆਂ ਤਾਂ ਬਹੁਤ ਸਾਰੀਆਂ ਕਹਾਣੀਆਂ ਪੜ੍ਹ ਕੇ ਅਸੀਂ ਵੱਡੇ ਹੋਏ ਹਾਂ, ਔਰ ਇਹਨਾਂ ਦੀਆਂ ਕਹਾਣੀਆਂ ਨੂੰ ਹਰ ਕਹਾਣੀ ਦੇ ਅੱਖਰ ਅੱਗੇ ਅਸੀਂ ਨਤਮਸਤਕ ਹੈਗੇ ਹਾਂ। ਔਰ ਜਿਹੜੀ ਸਿਰਜਣ ਪ੍ਰਕਿਰਿਆ ਦੀ ਜਿਹੜੀ ਚੋਣ ਪ੍ਰਕਿਰਿਆ ਹੀ ਸੀਗੀ ਕਿ ਨਿਊਨੈਸ, ਨਵੇਂ ਵਿਸ਼ੇ ਜਾਂ ਨਵੀਂ ਗੱਲ ਕਿਹੜੀ ਹੈਗੀ ਹੈ ਨਾ, ਕੁਝ ਗੱਲਾਂ ਜਿਹੜੀਆਂ ਹਨ ਕਿ ਉਹ ਨਵੀਂ, ਜੇ ਅੱਜ ਦਾ ਮਤਲਬ ਜੇ ਸਾਡੀਆਂ ਸਥਿਤੀਆਂ ਬਦਲ ਗਈਆਂ ਤਾਂ ਗੱਲਾਂ ਵੀ ਬਦਲਣਗੀਆਂ। ਤਾਂ ਇਸੇ ਤਰ੍ਹਾਂ ਲੈਂਗੁਏਜ, ਰਿਚਨੈਸ ਆਫ ਲੈਂਗੁਏਜ ਜਿਹੜੀ ਹੈ ਕਿ ਇੱਕ ਪਾਤਰ ਜਿਹੜਾ ਹੈ ਕਿ ਸਾਰੇ ਪਾਤਰ ਇੱਕੋ ਜਿਹੇ ਥੋੜ੍ਹੇ ਬੋਲਦੇ ਹੁੰਦੇ ਆ ਨਾ, ਵੱਖਰੀਆਂ ਵੱਖਰੀਆਂ ਗੱਲਾਂ। ਹੁਣ ਸਾਡੇ ਕਈ ਵਾਰੀ ਸਮਕਾਲੀ ਕਹਾਣੀਕਾਰ ਖੁਸਰਾ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਜਾ ਤੇਰੀ ਬੋਲੀ ਲੋਕ ਤੇਰੀ ਉਮਰ ਲੋਕ ਗੀਤ ਜਿੱਡੀ ਲੰਬੀ ਹੋਵੇ। ਤੇ ਜੇ ਕੋਈ ਕਹਾਣੀਕਾਰ ਇਸ ਤਰ੍ਹਾਂ ਦੀ ਗੱਲ ਪਾ ਦਿੰਦਾ ਆ ਤਾਂ ਉਹ ਹਾਸੋਹੀਣੀ ਦੀ ਜਿਹੜੀ ਗੱਲ ਹੈ ਉਹ ਹੋ ਜਾਂਦੀ ਹੈ। ਤਾਂ ਇੱਥੇ ਜੇ ਕਈ ਵਾਰੀ ਨਾ ਅਸੀਂ ਖਾ ਜਾਂਦੇ ਹਾਂ। ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੀ ਹਾਂ, ਰਿਚਨੈਸ ਆਫ ਲੈਂਗੁਏਜ, ਇਸੇ ਤਰ੍ਹਾਂ ਜਿਹੜੀ ਨਿਊਨੈਸ ਮੈਂ ਗੱਲ ਕੀਤੀ ਹੈਗੀ ਹੈ, ਤਾਂ ਫਿਰ ਕੁਝ ਨਵਾਂ ਜਿਹੜਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਆਧਾਰ ਜਿਹੜੇ ਅਸੀਂ ਬਣਾ ਲੈਂਦੇ ਹਾਂ। ਔਰ ਮੈਂ ਜਦੋਂ ਜਿਊਰੀ ਮੈਂਬਰ ਸੀਗੇ ਔਰ ਅਸੀਂ ਆਤਮ ਰੰਧਾਵਾ ਹੋਣੀ ਮੇਰੇ ਨਾਲ ਸੀ ਢਾਹਾਂ ਵਾਲੇ, ਤਾਂ ਉਹਦੇ ਵਿੱਚ ਇੱਕ ਨਾ ਸਾਰਿਆਂ ਨੂੰ ਹੁੰਦਾ ਵੀ ਸਾਡੀ ਕਿਤਾਬ ਕਿਉਂ ਨਹੀਂ ਆਈ, ਸਾਡੀ ਕਿਤਾਬ ਕਿਉਂ ਨਹੀਂ ਆਈ। ਤਾਂ ਉਹ ਮੈਨੂੰ ਕਿਸੇ ਨੇ, ਉਹਨਾਂ ਦੀ ਵੀ ਕਿਤਾਬ ਸੀ, ਮੈਸੇਜ ਕੀਤਾ ਕਿ ਤੁਸੀਂ ਮੇਰੀ ਕਿਤਾਬ ਪੜ੍ਹੀ ਨਹੀਂ। ਤਾਂ ਮੈਂ ਨਾ ਉਹਨਾਂ ਨੂੰ ਕਿਹਾ ਪੜ੍ਹੀ ਸੀ ਕਿਤਾਬ, ਔਰ ਆਤਮ ਹੋਣਾ ਨੂੰ ਪਤਾ ਸੀ ਕਿਵੇਂ ਨਿੱਠ ਕੇ ਕਿਤਾਬਾਂ ਪੜ੍ਹਦੇ ਸੀ। ਔਰ ਮੈਂ ਉਹਨੂੰ ਕਿਹਾ ਕਿ ਉਹਨਾਂ ਨੇ ਨਾ ਵੇਖੋ ਇਹ ਕਿਸੇ ਦੀ ਗਲਤੀ ਨਹੀਂ ਹੁੰਦੀ। ਮੇਰੇ ਕੋਲ ਤਾਂ ਤਜਿੰਦਰ ਬਾਵਾ ਜੀ ਹੈਗੇ ਸੀਗੇ, ਇਹਨਾਂ ਨੇ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਮੇਰੇ ਕੋਲ ਵੀ ਗਲਤੀਆਂ ਰਹਿ ਗਈਆਂ ਇਹ ਸੁਧਾਰ ਦਿੰਦੇ ਸੀਗੇ। ਉਹ ਕਹਿੰਦਾ ਕਿ ਉਹਨੂੰ ਵੇਖ ਕੇ ਕਹਿਣਾ ਤੇ ਲਿਖਣਾ ਇਹ ਸੀ, ਉਹਨੂੰ ਵੇਖ ਕੇ ਮੈਨੂੰ ਤਸੱਲੀ ਹੋ ਗਈ। ਉਹਦੇ ਲਿਖਿਆ ਉਹਨੂੰ ਵੇਖ ਕੇ ਮੈਨੂੰ ਤਸੱਲੀ ਹੋ ਗਈ। ਹੁਣ ਤਸੱਲੀ ਸੈਟਿਸਫੈਕਸ਼ਨ ਆ, ਤਸੱਲੀ ਸਾਡਾ ਯੂਟੈਂਸਲਸ ਹੈ। ਉਹ ਵਾਕ ਜਿਹੜਾ ਖਰਾਬ ਕਰ ਗਿਆ ਨਾ ਕਹਾਣੀ ਨੂੰ, ਮੈਂ ਫਿਰ ਉਹਨੂੰ ਕਿਹਾ ਕਿ ਤੁਹਾਨੂੰ ਨਾ ਤਸੱਲੀ ਤੇ ਤਸੱਲੀ ਜਿਹੜੀ ਤੁਸੀਂ ਵੇਖੋ ਮੈਂ ਪੜ੍ਹੀ ਹੈ, ਮੈਂ ਤੁਹਾਡੇ ਵਾਕ ਵੀ ਦੱਸ ਦਿੰਦੀ ਹਾਂ। ਫਿਰ ਉਹਨਾਂ ਦਾ ਕੋਈ ਮੈਨੂੰ ਮੈਸੇਜ ਨਹੀਂ ਆਇਆ। ਮਤਲਬ ਅਸੀਂ ਕਈ ਵਾਰੀ ਨਾ ਇਸ ਤਰ੍ਹਾਂ ਕਰ ਲੈਂਦੇ ਹਾਂ, ਅਤੇ ਇਹ ਸਾਰਾ ਕੁਝ ਜਿਹੜਾ ਉਹ ਚੱਲਦਾ ਰਹਿੰਦਾ ਹੈਗਾ। ਔਰ ਕੋਸ਼ਿਸ਼ ਕਰਦੇ ਹਾਂ ਕਿ ਕਹਾਣੀਆਂ ਜਿਹੜੀਆਂ ਆ, ਵੇਖੋ ਸਾਡਾ ਇੱਕ ਸਾਹਿਤਕ ਪਰਿਵਾਰ ਹੈ,
ਔਰ ਕਹਾਣੀਆਂ ਜਦੋਂ ਆਉਂਦੀਆਂ ਹਨ ਸਾਰੇ ਅਸੀਂ ਇੱਕ ਦੂਜੇ ਨਾਲ ਵਬਸਤਾ ਹੈਗੇ ਆ, ਫਿਰ ਅਸੀਂ ਉਹਨਾਂ ਦੇ ਚਿਹਰੇ ਭੁੱਲ ਜਾਂਦੇ ਹਾਂ, ਅਸੀਂ ਸਿਰਫ ਉਹਨਾਂ ਨੂੰ ਕਹਾਣੀਆਂ ਨੂੰ ਹੀ ਵੇਖਦੇ ਹਾਂ। ਭਾਵੇਂ ਤ੍ਰਿਪਤਾ ਕੇ ਸਿੰਘ ਮੇਰੀ ਬਹੁਤ ਚੰਗੀ ਸਹੇਲੀ ਹੈ, ਜੇ ਇਹਦੀ ਕਿਤਾਬ ਚੰਗੀ ਨਾ ਹੁੰਦੀ ਤਾਂ ਭਾਵੇਂ ਜੋ ਮਰਜ਼ੀ ਹੁੰਦਾ ਤਾਂ ਇਹਦੀ ਕਿਤਾਬ ਨੂੰ ਅਸੀਂ ਇਨਾਮ ਨਹੀਂ ਦੇਣਾ ਸੀਗਾ। ਔਰ ਇਸੇ ਤਰ੍ਹਾਂ ਦੀ ਸੋਚ ਲੈ ਕੇ ਚੱਲੇ ਹਾਂ ਔਰ ਚੱਲਦੇ ਰਹਾਂਗੇ। ਇੰਨੀ ਕੁ ਮੇਰੀ ਗੱਲ। ਜਿਹੜੇ ਸਨਮਾਨ ਹੋ ਰਹੇ ਆ, ਅਸੀਂ ਸਾਰੇ ਇਹ ਜਿਹੜੀਆਂ ਹਸਤੀਆਂ ਨੇ ਸਨਮਾਨਿਤ, ਇਹਨਾਂ ਦੇ ਨਾਲ ਜੁੜੇ ਆ। ਜਿਹੜਾ ਸਨਮਾਨ ਕਰ ਰਿਹਾ ਉਸ ਪਰਿਵਾਰ ਦੇ ਨਾਲ ਜੁੜੇ ਆ। ਭਾਜੀ ਮੁਖਤਾਰ ਗਿੱਲ ਹੋਰਾਂ ਦੇ ਨਾਲ ਅਸੀਂ ਜਿਉਂ 1988 ਤੋਂ ਜੁੜੇ, ਜਦੋਂ ਕਿ ਮੈਂ 10ਵੀਂ ਜਮਾਤ ਦਾ ਵਿਦਿਆਰਥੀ ਸਾਂ, ਅਤੇ ਦਲਬੀਰ ਚੇਤਨ ਹੋਰੀ ਆ ਜਾਂ ਡਾਕਟਰ ਜੋਗਿੰਦਰ ਕੈਰੋਂ ਸੀ ਜਾਂ ਪਰਮਿੰਦਰ ਜੀ ਹੋਣੀ, ਸਾਰੇ ਹੀ ਉੱਥੇ ਪ੍ਰੀਨਗਰ ਦੇ ਵਿੱਚ ਮੈਨੂੰ ਮਿਲੇ, ਸਾਰਿਆਂ ਨਾਲ ਮੁਲਾਕਾਤਾਂ ਹੋਈਆਂ। ਉਸੇ ਦੌਰ ਦੇ ਦਰਮਿਆਨ ਹੀ ਬਲਬੀਰ ਪਰਵਾਨਾ ਹੋਰਾਂ ਨੇ ਮੈਨੂੰ ਕਿਹਾ ਨਵਾਂ ਜ਼ਮਾਨਾ ਵਾਸਤੇ ਵੀ ਤੂੰ ਕੁਝ ਲੇਖਕਾਂ ਦੀਆਂ ਯਾਰ ਇੰਟਰਵਿਊਆਂ ਕਰ। ਉਹ ਮੈਨੂੰ ਨਾਂ ਦੱਸਦਾ ਹੁੰਦਾ ਸੀ, ਔਰ ਮੈਨੂੰ ਅਫਸੋਸ ਆ ਵੀ ਕੁਝ ਬੰਦੇ ਜਿਹੜੇ ਆ ਮੇਰੀ ਅਣਗਹਿਲੀ ਕਰਕੇ ਉਹ ਰਹਿ ਗਏ, ਔਰ ਬੰਦਿਆਂ ਦੀ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਮੈਂ ਇੰਟਰਵਿਊ ਨਾ ਕਰ ਸਕਿਆ। ਪਰ ਉਸ ਦੌਰ ਦੇ ਵਿੱਚ ਹੀ ਮੈਂ 2002 ਦੇ ਵਿੱਚ ਦਲਬੀਰ ਚੇਤਨ ਹੋਰਾਂ ਦੀ ਇੰਟਰਵਿਊ ਕੀਤੀ। ਮੇਰਾ ਬੇਟਾ ਉਸ ਦਿਨ ਹਸਪੀਟਲ ਦੇ ਵਿੱਚ ਦਾਖਲ ਸੀ ਅਤੇ ਮੈਂ ਹਸਪਤਾਲ ਦਾਖਲ ਕਰਵਾ ਕੇ ਮੈਂ ਚਲੇ ਗਿਆ। ਮੈਂ ਕਿਹਾ ਬਈ ਚੇਤਨ ਜੀ ਆਹ ਮਸਲਾ ਵਾ ਬਈ ਇਹ ਬੱਚਾ ਤਾਂ ਦਾਖਲ ਹੈ ਹਸਪਤਾਲ, ਪਰ ਮੇਰੇ ਕੋਲ ਟਾਈਮ ਹੈਗਾ ਸੀ, ਮੈਸੇਜ ਮੇਰੀ ਉੱਥੇ ਆ ਅਤੇ ਇੰਟਰਵਿਊ ਕਰ ਲਈ। ਕਹਿੰਦਾ ਯਾਰ ਇਹ ਕਿਹੜੀ ਗੱਲ ਸੀ, ਇੰਟਰਵਿਊ ਬਾਅਦ 'ਚ ਵੀ ਕਿਸੇ ਵੇਲੇ ਹੋ ਸਕਦੀ ਸੀ ਅਤੇ ਤੂੰ ਬੱਚੇ ਦਾ ਧਿਆਨ ਰੱਖਣਾ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜੀ, ਉਹ ਹੋ ਜਾਏਗਾ ਸਾਰੀ ਗੱਲਬਾਤ। ਅਤੇ ਅਸੀਂ ਮਤਲਬ 2-3 ਦਿਨ ਦੇ ਵਿੱਚ ਥੋੜ੍ਹਾ ਕੰਮ ਕਰਕੇ ਅਤੇ ਉਹ ਇੰਟਰਵਿਊ ਕੀਤੀਆਂ। ਉਹ ਚਲੋ ਖੁਸ਼ਕਿਸਮਤੀ ਆ ਕਿ ਇਸ ਪਰਿਵਾਰ ਨੂੰ ਜੇ ਸਰਗੀ ਨੇ ਜ਼ਿਕਰ ਵੀ ਕੀਤਾ ਵਾ ਅਜੇ ਤਨਵੀਰ ਹੋਣਾ ਦਾ, ਬੜਾ ਵੱਡਾ ਉਹਦਾ ਵੀ ਮੈਂ ਕਹਿੰਦਾ ਵੀ ਸ਼ੁਰੂ ਕਰਵਾਉਣ ਵਾਲਿਆਂ ਦੇ ਵਿੱਚ ਉਹਦੀ ਬੜੀ ਹੌਸਲਾ ਅਫਜ਼ਾਈ, ਉਹਨੇ ਇਹਨੂੰ ਉਤਸ਼ਾਹਿਤ ਕੀਤਾ ਸਰਗੀ ਨੂੰ। ਇਹ ਸਰਗੀ ਇਸ ਗੱਲ ਨੂੰ ਵੀ ਮੰਨਦੀ ਆ, ਔਰ ਹਰ ਵੇਲੇ ਉਹ ਜਦੋਂ ਵੀ ਮੇਰੇ ਨਾਲ ਦੂਜੇ ਚੌਥੇ ਦਿਨ ਉਹਦੀ ਤਨਵੀਰ ਦੀ ਗੱਲ ਹੁੰਦੀ ਆ ਅਤੇ ਉਹ ਸਰਗੀ ਦਾ ਪੁੱਛੂਗਾ ਜ਼ਰੂਰ। ਸਰਗੀ ਨਾਲ ਗੱਲ ਹੋਈ, ਤੂੰ ਉੱਥੇ ਗਿਆ, ਤੂੰ ਕਿਤਾਬਾਂ ਦੇ ਆ, ਅਤੇ ਜ਼ਿਕਰ ਉਹਦਾ ਮਤਲਬ ਇੰਨਾ ਜ਼ਿਆਦਾ ਉਹ ਪ੍ਰਭਾਵਿਤ ਆ ਚੇਤਨ ਹੋਰਾਂ ਤੋਂ, ਉਹਨਾਂ ਦੀਆਂ ਕਹਾਣੀਆਂ ਤੋਂ, ਅਤੇ ਇਸ ਪਰਿਵਾਰ ਦਾ ਹਮੇਸ਼ਾ ਜ਼ਿਕਰ ਕਰਦਾ। ਇਸੇ ਤਰ੍ਹਾਂ ਸੁਖਪਾਲ ਥਿੰਦ ਹੋਰੀ ਜਿਨ੍ਹਾਂ ਨੇ ਆਪਣੀ ਫੁੱਲਾਂ ਦੀ ਫਸਲ ਦੇ ਨਾਲ ਕਹਾਣੀਕਾਰਾਂ ਦੇ ਵਿੱਚ ਆਪਣਾ ਸਥਾਨ ਬਣਾਇਆ। ਗੁਰਮੀਤ ਕੜਿਆਲਵੀ ਦਾ ਬਹੁਤ ਨਾਮ ਆ, ਅਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਜਿਵੇਂ ਅਸੀਂ ਪੰਜਾਬੀ ਸਾਹਿਤ ਸਭਾ ਚੁਗਾਵਾਂ ਚਲਾ ਰਹੇ ਹਾਂ 1990 ਤੋਂ, ਅਤੇ ਉਹਦੇ ਵਿੱਚ ਅਸੀਂ ਇੱਕ ਕਹਾਣੀ ਦਾ ਪੁਰਸਕਾਰ ਵੀ ਦਿੰਦੇ। ਉਹਦੇ ਵਿੱਚ ਕੜਿਆਲਵੀ ਹੋਰਾਂ ਨੂੰ ਅਸੀਂ, ਭਗਵੰਤ ਰਸੂਲਪੁਰੀ ਹੋਰਾਂ ਨੂੰ, ਮੁਖਤਾਰ ਗਿੱਲ ਹੋਰਾਂ ਨੂੰ, ਤਲਵਿੰਦਰ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਸੀ। ਫਿਰ ਦੀਪ ਦਵਿੰਦਰ ਹੋਰਾਂ ਨੂੰ, ਜਿਹੜੇ ਸਾਡੇ ਕਹਾਣੀਕਾਰ ਨੇ। ਅਤੇ ਇਹੋ ਜਿਹੇ ਯਤਨ ਚਲੋ ਕਰ ਰਹੇ ਹਾਂ, ਔਰ ਮੈਂ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਵਧਾਈਆਂ ਦਿੰਦਾ, ਅਤੇ ਨਾਲ ਸਰਗੀ ਹੋਰਾਂ ਦਾ, ਇਹਨਾਂ ਦੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਵਾ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਜਿਨ੍ਹਾਂ ਦਾ ਸਨਮਾਨ ਹੋ ਰਿਹਾ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ। ਅਤੇ ਸਿਰਫ 1 ਮਿੰਟ ਹੀ ਮਿਲਿਆ, 1 ਮਿੰਟ ਦੇ ਵਿੱਚ ਤਾਂ ਇਹੀ ਕਿਹਾ ਜਾ ਸਕਦਾ ਕਿ ਜਿਵੇਂ ਮੋਚੀ ਦੀ ਨਜ਼ਰ ਹਮੇਸ਼ਾ ਜੁੱਤੀ 'ਤੇ ਜਾਂਦੀ ਨਾ, ਮੇਰੀ ਨਜ਼ਰ ਹਮੇਸ਼ਾ ਕਿਤਾਬ ਦੇ ਟਾਈਟਲ 'ਤੇ ਜਾਂਦੀ। ਕਿਆ ਬਾਤ, ਕਿਆ ਬਾਤ। ਇਹਨਾਂ ਗੁਰਮੀਤ ਕਲਿਆੜਵੀ ਅਤੇ ਸੁਖਪਾਲ ਥਿੰਦ ਦੀ ਅਗਲੇ ਐਡੀਸ਼ਨ ਜਦੋਂ ਇਹਨਾਂ ਕਿਤਾਬਾਂ ਦੀ ਛਪਣਗੇ, ਇਹਨਾਂ ਦੇ ਟਾਈਟਲ ਮੈਂ ਆਪ ਬਣਾ ਕੇ ਦੇਵਾਂਗਾ ਇਹਨਾਂ ਨੂੰ ਫ੍ਰੀ। ਬਹੁਤ ਸ਼ੁਕਰੀਆ ਜੀ। ਆਪਾਂ ਹੁਣ ਉਸ ਰਸਮ ਵੱਲ ਵੱਧ ਰਹੇ ਹਾਂ ਜਿਹਦੀ ਇੱਕ ਵਾਰੇ ਕੋਈ ਪਰਿਵਾਰ ਉਡੀਕ ਕਰਦਾ ਅਤੇ ਜਦੋਂ ਅਨਾਉਂਸ ਹੋ ਜਾਂਦਾ ਅਤੇ ਫਿਰ ਸਾਹਿਤਕਾਰ ਉਡੀਕ ਕਰਦੇ ਆ। ਅੱਜ ਇਸ ਵੱਡੇ ਦਿਨ ਦੇ ਉੱਤੇ ਆਪਾਂ ਸਾਰੇ ਬੈਠੇ ਹਾਂ। ਸਭ ਤੋਂ ਪਹਿਲਾਂ ਸਾਡੇ ਵੱਡੇ ਸਮਰੱਥ ਕਹਾਣੀਕਾਰ ਦਲਬੀਰ ਚੇਤਨ ਹੋਰਾਂ ਦੀ ਪੀੜ੍ਹੀ ਦੇ, ਅਤੇ ਸਾਰੇ ਅਸੀਂ ਗੋਡੀਆਂ ਹੱਥ ਲਾ ਕੇ ਉਹਨਾਂ ਨੂੰ ਆਪਣੇ ਬਾਬਾ ਮੰਨਦੇ ਹਾਂ, ਉਸਤਾਦ ਮੰਨਦੇ ਹਾਂ। ਕਿਉਂਕਿ ਤਲਵਿੰਦਰ ਭਾ ਅਕਸਰ ਜਦੋਂ ਰਾਤ ਨੂੰ ਇੱਕ ਅੱਧਾ ਪੈਗ ਲਾ ਲੈਣਾ ਨਾ, ਕਹਿੰਦਾ ਸਿਰਫ ਗਿੱਲ ਸਾਹਿਬ ਆ ਜਿਹੜਾ ਮੈਨੂੰ ਗਾਲ ਕੱਢ ਕੇ ਕਹਿੰਦਾ ਤੂੰ ਕਹਾਣੀ ਅੱਜ ਕਿਹੜੇ ਗਈ ਆ। ਅਤੇ ਇਹ ਗਿੱਲ ਸਾਹਿਬ ਨੇ ਸਾਡੇ ਮੁਹੱਬਤੀ ਨੇ, ਸਾਰਿਆਂ ਨੂੰ ਜਾਣਦੇ ਨੇ। ਨਹੀਂ ਇਹਨਾਂ ਤੋਂ ਪਹਿਲਾਂ ਨਾ ਇੱਕ ਮੈਂ ਆਡੀਓ ਸੁਣਾਉਣੀ, ਮੈਂ ਉਹ ਕਰਦਾ, ਉੱਥੋਂ ਸ਼ੁਰੂਆਤ ਕਰਦੇ ਹਾਂ। ਅਤੇ ਇਹਨਾਂ ਦੇ ਪ੍ਰਥਾਏ, ਕਿਉਂਕਿ ਬਹੁਤ ਸਾਰੇ ਮਿੱਤਰ ਸਾਡੇ ਇਹ ਜਿਹੜੇ ਸਮਾਗਮ 'ਚ ਨਹੀਂ ਪਹੁੰਚ ਸਕੇ, ਫਿਰ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਅੱਗੇ ਆਪਾਂ ਉਹਨਾਂ ਦੀਆਂ ਜਿਹੜੇ ਸੰਦੇਸ਼ ਨੇ ਉਹ ਸੁਣਾਏ ਨੇ। ਬਹੁਤ ਸਾਰੇ ਸੰਦੇਸ਼ ਸਾਨੂੰ ਇਸ ਤਰ੍ਹਾਂ ਵੀ ਪ੍ਰਾਪਤ ਹੋਏ ਨੇ। ਇਹ ਵੀ ਇੱਕ ਇਹ
ਹਾਂ ਇਹ ਵੀ ਇੱਕ ਨਵਾਂ ਚੰਗਾ ਪ੍ਰਚਲਨ ਹੈ ਕਿ ਸਾਡਾ ਸੋਸ਼ਲ ਮੀਡੀਆ ਨੇ ਸਾਨੂੰ ਇਹ ਇੱਕ ਦੂਜੇ ਦੇ ਹੋਰ ਬਹੁਤ ਨੇੜੇ ਲੈ ਜਾਂਦਾ ਕਿ ਨਾ ਪਹੁੰਚਣ ਤੇ ਵੀ ਆਪਾਂ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਆਪਣੇ ਨਾਲ ਰੱਖਦੇ ਹਾਂ। ਡਾਕਟਰ ਰਵੀ ਰਵਿੰਦਰ ਇਹ ਆਪੇ ਬੁੱਝਣਗੇ ਕੌਣ ਹੈ। ਅੱਛਾ ਆਪਾਂ ਇੱਕ ਆਵਾਜ਼ ਕੌਣ ਬਣੇਗਾ ਕਰੋੜਪਤੀ ਹੈ ਪੇਸ਼ ਕਰਾਂਗੇ। ਮੈਂ ਨਾਮ ਨਾ ਹੀ ਲਵਾਂ ਮੇਰਾ ਖਿਆਲ ਕਿਉਂਕਿ ਉਹਨਾਂ ਨੇ ਆਪੇ ਬੁੱਝਣੀ ਕਿਉਂਕਿ ਜਿਹੜੇ ਵੱਡੇ ਬਾਬੇ ਨੇ ਇਹਨਾਂ ਕੋਲ 1000 ਆਵਾਜ਼ਾਂ ਰੋਜ਼ ਕਰਨਾ ਚਾਹੁੰਦੀਆਂ ਪਰ ਕੁਝ ਖਾਸ ਆਵਾਜ਼ਾਂ ਹੁੰਦੀਆਂ। ਉਹਨਾਂ ਆਪੇ ਵੀ ਬੋਲ ਦੇਣਾ ਹੈ। ਮੈਂ ਉਹਨਾਂ ਨੂੰ ਕਹੀ ਆਪਣਾ ਨਾਮ ਨਹੀਂ ਬੋਲਣਾ, ਕਹਿੰਦੇ ਮੈਂ ਮਜਬੂਰ ਹਾਂ ਆਪਣਾ ਨਾਮ ਬੋਲਣ। ਆਓ ਮੈਂ ਇੱਕ ਸੰਦੇਸ਼ ਭਾਜੀ ਮੁਖਤਾਰ ਗਿੱਲ ਹੋਰਾਂ ਦੇ ਨਾਮ। ਥੋੜੀ ਨਾ ਮਾਈਕ ਦੀ ਕਮੀ ਰਹਿ ਗਈ। ਦਲਬੀਰ ਚੇਤਨਾ ਕਥਾ ਪੁਰਸਕਾਰ ਸਮਾਰੋਹ 2021 ਲਈ ਜਿਹੜੇ ਕਥਾਕਾਰਾਂ ਗੁਰਮੀਤ ਕੜਿਆਲਵੀ ਅਤੇ ਸੁਖਪਾਲ ਥਿੰਦ ਹੋਰਾਂ ਨੂੰ ਇਹ ਪੁਰਸਕਾਰ ਦਿੱਤੇ ਜਾ ਰਹੇ ਨੇ, ਮੈਂ ਉਹਨਾਂ ਲਈ ਇਹਨਾਂ ਦੋਵਾਂ ਕਥਾਕਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਤੇ ਸਭ ਤੋਂ ਵੱਧ ਵਧਾਈ ਦਲਬੀਰ ਚੇਤਨ ਜੀ ਦੇ ਪਰਿਵਾਰ ਨੂੰ ਹੈ, ਖਾਸ ਤੌਰ ਤੇ ਸਰਗੀ ਭੈਣ ਨੂੰ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਹੈ ਕਾਰਜ ਤੇ ਆਪਣੇ ਆਪ 'ਚ ਇਹ ਬਹੁਤ ਵੱਡਾ ਕਾਰਜ ਹੈ। ਤੇ ਸਭ ਤੋਂ ਚੰਗਾ ਮੈਨੂੰ ਇਹ ਲੱਗਦਾ ਹੈ ਕਿ ਦਲਬੀਰ ਚੇਤਨ ਮੇਰੇ ਪਿਤਾ ਜੀ, ਮੇਰੇ ਸਹੁਰਾ ਸਾਹਿਬ ਸਤਿਕਾਰਯੋਗ ਮੁਖਤਾਰ ਗਿੱਲ ਹੋਰਾਂ ਦੇ ਦੋਸਤ ਰਹੇ ਨੇ ਤੇ ਦਲਬੀਰ ਚੇਤਨ ਹੋਰਾਂ ਦੀਆਂ ਕਹਾਣੀਆਂ ਮੈਂ ਉਦੋਂ ਪੜ੍ਹਦੀ ਹੁੰਦੀ ਸੀ ਜਦੋਂ ਮੈਂ ਯੂਨੀਵਰਸਿਟੀ ਵਿੱਚ ਸਾਂ ਜਾਂ ਵੱਖ-ਵੱਖ ਰਸਾਲਿਆਂ ਵਿੱਚ, ਬਾਅਦ 'ਚ ਵੀ ਪੜ੍ਹਦੀ ਰਹੀ ਹਾਂ ਤੇ ਬੜਾ ਚੰਗਾ ਲੱਗਦਾ ਹੈ ਕਿ ਇਹ ਦੋਸਤੀਆਂ ਨਿਭ ਰਹੀਆਂ ਨੇ। ਤੇ ਦਲਬੀਰ ਚੇਤਨ ਹੋਰੀ ਸਾਡੇ ਲਈ ਜਿੱਥੇ ਸਤਿਕਾਰਯੋਗ ਲੇਖਕ ਨੇ ਤੇ ਉੱਥੇ ਉਹ ਮੇਰੇ ਪਿਤਾ ਜੀ ਦੇ ਦੋਸਤ ਹੋਣ ਦੇ ਨਾਤੇ ਸਾਡੇ ਲਈ ਹੋਰ ਵੀ ਸਤਿਕਾਰਯੋਗ ਹੋ ਜਾਂਦੇ ਨੇ। ਤੇ ਮੇਰੇ ਪਿਤਾ ਜੀ ਨੂੰ ਮੁਖਤਾਰ ਗਿੱਲ ਹੋਰਾਂ ਨੂੰ ਇਹ ਪੁਰਸਕਾਰ ਮਿਲਣ ਦਾ ਸਾਨੂੰ ਸਾਡੇ ਸਾਰੇ ਪਰਿਵਾਰ ਨੂੰ ਹੀ ਬਹੁਤ ਚਾਅ ਏ। ਅਸੀਂ ਸਾਰੇ ਬਹੁਤ ਖੁਸ਼ ਹਾਂ। ਅਸੀਂ ਇਸ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿਤਾ ਜੀ ਦੀਆਂ ਕਿਰਤਾਂ ਦਾ ਮੁੱਲ ਪਾਇਆ। ਮੇਰੇ ਪਿਤਾ ਜੀ ਮੁਖਤਾਰ ਗਿੱਲ ਹੋਰਾਂ ਨੇ ਦਾ ਨਾਵਲ ਮਿੱਟੀ ਦੀ ਚਿੜੀ ਮੈਂ ਯੂਨੀਵਰਸਿਟੀ ਜਦੋਂ ਪੜ੍ਹਦੀ ਸਾਂ ਅਰਲੀ 90s ਦੇ ਵਿੱਚ ਮੈਂ ਲਾਇਬ੍ਰੇਰੀ ਵਿੱਚੋਂ ਇਹਨਾਂ ਦਾ ਨਾਵਲ ਕਢਾ ਕੇ ਪੜ੍ਹਿਆ ਸੀ ਤੇ ਉਸ ਨਾਵਲ ਦੇ ਅਖੀਰ ਵਿੱਚ ਕਿਸੇ ਪਾਠਕ ਨੇ ਟਿੱਪਣੀ ਲਿਖੀ ਹੋਈ ਸੀ, ਬੜੀ ਦਿਲਚਸਪ ਟਿੱਪਣੀ ਸੀ। ਉਹਦੇ ਹੂਬਹੂ ਬੋਲ ਤਾਂ ਮੈਨੂੰ ਭੁੱਲ ਗਏ ਨੇ ਪਰ ਉਹਨੇ ਆਪਣਾ ਮਨ ਉਹਦੇ ਵਿੱਚ ਉਸ ਟਿੱਪਣੀ ਵਿੱਚ ਦਿੱਤਾ ਹੋਇਆ ਸੀ ਤੇ ਮੈਨੂੰ ਅਫਸੋਸ ਹੈ ਕਿ ਜੇ ਉਦੋਂ ਇਸ ਤਰ੍ਹਾਂ ਫੋਨ ਮੋਬਾਈਲ ਹੁੰਦੇ ਜਾਂ ਫੋਟੋਆਂ ਖਿੱਚੀ ਜਾ ਸਕਦੀ ਲਾਇਬ੍ਰੇਰੀ ਵਿੱਚ, ਇਹੋ ਜਿਹੇ ਅਸੀਂ ਵਿਦਿਆਰਥੀ ਜੀਵਨ ਵਿੱਚ ਬਹੁਤੀਆਂ ਸਹੂਲਤਾਂ ਤਾਂ ਹੁੰਦੀਆਂ ਨਹੀਂ ਸਨ ਤੇ ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਨਹੀਂ ਸੀ ਇਹਦੇ ਬਾਰੇ। ਮੇਰੇ ਪਿਤਾ ਜੀ ਨੇ ਕਈ ਕਿਤਾਬਾਂ ਮਤਲਬ ਲਗਾਤਾਰ ਸਾਹਿਤ ਰਚਨਾ ਕੀਤੀ ਹੈ। ਮਿੱਟੀ ਦੀ ਚਿੜੀ ਉਹਨਾਂ ਦਾ ਇਹ ਦੂਸਰੀ ਪੁਸਤਕ ਸੀ, ਨਾਵਲ ਸੀ। ਪਹਿਲੀ ਕਿਤਾਬ ਉਹਨਾਂ ਦੀ ਆਖਰੀ ਚੂੜੀਆਂ ਸੀ ਜੋ ਕਹਾਣੀ ਸੰਗ੍ਰਹਿ ਸੀ। ਫਿਰ ਤੀਜਾ ਫਿਰ ਕਾਰੇ ਪੈਰ ਨਾਵਲ ਸੀ ਤੇ ਤੀਸਰੀ ਕਿਤਾਬ ਉਹਨਾਂ ਦੀ ਤਰਕਾਲਾਂ ਦੇ ਪਰਛਾਵੇਂ ਵੀ ਕਹਾਣੀ ਸੰਗ੍ਰਹਿ ਸੀ ਤੇ ਫਿਰ ਆਲਣਾ, ਫਿਰ ਸੰਦਲੀ ਸੁਪਨਿਆਂ ਦਾ ਮਾਤਮ, ਫਿਰ ਆਪਣੀ ਜੂ ਅਤੇ ਫਿਰ ਆਥਣ ਬੇੜਾ। ਜਦੋਂ ਮੈਂ ਇਹਨਾਂ ਪਿਤਾ ਜੀ ਦੀਆਂ ਲਿਖੀਆਂ ਕਹਾਣੀਆਂ ਨੂੰ ਨਵੇਂ ਸਿਰਿਓਂ ਵੀ ਪੜ੍ਹਦੀ ਹਾਂ ਕਦੇ-ਕਦੇ ਤਾਂ ਮੈਨੂੰ ਉਹਨਾਂ ਦੀ ਯਾਤਰਾ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਮਨੁੱਖ ਦੀ ਉਮਰ ਹੁੰਦੀ ਜਾਂਦੀ ਹੈ, ਜਿਸ ਤਰ੍ਹਾਂ ਉਹ ਸੋਚਦਾ ਆ ਉਹ ਉਸੇ ਤਰ੍ਹਾਂ ਕਥਾ ਕਹਿੰਦੇ ਰਹੇ ਨੇ। ਜੇ ਉਹਨਾਂ ਦੀਆਂ ਆਪਾਂ ਕਿਤਾਬਾਂ ਦੇ ਟਾਈਟਲ ਵੀ ਦੇਖੀਏ ਤਾਂ ਉਹ ਆਪਣੀ ਜੂ ਉਹ ਪਿੰਡ ਦੀ ਬਾਤ ਪਾਉਂਦੇ ਨੇ ਕਿ ਆਪਣੀ ਜੂ ਹੀ ਮਨੁੱਖ ਦੀ ਆਪਣੀ ਹੁੰਦੀ ਹੈ। ਤੁਸੀਂ ਉੱਥੇ ਸਕੂਨ ਨਾਲ ਰਹਿ ਸਕਦੇ ਹੁੰਦੇ ਹੋ। ਸ਼ਹਿਰ ਨਾ ਤਾਂ ਕਦੇ ਮੇਰੇ ਪਿਤਾ ਜੀ ਨੂੰ ਰਾਸ ਆਇਆ, ਨਾ ਉਹ ਸ਼ਹਿਰ ਵਾਲੀਆਂ ਚੁਸਤੀਆਂ ਚਲਾਕੀਆਂ ਕਦੇ ਉਹਨਾਂ ਦੇ ਕਿਰਦਾਰ ਦਾ ਹਿੱਸਾ ਰਹੀਆਂ ਨੇ। ਤੇ ਆਥਣ ਵੇਲਾ ਉਮਰ ਦੇ ਪੜਾਅ ਦੀ ਗੱਲ ਕਰਦਾ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਪਿਤਾ ਜੀ ਦੀ ਬਹੁਤ ਲੰਬੀ ਉਮਰ ਹੋਵੇ, ਸਾਰਾ ਪਰਿਵਾਰ ਅਸੀਂ ਚਾਹੁੰਦੇ ਹਾਂ ਤੇ ਖਾਸ ਕਰਕੇ ਮੇਰੇ ਲਈ ਮੈਂ ਬਹੁਤ ਭਾਵੁਕ ਹੋ ਰਹੀ ਹਾਂ। ਮੇਰੇ ਲਈ ਪ੍ਰੀਤ ਨਗਰ ਦਾ ਮਤਲਬ ਮੇਰੇ ਪਿਤਾ ਜੀ ਨਾਲ ਹੀ ਹੈ। ਮੇਰੇ ਲਈ ਪ੍ਰੀਤ ਨਗਰ ਦੀ ਹੋਂਦ ਮੇਰੇ ਪਿਤਾ ਜੀ ਨਾਲ ਹੈ ਤੇ ਉਹਨਾਂ ਦੇ ਨਾਲ ਹੀ ਸਾਨੂੰ ਇਹ ਪ੍ਰੀਤ ਨਗਰ ਸੋਹਣਾ ਲੱਗਦਾ ਸਾਨੂੰ ਸਾਰੇ ਪਰਿਵਾਰ ਨੂੰ। ਤੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀਆਂ ਬਾਲ ਰਚਨਾਵਾਂ ਲਿਖੀਆਂ ਉਹ ਵੀ ਬੜੀਆਂ ਦਿਲਚਸਪ ਨੇ। ਉਹ ਲਗਾਤਾਰ ਲਿਖਦੇ ਨੇ। ਜਦੋਂ ਮੇਰਾ ਪੁੱਤਰ ਅਨਹਦ ਦਾ ਪੂਰਾ ਨਾਂ ਅਨਹਦ ਮੁਖਤਾਰ ਸਿੰਘ ਹੈ
ਤੇ ਜਦੋਂ ਅਨਹਦ ਮੁਖਤਾਰ ਸਿੰਘ ਪ੍ਰੀਤਨਗਰ ਅਸੀਂ ਜਾਂਦੇ ਸੀ, ਜਾਂ ਮੈਂ ਕਈ ਵਾਰੀ ਹਫਤਾ ਕੋਈ ਇਕੱਲੀ ਚਲੀ ਜਾਂਦੀ ਸੀ ਬੱਚੇ ਨੂੰ ਲੈ ਕੇ, ਤਾਂ ਉੱਥੇ ਖੇਡਦਾ ਫਿਰਦਾ ਹੁੰਦਾ ਸੀ। ਸੋ ਪਿਤਾ ਜੀ ਲੱਗਦਾ ਤਾਂ ਇਸ ਤਰ੍ਹਾਂ ਕਿ ਅਵੇਸੜੇ ਜਿਹੇ ਨੇ, ਐਵੇਂ ਉਹ ਤਾਂ ਬੱਚਿਆਂ ਨੂੰ ਦੇਖ ਵੀ ਨਹੀਂ ਰਹੇ, ਬਾਲਾਂ ਨੂੰ ਦੇਖ ਨਹੀਂ ਰਹੇ, ਪਰ ਨਹੀਂ, ਉਹ ਬਹੁਤ ਬਰੀਕੀ ਨਾਲ ਦੇਖ ਰਹੇ ਹੁੰਦੇ ਨੇ, ਉਹ ਹਰ ਚੀਜ਼ ਦਾ ਉਹ ਨੋਟਿਸ ਲੈ ਰਹੇ ਹੁੰਦੇ ਨੇ। ਸੋ ਇਹਨਾਂ ਸਾਰੇ ਬੱਚਿਆਂ ਤੇ ਉਸ ਤੋਂ ਬਾਅਦ ਬੰਟੂ ਦੇ ਤੇ ਨਵਦੀਪ ਦੇ 2 ਬੱਚੇ ਨੇ, ਸਮਾਈਲ ਤੇ ਖੁਸ਼ੀ, ਤੇ ਇਹਨਾਂ ਤਿੰਨਾਂ ਦੇ ਨਾਂ ਉਹਨਾਂ ਨੇ ਅਲੱਗ-ਅਲੱਗ ਇਹਨਾਂ ਨੂੰ ਸਮਰਪਿਤ ਕਰਕੇ ਕਿਤਾਬਾਂ, ਛੋਟੀਆਂ ਬਾਲ ਪੁਸਤਕਾਂ ਲਿਖੀਆਂ। ਤੇ ਹੁਣ ਜਿਹੜੇ ਕੁਲਵੰਤ ਤੇ ਗੁਰਪ੍ਰੀਤ ਦੇ 2 ਬੱਚੇ ਨੇ, ਰਣਵੀਰ ਤੇ ਨਰਵੈਰ, ਉਹਨਾਂ ਨੇ ਹੁਣ ਮੈਨੂੰ ਹਲੇ ਨਹੀਂ ਪਤਾ ਕਿ ਉਹਨਾਂ ਦੇ ਨਿਮਿਤ ਇਹਨਾਂ ਨੇ ਕੀ ਕੀਤਾ, ਪਰ ਜਦੋਂ ਤੱਕ ਮੇਰੇ ਪੁੱਤਰ ਦੇ ਨਾਂ ਇਹਨਾਂ ਨੇ ਕੋਈ ਬਾਲ ਪੁਸਤਕ ਨਹੀਂ ਸੀ ਕੀਤੀ ਤਾਂ ਮੈਨੂੰ ਥੋੜਾ ਜਿਹਾ ਗਿਲਾ ਢਿੱਡੋਂ ਆਪਣੇ ਅੰਦਰ ਹੀ ਅੰਦਰ ਰਹਿੰਦਾ ਸੀ। ਤੇ ਜਦੋਂ ਫਿਰ ਉਹਨਾਂ ਨੇ 3 ਲੇਲੇ ਉਹਨਾਂ ਦਾ ਬਾਲ ਨਾਵਲ ਸੀ, ਤੇ ਦੂਜੀ ਪੁਸਤਕ ਜਦੋਂ ਨੰਨੀ ਸਖੀ ਨਾਵਲ ਛੋਟਾ ਜਿਹਾ ਇੱਕ ਆਇਆ ਬਾਲ ਨਾਵਲ, ਤਾਂ ਉਹ ਉਹਨਾਂ ਨੇ ਅਨਹਦ ਮੁਖਤਾਰ ਨੂੰ ਸਮਰਪਿਤ ਕੀਤਾ ਹੋਇਆ, ਅਨਹਦ ਮੁਖਤਾਰ ਸਿੰਘ ਨੂੰ ਸਮਰਪਿਤ ਕੀਤਾ। ਤੇ ਉਹ ਮੈਨੂੰ ਬੜਾ ਹੀ ਚੰਗਾ ਲੱਗਿਆ। ਮੈਂ ਤਾਂ ਮੇਰੇ ਜੇ ਤਾਂ ਠੰਡ ਜੀ ਪੈ ਗਈ ਕਿ ਸ਼ੁਕਰ ਹੈ ਬੱਚੇ ਦੇ ਦਾਦੇ ਨੇ ਬੱਚੇ ਨੂੰ ਕੁਝ ਦਿੱਤਾ। ਸੋ ਉਹ ਜਦੋਂ ਕੈਨੇਡਾ ਪੜ੍ਹਨ ਗਿਆ ਤਾਂ ਮੈਂ ਉਹਨੂੰ ਇਹ ਨਾਵਲ ਦੀ 1 ਕਾਪੀ ਦੇ ਕੇ ਤੋਰੀ ਕਿ ਪੁੱਤਰ ਇਹ ਤੇਰੇ ਦਾਦਾ ਜੀ ਨੇ ਤੇਰੇ ਨਾਲ ਲਿਖਿਆ ਸੀ। ਤੇ ਉਸ ਤੋਂ ਇਲਾਵਾ ਪਿਤਾ ਜੀ ਨੇ ਰੁੱਤਾਂ ਦੇ ਗੀਤ ਜਿਹੜੇ ਬਾਲ ਕਾਵ ਪੁਸਤਕ ਹੈ ਉਹ ਲਿਖੀ। ਅਖਬਾਰਾਂ ਵਿੱਚ ਤਾਂ ਇਹ ਲਿਖਦੇ ਹੀ ਰਹਿੰਦੇ ਨੇ। ਸੋ ਮੇਰੇ ਪਿਤਾ ਜੀ ਦੀ ਘਾਲਣਾ, ਜਿਹੜੀ ਸ਼ਬਦ ਸੁਖਨਵਰੀ ਦੀ ਜਿਹੜੀ ਘਾਲਣਾ ਆ, ਉਹਨੂੰ ਇੰਨੀ ਮਾਨਤਾ ਦਲਬੀਰ ਚੇਤਨਾ ਜਿਹੜੇ ਕਥਾ ਪੁਰਸਕਾਰ ਸਮਾਰੋਹ ਮੌਕੇ ਦਿੱਤੀ ਜਾ ਰਹੀ ਹੈ, ਤਾਂ ਮੈਨੂੰ ਇਹ ਬਹੁਤ ਚੰਗਾ ਲੱਗ ਰਿਹਾ। ਮੈਨੂੰ ਹੀ ਨਹੀਂ, ਸਾਡੇ ਪੂਰੇ ਪਰਿਵਾਰ ਨੂੰ ਚੰਗਾ ਲੱਗ ਰਿਹਾ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਸੀਂ ਤਾਂ ਸਾਰਾ ਟੱਬਰ ਇਹੀ ਮੰਨਦੇ ਹਾਂ ਕਿ ਉਹਨਾਂ ਨੂੰ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਕੋਈ ਦਵੇਸ਼ ਨਹੀਂ। ਛੋਟੇ ਛੋਟੇ ਹਾਸੇ ਠੱਠੇ ਉਹ ਕਰਦੇ ਨੇ ਤੇ ਉਹ ਆਪਣੇ ਆਪ 'ਚ ਹੀ ਮਸਤ ਰਹਿੰਦੇ ਨੇ, ਇੱਕ ਬਾਲ ਵਾਂਗ, ਬੱਚੇ ਵਾਂਗ ਹੀ। ਕਿਉਂਕਿ ਮੈਂ ਇੱਕ ਜਵਾਨ ਪੁੱਤਰ ਦੀ ਮਾਂ ਆ, ਮੈਨੂੰ ਫਿਰ ਸਾਰੀ ਦੁਨੀਆ ਹੀ ਬੱਚਾ ਲੱਗਦੀ ਹੈ। ਮੇਰੇ ਸਹੁਰਾ ਸਾਹਿਬ ਤੋਂ ਮੈਂ ਮੁਆਫੀ ਮੰਗਦਿਆਂ ਕਹਿੰਦੀ ਹਾਂ ਕਿ ਮੈਨੂੰ ਕਦੇ ਕਦੇ ਉਹ ਨਿੱਕੇ ਬੱਚੇ ਵਾਂਗ ਲੱਗਦੇ ਹੁੰਦੇ ਨੇ, ਠੁਮਕ ਠੁਮਕ ਤੁਰਦੇ ਹੁੰਦੇ ਨੇ ਜਦੋਂ ਘਰ 'ਚ। ਜਦੋਂ ਮੈਂ ਪ੍ਰੀਤਨਗਰ ਗਈ ਹੁੰਦੀ ਹਾਂ, ਨਿੱਕੀਆਂ ਨਿੱਕੀਆਂ ਗੱਲਾਂ ਸਾਂਝੀਆਂ ਕਰਦੇ ਨੇ। ਤੇ ਇਹ ਸਾਰੇ ਕਾਸੇ ਵਿੱਚ ਉਹਨਾਂ ਨੂੰ ਇੰਨਾ ਇਹ ਜਿਹੜਾ ਸਤਿਕਾਰ ਇਸ ਪਰਿਵਾਰ ਵੱਲੋਂ, ਦਲਬੀਰ ਚੇਤਨਾ ਜੀ ਦੇ ਪਰਿਵਾਰ ਵੱਲੋਂ ਮਿਲ ਰਿਹਾ, ਉਹਨਾਂ ਤੇ ਸੁਖਨਵਰੀ ਦੀ ਕਦਰ ਕੀਤੀ ਜਾ ਰਹੀ ਹੈ, ਜਿਹੜੀ ਪਾਈ ਜਾ ਰਹੀ ਹੈ ਉਹਨਾਂ ਦੀ ਕਦਰ, ਉਹਦੇ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਟੱਬਰ ਨੂੰ, ਤੇ ਸਾਨੂੰ ਮਾਣ ਵੀ ਹੈ। ਪਿਤਾ ਜੀ, ਅਸੀਂ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਹਾਂ। ਵੀ ਲਵ ਯੂ ਸੋ ਮਚ, ਵੀ ਆਰ ਪ੍ਰਾਊਡ ਆਫ ਯੂ। ਥੈਂਕ ਯੂ ਸਰਗੀ ਭੈਣ। ਮੈਂ ਤਵੀ ਦਵਿੰਦਰ ਕੌਰ ਇਹਨਾਂ ਬਹੁਤ ਸ਼ੁਕਰੀਆ ਜੀ। ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਸਮਾਜਿਕ ਆਰਥਿਕ ਪਾੜੇ ਕਰਕੇ ਪਿਸ ਰਹੇ ਲੋਕਾਂ ਦੇ ਦੁੱਖ ਦਰਦਾਂ ਨੂੰ ਪੇਸ਼ ਕਰਦੀਆਂ ਹਨ। ਉਸਨੇ ਆਤੂ ਖੋਜੀ, ਹਾਰੀ ਨਾ ਬਚਨਿਆ, ਗੁਰਚਰਨਾ ਗਾਡਰ ਵਰਗੀਆਂ ਸ਼ਾਹਕਾਰ ਕਹਾਣੀਆਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਹਨ। ਉਹ 21 ਦਿਨ ਨਾਵਲ 'ਚ ਕਰੋਨਾ ਕਾਲ ਦੇ ਇਕਾਂਤਵਾਸ ਦਾ ਸੰਤਾਪ ਭੋਗਦੇ ਸ਼ੱਕੀ ਮਰੀਜ਼, ਖੌਫਨਾਕ ਮਾਹੌਲ, ਬਿਮਾਰੀ ਸੰਬੰਧੀ ਫੈਲੇ ਮਿੱਥ ਜਾਲ ਤੇ ਦੇਸ਼ 'ਚ ਲੱਗੇ ਲਾਕਡਾਊਨ ਦੀ ਪੇਸ਼ਕਾਰੀ ਬੜੇ ਸਫਲ ਤਰੀਕੇ ਨਾਲ ਕਰ ਸਕਿਆ ਹੈ। ਨਿਰੂਪਮਾ ਦੱਤ ਅਨੁਸਾਰ Gurmeet Kadyalvi, a well-known Punjabi writer, has made his debut as a novelist with one of the first novel written on pandemic in Punjabi. The writer brings forth a story of hope amid despair. ਮੇਰੀ ਸਾਂਝ ਗੁਰਮੀਤ ਕੜਿਆਲਵੀ ਨਾਲ ਇੱਕ ਸਮਕਾਲੀ ਕਹਾਣੀਕਾਰ ਵਜੋਂ ਹੈ। ਹਾਲ ਹੀ 'ਚ ਲਿਖੀ ਉਸ ਦੀ ਅਲੇਹਾ ਰਾਹੀਂ ਮੈਂ ਕਹਾਣੀ ਦਾ ਇੱਕ ਵੱਖਰਾ ਰੰਗ ਮਾਣਿਆ। ਪੜ੍ਹ ਕੇ ਮਹਿਸੂਸ ਹੋਇਆ ਕਿ ਅਸੀਂ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਅਲੇਹੇ ਆਪਣੇ ਨਾਲ ਚਮੋੜੀ ਫਿਰਦੇ ਹਾਂ ਜੋ ਸਾਨੂੰ ਸਾਡੇ ਯੂਨੀਵਰਸ ਤੱਕ ਪਹੁੰਚਣ ਹੀ ਨਹੀਂ ਦਿੰਦੇ। ਗੁਰਮੀਤ ਨੇ ਸਾਹਿਤ ਦੀ ਹਰ ਵਿਧਾ 'ਚ ਲਿਖਿਆ ਹੈ। ਸੋਸ਼ਲ ਮੀਡੀਆ ਤੇ ਅਖਬਾਰਾਂ ਲਈ ਉਹ ਨਿਰੰਤਰ ਲਿਖ ਰਿਹਾ ਹੈ। ਕਿਸਾਨੀ ਅੰਦੋਲਨ 'ਚ ਵੀ ਉਹ ਆਪਣੀਆਂ ਕਵਿਤਾਵਾਂ, ਨਾਟਕਾਂ ਰਾਹੀਂ ਭਰਪੂਰ ਹਾਜ਼ਰੀ ਲਵਾਉਂਦਾ ਰਿਹਾ। ਗੁਰਮੀਤ ਕੜਿਆਲਵੀ ਨੇ 30-32 ਸਾਲ ਦੇ ਸਾਹਿਤਕ ਸਫ਼ਰ 'ਚ ਹਜ਼ਾਰਾਂ ਪਾਠਕ ਪੈਦਾ ਕੀਤੇ ਹਨ ਜੋ ਉਸ ਦੀ ਅਗਲੀ ਕਿਰਤ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ। ਉਸ ਦੀਆਂ ਕਹਾਣੀਆਂ ਵਿਦਿਅਕ ਅਦਾਰਿਆਂ ਦੇ ਸਿਲੇਬਸ 'ਚ ਸ਼ਾਮਲ ਹਨ। ਭਾਵੇਂ ਉਹ ਕਿੱਤੇ ਵਜੋਂ ਇੰਜੀਨੀਅਰ ਹੈ, ਪਰ ਸਮਾਜਿਕ ਵਰਤਾਰਿਆਂ ਨੂੰ ਸੂਖਮਤਾ ਨਾਲ ਦੇਖਣ ਵਾਲੀ ਅੱਖ ਉਸ ਕੋਲ ਹੈ। ਇਸ ਤੋਂ ਇਲਾਵਾ ਵਿਸ਼ਿਆਂ ਦਾ ਨੇੜਲਾ ਅਨੁਭਵ, ਸ਼ੈਲੀ ਤੇ ਭਾਸ਼ਾ ਤੇ ਕਮਾਲ ਦੀ ਪਕੜ ਹੈ। ਕੈਨੇਡਾ ਰਹਿੰਦੀ ਗੁਰਮੀਤ ਕੜਿਆਲਵੀ ਦੀ ਧੀ ਨੋਬਲ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ।
ਉਸ ਦਾ ਕਹਿਣਾ ਹੈ ਕਿ ਪਾਪਾ ਦਾ ਸਾਹਿਤਕਾਰ ਹੋਣਾ ਬੜੀ ਮਾਣ ਵਾਲੀ ਗੱਲ ਹੈ। ਪਾਪਾ ਨੇ ਸਾਨੂੰ ਸਕੂਲ ਬੁੱਕਸ ਤੋਂ ਇਲਾਵਾ ਜਨਰਲ ਨੌਲੇਜ, ਸਪੋਰਟਸ ਤੇ ਲਿਟਰੇਚਰ ਨਾਲ ਜੋੜਿਆ। ਸ਼ਾਮੀ ਬੈਠ ਕੇ ਅਸੀਂ ਇਹਨਾਂ ਉੱਪਰ ਵਿਚਾਰ ਵਟਾਂਦਰਾ ਕਰਦੇ। ਇਹ ਸਾਡੀ ਫੈਮਿਲੀ ਦਾ ਇੱਕ ਤਰ੍ਹਾਂ ਦਾ ਰੂਟੀਨ ਹੈ। ਜਦੋਂ ਮੈਂ ਸਕੂਲ 'ਚ ਸੀ, ਬੱਚੇ ਹੈਰਾਨ ਹੁੰਦੇ ਕਿ ਮੈਂ ਇੰਨੀਆਂ ਕਿਤਾਬਾਂ ਕਿਵੇਂ ਪੜ੍ਹ ਲੈਂਦੀ ਸਾਂ। ਅੱਜ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ ਸੰਮੇਲਨ ਦੇ ਮੌਕੇ ਮੈਂ ਜੇਤੂ ਕਹਾਣੀਕਾਰਾਂ ਨੂੰ ਮੁਬਾਰਕਬਾਦ ਦਿੰਦੀ ਹਾਂ। ਇਸ ਸੰਮੇਲਨ ਦੇ ਸੰਚਾਲਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਜ ਰਹੀ ਹਾਂ। ਧੰਨਵਾਦ। ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ 2021 ਗੁਰਮੀਤ ਕੜਿਆਲਵੀ। ਗੁਰਮੀਤ ਕੜਿਆਲਵੀ ਪੰਜਾਬੀ ਕਥਾ ਜਗਤ ਦਾ ਵਿਲੱਖਣ ਹਸਤਾਖਰ ਹੈ। ਉਸ ਦੇ ਸਾਹਿਤਕ ਸਫ਼ਰ ਦੇ ਕਈ ਰੰਗ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਉਸ ਦੇ ਸਾਹਿਤਕ ਸਫ਼ਰ ਦੇ ਹਰ ਰੰਗ ਵਿੱਚ ਕਹਾਣੀ ਮੌਜੂਦ ਹੈ। ਇਹੀ ਕਾਰਨ ਹੈ ਕਿ ਗੁਰਮੀਤ ਦੀ ਮਕਬੂਲੀਅਤ ਕਹਾਣੀਕਾਰ ਦੇ ਤੌਰ 'ਤੇ ਵਧੇਰੇ ਹੋਈ। ਅੱਕ ਦਾ ਬੂਟਾ, ਊਣੇ, ਆਤੂ ਖੋਜੀ, ਢਾਲ, ਹਾਰੀ ਨਾ ਬਚਨਿਆ ਉਸ ਦੇ 5 ਕਹਾਣੀ ਸੰਗ੍ਰਹਿ ਹਨ। ਇਹਨਾਂ ਕਹਾਣੀਆਂ ਦੇ ਪਾਤਰ ਅੜਬੰਗ ਹਨ, ਗੁਸੈਲ ਹਨ, ਸਵੈ-ਮਾਣ ਦਾ ਪੱਲਾ ਵੀ ਘੁੱਟ ਕੇ ਫੜੀ ਰੱਖਦੇ ਹਨ। ਉਸ ਦੁਆਰਾ ਸਿਰਜੇ ਪਾਤਰ ਊਣੇ ਹਨ ਪਰ ਅਣਹੋਏ ਨਹੀਂ। ਪ੍ਰਤੀਕੂਲ ਸਥਿਤੀਆਂ ਭੋਗਦੇ ਇਹ ਪਾਤਰ ਆਸ ਦੀ ਕੰਨੀ ਫੜੀ ਰੱਖਦੇ ਹਨ। ਇਹ ਪਾਤਰ ਜ਼ਿੰਦਗੀ ਨੂੰ ਬਹੁਤ ਕਰੀਬ ਤੋਂ ਵੇਖਣਾ ਜਾਣਦੇ ਹਨ। ਸੰਤਾਪੇ ਪਲਾਂ ਨੂੰ ਜਿਉਂਦੇ ਇਹ ਪਾਤਰ ਸੰਤੋਖ ਹਾਸਿਲ ਕਰਦੇ ਹਨ ਤੇ ਜੀਵਨ ਦੀ ਰਮਝ ਸਮਝਾ ਜਾਂਦੇ ਹਨ। ਗੁਰਚਰਨਾ ਗਾਡਰ, ਚੀਕ, ਆਤੂ ਖੋਜੀ, ਨਦੀ ਦੇ ਆਰ-ਪਾਰ, ਅਲੇਹਾ, ਰੱਬ ਜੀ ਉਸ ਦੀਆਂ ਪ੍ਰਸਿੱਧ ਕਹਾਣੀਆਂ ਹਨ। ਸ਼ਾਲਾ ਗੁਰਮੀਤ ਕੜਿਆਲਵੀ ਦੇ ਅੰਦਰ ਵਸਦੀਆਂ ਕਹਾਣੀਆਂ ਦੀ ਉਮਰ ਉਸ ਦੀ ਉਮਰ ਜਿੱਡੀ ਲੰਮੀ ਹੋਵੇ। ਬਹੁਤ ਸ਼ੁਕਰੀਆ ਜੀ। ਆਪਾਂ ਬੜੇ ਮਾਣ ਦੇ ਨਾਲ 2021 ਦਾ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਦਾ ਪਹਿਲਾ ਜਿਹੜਾ ਉਹ ਆਪਾਂ ਗੁਰਮੀਤ ਕੜਿਆਲਵੀ ਨੂੰ ਦੇਣੇ ਆ, ਜਿਹਦੇ ਵਿੱਚ ਸਨਮਾਨ ਪੱਤਰ, ਫੁਲਕਾਰੀ 31,000 ਰੁਪਏ ਦੇ ਨਾਲ ਦਲਬੀਰ ਚੇਤਨ ਪਰਿਵਾਰ ਪੰਜਾਬੀ ਕਹਾਣੀ ਦਾ ਮਾਣ ਕਰ ਰਿਹਾ। ਪੰਜਾਬੀ ਕਹਾਣੀ ਦੇ ਪ੍ਰਮੁੱਖ ਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਮਾਣ ਕਰ ਰਿਹਾ। ਅਗਲੇ ਪੁਰਸਕਾਰ ਲਈ ਬੇਨਤੀ ਕਰਨੀ ਹੈ। ਸਾਡੇ ਬਹੁਤ ਹੀ ਨਵੀਂ ਪੀੜ੍ਹੀ ਦੇ ਸਮਰੱਥ ਕਥਾਕਾਰ ਨੇ ਤੇ ਕਹਾਣੀਆਂ ਦੀ ਪੂਰਨ ਸ਼ਾਨ ਦੇ ਵਿੱਚ ਬੜੇ ਪ੍ਰਬੁੱਧ ਸਾਡੇ ਆਲੋਚਕ ਵੀ ਨੇ ਤੇ ਇਹਨਾਂ ਦੇ ਇਹ ਜਿਹੜਾ ਬਾਰੇ ਸਾਨੂੰ ਸੰਦੇਸ਼ ਆਇਆ, ਪੰਜਾਬੀ ਕਹਾਣੀ ਦੇ ਵਿੱਚ ਸਭ ਤੋਂ ਵੱਧ ਜਿਨ੍ਹਾਂ ਨੇ ਕੰਮ ਕੀਤਾ ਡਾਕਟਰ ਬਲਦੇਵ ਧਾਲੀਵਾਲ। ਮੈਂ ਬੇਨਤੀ ਕਰੂੰਗਾ ਸਰਗੀ ਹੋਰਾਂ ਨੂੰ ਕਿ ਉਹਨਾਂ ਦਾ ਸੰਦੇਸ਼ ਜਿਹੜਾ ਵਾ ਉਹ ਸੁਣਾਇਆ ਜਾਵੇ। ਸੁਖਪਾਲ ਸਿੰਘ ਥਿੰਦ ਨਵੇਂ ਪੰਜਾਬੀ ਕਹਾਣੀਕਾਰਾਂ ਦੇ ਵਿੱਚੋਂ ਬਹੁਤ ਉੱਭਰਵਾਂ ਨਾਂ ਹੈ। ਮੈਨੂੰ ਬੜੀ ਖੁਸ਼ੀ ਦੀ ਮਹਿਸੂਸ ਹੋ ਰਹੀ ਹੈ ਇਸ ਗੱਲ ਤੇ ਕਿ ਉਸ ਦੇ ਕਹਾਣੀ ਸੰਗ੍ਰਹਿ ਫੁੱਲਾਂ ਦੀ ਫਸਲ ਨੂੰ ਪੰਜਾਬੀ ਦੇ ਬਹੁਤ ਵੱਡੇ ਕਹਾਣੀਕਾਰ ਦਲਬੀਰ ਚੇਤਨ ਦੇ ਨਾਂ ਤੇ ਸਥਾਪਿਤ ਹੋਏ ਪੁਰਸਕਾਰ ਦੇ ਲਈ ਉਹਦੇ ਕਹਾਣੀ ਸੰਗ੍ਰਹਿ ਨੂੰ ਚੁਣਿਆ ਗਿਆ। ਉਹਦੀ ਕਹਾਣੀ ਫੁੱਲਾਂ ਦੀ ਫਸਲ ਬਾਰੇ ਮੈਂ ਕਈ ਵਾਰ ਆਪਣੇ ਵਿਚਾਰ ਪ੍ਰਗਟ ਕਰ ਚੁੱਕਿਆ ਤੇ ਇਹਦੇ ਬਾਰੇ ਲਗਾਤਾਰ ਗੱਲ ਹੁੰਦੀ ਰਹਿਣੀ ਆ। ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਦੁਹਰਾਈ ਹੈ ਕਈ ਵਾਰ ਕਿ ਸੁਖਪਾਲ ਥਿੰਦ ਦੀ ਜਿਹੜੀ ਨਵੇਕਲੀ ਸੁਰ ਹੈ ਜਾਂ ਜਿਹੜਾ ਉਹਦਾ ਵੱਖਰਾਪਣ ਹੈ, ਮੈਨੂੰ ਉਹਦੀ ਵਿਸ਼ਾ ਚੋਣ ਦੇ ਵਿੱਚ ਵੀ ਲੱਗਦਾ ਹੈ ਕਿਉਂਕਿ ਉਹ ਜਿਹੜੇ ਖਾਸ ਭਖਵੇਂ ਮੁੱਦੇ ਹੈ ਪੰਜਾਬ ਦੇ, ਚਾਹੇ ਉਹ ਰਾਜਨੀਤੀ ਨਾਲ ਸੰਬੰਧਿਤ ਹੋਣ, ਚਾਹੇ ਉਹ ਸਾਡੇ ਸਮਾਜਿਕ ਤਾਣੇ ਬਾਣੇ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਆਪਣਾ ਰਚਨਾ ਵਸਤੂ ਬਣਾ ਕੇ ਉਹ ਆਪਣੀ ਕਹਾਣੀ ਲਿਖਦਾ ਹੈ। ਤੇ ਇਹ ਗੱਲ ਵੀ ਮੈਂ ਕਈ ਵਾਰ ਦੁਹਰਾ ਚੁੱਕਿਆ ਕਿ ਸੁਖਪਾਲ ਥਿੰਦ ਬਹੁਤੀ ਜਟਲ ਕਹਾਣੀ ਨਹੀਂ ਲਿਖਦਾ, ਸਗੋਂ ਉਹ ਪਿੱਛੇ ਝਾਤ ਦੀ ਜੁਗਤ ਰਾਹੀਂ ਸਰਲ ਸੰਰਚਨਾ ਵਾਲੀ ਕਹਾਣੀ ਲਿਖਦਾ ਹੈ। ਇਸੇ ਕਰਕੇ ਉਹਦੀ ਕਹਾਣੀ ਆਮ ਪਾਠਕਾਂ ਨੂੰ ਵੀ ਪਸੰਦ ਆਉਂਦੀ ਹੈ ਤੇ ਕਿਉਂਕਿ ਉਹਦੇ ਵਿੱਚ ਕਹਾਣੀ ਰਸ ਜਿਹੜਾ ਹੈ ਉਹ ਬਣਾਈ ਰੱਖਦਾ ਹੈ। ਤਾਂ ਇਸੇ ਕਿਸਮ ਨਾਲ ਸੁਖਪਾਲ ਥਿੰਦ ਦੀ ਵਿਸ਼ੇਸ਼ਤਾ ਉਹਦੇ
ਗਲਪੀ ਭਾਸ਼ਾ ਦੇ ਵਿੱਚ ਵੀ ਹੈ। ਉਹ ਅਲੰਕਾਰ ਜਿਹੜੀ ਭਾਸ਼ਾ ਹੈ ਉਹਦੀ ਬਹੁਤ ਵਰਤੋਂ ਕਰਦਾ ਔਰ ਉਹਦਾ ਇਸਤੇਮਾਲ ਬੜੇ ਚੰਗੇ ਢੰਗ ਦੇ ਨਾਲ ਉਹ ਕਰਦਾ ਹੈਗਾ ਕਿ ਜਿਹਦੇ ਨਾਲ ਉਹਦੀ ਕਹਾਣੀ ਦੀ ਜਿਹੜੀ ਸੰਚਾਰ ਸਮਰੱਥਾ ਹੈ ਉਹ ਬਹੁਤ ਵੱਧ ਜਾਂਦੀ ਹੈਗੀ ਹੈ। ਜੇ ਤੁਸੀਂ ਉਹਦੀਆਂ ਕਹਾਣੀਆਂ ਦੇ ਨਾਂ ਪੜ੍ਹੋਗੇ, ਜਿਵੇਂ ਫੁੱਲਾਂ ਦੀ ਫਸਲ ਹੈ, ਜਾਂ ਉਹਦੀਆਂ ਕਹਾਣੀਆਂ ਦੀ ਮਨ ਭਾਉਂਦੀ ਜੁਗਤ ਹੈ ਕਿ ਉਹ ਆਪਣੀ ਗੱਲ ਅਲੰਕਾਰਾਂ ਰਾਹੀਂ ਕਹਿਣ ਦਾ ਯਤਨ ਕਰਦਾ ਹੈ। ਪਰ ਅਲੰਕਾਰ ਕਿਉਂਕਿ ਮੁੱਖ ਤੌਰ 'ਤੇ ਕਵਿਤਾ ਦੀ ਜੁਗਤ ਮੰਨੀ ਜਾਂਦੀ ਹੈ, ਸੁਖਪਾਲ ਉਹਨੂੰ ਕਹਾਣੀ ਦੇ ਵਿੱਚ ਆਪਣੇ ਢੰਗ ਦੇ ਨਾਲ ਇਸਤੇਮਾਲ ਕਰਦਾ ਹੈ। ਇਸ ਕਰਕੇ ਇਹ ਜਿਹੜੀ ਜੁਗਤ ਹੈ ਇਹ ਰੂਪਕੀ ਕਿਸਮ ਦੀ, ਇਹਦੇ ਨਾਲ ਸਾਨੂੰ ਜਿਹੜਾ ਹੈਗਾ ਅੱਜ ਦੇ ਪੰਜਾਬੀ ਸਮਾਜ ਦੇ ਅੰਦਰ ਕੀ ਵਾਪਰ ਰਿਹਾ ਹੈਗਾ ਉਹ ਉਹਨਾਂ ਅਲੰਕਾਰਾਂ ਦੇ ਰਾਹੀਂ ਵੀ ਸਮਝ ਆ ਜਾਂਦਾ, ਚਾਹੇ ਉਹ ਰਾਜਨੀਤੀ ਦੇ ਜਿਹੜੀਆਂ ਸਾਡੀਆਂ ਖਾਸ਼ਾਂ ਨੇ, ਚਾਹੇ ਸਾਡੀ ਜਿਹੜੀ ਹੈਗੀ ਹੈ ਮੌਕਾ ਪ੍ਰਸਤੀ ਦੀਆਂ ਗੱਲਾਂ ਨੇ, ਉਹ ਸਾਰੀਆਂ ਉਹਦੀਆਂ ਕਹਾਣੀਆਂ ਦੇ ਵਿੱਚ ਸ਼ਾਮਲ ਹੈ ਨੇ। ਤਾਂ ਮੈਂ ਕੋਈ ਬਹੁਤ ਵਿਸ਼ਲੇਸ਼ਣੀ ਢੰਗ ਦੀ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਤਾਂ ਬਹੁਤੀ ਕਹਾਣੀਆਂ ਬਾਰੇ ਗੱਲ ਨਹੀਂ ਕਰਦਾ, ਪਰ ਫਿਰ ਵੀ ਮੈਂ ਸੰਖੇਪ ਦੇ ਵਿੱਚ ਇਹ ਮੈਂ ਕਹਿ ਸਕਦਾ ਕਿ ਫੁੱਲਾਂ ਦੀ ਫਸਲ ਦੇ ਨਾਲ ਪੰਜਾਬੀ ਕਹਾਣੀ ਦੀ ਫਸਲ ਨੂੰ ਇੱਕ ਨਵਾਂ ਹੁਲਾਰਾ ਮਿਲਿਆ ਤੇ ਦਲਬੀਰ ਚੇਤਨ ਦੇ ਨਾਂ 'ਤੇ ਜੋ ਪੁਰਸਕਾਰ ਉਹਨੂੰ ਦਿੱਤਾ ਜਾ ਰਿਹਾ ਉਹਦੇ ਨਾਲ ਉਹਦੀ ਹੌਸਲਾ ਅਫਜ਼ਾਈ ਵੀ ਹੋਣੀ ਹੈ, ਜਿਹਦੇ ਨਾਲ ਸਾਨੂੰ ਭਵਿੱਖ ਦੇ ਵਿੱਚ ਹੋਰ ਚੰਗੀਆਂ ਕਹਾਣੀਆਂ ਦੀ ਆਸ ਬੱਝਣੀ ਹੈ ਕਿ ਉਹਨੇ ਇਹਦੇ ਤੋਂ ਪ੍ਰੇਰਿਤ ਹੋ ਕੇ ਉਹ ਸਾਨੂੰ ਜਿਹੜਾ ਹੈ ਨਵੀਆਂ ਕਹਾਣੀਆਂ, ਥੋੜ੍ਹੀਆਂ ਵੱਖਰੇ ਰੰਗ ਦੀਆਂ ਕਹਾਣੀਆਂ ਸਾਨੂੰ ਹੋਰ ਪੜ੍ਹਨ ਨੂੰ ਮਿਲਣਗੀਆਂ। ਅਤੇ ਮੈਂ ਸੁਖਪਾਲ ਥਿੰਦ ਨੂੰ ਇਹ ਪੁਰਸਕਾਰ ਮਿਲਣ 'ਤੇ ਵਧਾਈ ਵੀ ਦਿੰਦਾ ਔਰ ਦਲਬੀਰ ਚੇਤਨ ਪੁਰਸਕਾਰ ਦੇ ਪ੍ਰਬੰਧਕਾਂ ਨੂੰ ਜਾਂ ਇਹਦੀ ਚੋਣ ਕਰਨ ਵਾਲਿਆਂ ਨੂੰ ਵੀ ਵਧਾਈ ਦਿੰਦਾ, ਮੁਬਾਰਕ ਦਿੰਦਾ ਕਿ ਉਹਨਾਂ ਦੀ ਜਿਹੜੀ ਸਹੀ ਚੋਣ ਕਰਕੇ ਆਪਣੇ ਪੁਰਸਕਾਰ ਨੂੰ ਵੀ ਜਿਹੜਾ ਹੈ ਨਿਰਪੱਖ ਢੰਗ ਦੇ ਨਾਲ ਸਾਹਮਣੇ ਲਿਆਂਦਾ ਹੈ। ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਇੱਕ ਵਾਰੀ ਫੇਰ ਸੁਖਪਾਲ ਥਿੰਦ ਨੂੰ ਬਹੁਤ ਬਹੁਤ ਵਧਾਈ। दलबीर चेतन यादगारी कथा पुरस्कार 2021 सुखपाल थिंद। सुखपाल थिंद पंजाबी कहानी जगत विच उगड़वा ਨਾਂ है। अध्यापन कारज निभाउंदियां उस दी खोज बिरती हमेशा उस दे अंग संग रही ते उसने 3 आलोचनात्मक पुस्तकां दी सिरजना कीती। उस द्वारा रचे सफरनामे लंडन नूं मिलदियां कैनेडा एक बाग बहुरंगी विच बिरतांतक रंग मौजूद है। उसकी कलम कोल आलोचनात्मक समर्था भी है ते वार्तक की तरकमई शैली भी है। उस दियां पलेठियां कहानियां नूं हरेक वर्ग वालों भरपूर हुंगारा मिलिया है। फुल्लां दी फसल उसका पहला कहानी संग्रह है। इस संग्रह दियां कहानियां च चिंतनी सुर वधेरे प्रबल है। इस सुर च जवान अखां दे सुपने हन, इकलापा हंडाउंदे मापे हन, अपने वारस की निशानदेही कर रहा पंजाब है ਅਤੇ ਸਾਂਝਾਂ ਦੀ ਸ਼ਤਰੰਜ ਖੇਡਦੇ ਲੋਕ ਹਨ। ਵਾਰਸ, ਸੰਤ ਦਾ ਕਤਲ, ਫੁੱਲਾਂ ਦੀ ਫਸਲ ਉਸ ਦੀਆਂ ਪ੍ਰਸਿੱਧ ਕਹਾਣੀਆਂ ਹਨ। ਸ਼ਾਲਾ ਉਸ ਦੀ ਸਿਰਜਣਾਤਮਕ ਊਰਜਾ ਹਮੇਸ਼ਾ ਬਰਕਰਾਰ ਰਹੇ। ਸਰਗੀ ਨੇ ਇੱਕ ਇਤਰਾਜ਼ ਕੀਤਾ ਪਹਿਲਾਂ ਸ਼ੁਰੂ 'ਚ, ਕਹਿੰਦੇ ਪਤਨੀਆਂ ਨਹੀਂ ਨਾਲ ਲਿਆਉਂਦੇਗੇ। ਸਾਡੇ ਮੋਗੇ ਨਾ ਇੱਕ ਲੇਖਕ ਨੇ ਪੰਗਾ ਲੈ ਲਿਆ ਆਪਦੀ ਕਿਤਾਬ 'ਤੇ ਗੋਸ਼ਟੀ ਕਰਾਉਣ ਦਾ। ਖਰਚਾ ਵੀ ਉਹਨੇ ਆਪ ਕੀਤਾ ਅਤੇ ਉਹਦੇ 'ਚ ਮਾਂਜਾ ਉਹਦਾ ਥੋੜ੍ਹਾ ਜਿਹਾ ਜ਼ਿਆਦਾ ਲਾਤਾ। ਫਿਰ ਜਾ ਕੇ ਘਰੋਂ ਵੀ ਮਾਂਜਾ ਲੱਥਾ। ਉਹ ਆਦੀ ਜੇ ਇੰਨੇ ਕੁੱਤੇ ਖਾਣੀ ਕਰਾਉਣੀ ਸੀ ਪੈਸੇ ਲਾ ਕੇ ਤਾਂ ਇੰਨੀ ਕੁ ਤਾਂ ਮੈਂ ਘਰੇ ਕਰ ਦਿੰਦੀ। ਸੋ ਡਰ ਬਣਿਆ ਰਹਿੰਦਾ। ਖੈਰ ਇੱਥੇ ਤਾਂ ਹੈ ਨਹੀਂ ਸੀ ਇਹੋ ਜਿਹੀ ਡਰ ਵਾਲੀ ਗੱਲ, ਪਰ ਕੁਝ ਮਜਬੂਰੀਆਂ ਸੀ। ਉਹਦੀ ਹਾਜ਼ਰੀ ਪ੍ਰਵਾਨ ਕਰਿਓ। ਸਾਡੇ ਮਿੱਤਰ ਕਹਾਣੀਕਾਰ, ਸੰਪਾਦਕ
ਭਗਵੰਤ ਰਸੂਲਪੁਰੀ ਨੇ ਲੋੜੋਂ ਵੱਧ ਤਾਰੀਫ ਕੀਤੀ, ਕਹਾਣੀਆਂ ਦੀਆਂ ਵੀ ਗੱਲਾਂ ਕੀਤੀਆਂ। ਇਹ ਮੇਰਾ ਸਾਂਢੂ ਹੈ, ਇਸ਼ਕ ਸਾਂਢੂ ਵੀ ਹੈ। ਅਸੀਂ ਇੱਕ ਦੂਜੇ ਦੇ ਇਸ਼ਕ ਦੇ ਵਿੱਚ ਵੀ ਕਾਫੀ ਮਦਦ ਕਰਦੇ ਰਹੇ ਹਾਂ। ਸੋ ਇਹ ਕਈ ਸਾਂਝਾਂ ਹੁੰਦੀਆਂ, ਕਹਾਣੀ ਦੀਆਂ ਸਾਂਝਾਂ ਤਾਂ ਹੈਗੀਆਂ ਹੀ ਹੈਗੀਆਂ। ਸਰੋਜ ਹੱਸਦੀ ਹੈ, ਇਹਨੂੰ ਪਤਾ ਲਈ ਮੈਂ ਵੀ ਚਿੱਠੀਆਂ ਲੈਦਾ ਰਿਹਾ, ਭੈਣ ਜੀ ਸਰੋਜ ਭਗਵੰਤ ਬਹੁਤ ਅਦਾਸ ਹੈ, ਇਹੋ ਜਿਹਾ ਕਰਜ਼ੇ ਵੀ ਨਿਭਾਉਂਦਾ ਰਿਹਾ। ਅਸੀਂ ਆਪਣੇ ਪਿੱਤਰਾਂ ਦਾ ਕਰਜ਼ ਕਿਵੇਂ ਉਤਾਰਨਾ ਹੁੰਦਾ ਹੈ? ਸਾਡੇ ਬਾਬੇ ਨੇ ਸਦੀਆਂ ਪਹਿਲਾਂ ਇਹ ਭਰਮ ਭੁਲੇਖੇ ਦੂਰ ਕਰਤੇ ਸੀ। ਉਹ ਲੋਕ ਜਿਹੜੇ ਸੂਰਜ ਨੂੰ ਪਾਣੀ ਦੇ ਰਹੇ ਸੀ ਹਰਿਦੁਆਰ, ਤੇ ਵੀ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਆ, ਉਹਨਾਂ ਤੱਕ ਪਾਣੀ ਪਹੁੰਚਾ ਰਹੇ ਆ, ਉਹ ਕਿਤੇ ਪਿਆਸੇ ਨਾ ਮਰ ਜਾਣ। ਤੇ ਬਾਬੇ ਨੇ ਉੱਥੇ ਹੀ ਜਿਹੜੇ ਭਰਮ ਸਾਰੇ ਨਿਵਰਤ ਕਰਤੇ ਸੀਗੇ ਲਈ ਪਿੱਤਰਾਂ ਨੂੰ ਕਿਵੇਂ ਯਾਦ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਸਰਗੀ ਨਵਚੇਤਨ ਜਾਂ ਸਾਰਾ ਚੇਤਨ ਪਰਿਵਾਰ ਜਿਹੜਾ ਆਪਣੇ ਉਸ ਮਹਾਨ ਪਰਿਵਾਰਕ ਮੈਂਬਰ ਨੂੰ, ਪੁਰਖੇ ਨੂੰ, ਆਪਣੇ ਮਿੱਤਰ ਨੂੰ ਯਾਦ ਕਰ ਰਿਹਾ, ਇਸ ਤੋਂ ਵਧੀਆ ਮੈਂ ਸਮਝਦਾ ਇੰਨੀ ਖੂਬਸੂਰਤੀ ਨਾਲ ਜਿਵੇਂ ਯਾਦ ਕਰਦੇ ਆ, ਹੋਰ ਇਦੋਂ ਵਧੀਆ ਢੰਗ ਨਾਲ ਨਹੀਂ ਸੀ ਯਾਦ ਕੀਤਾ ਜਾ ਸਕਦਾ। ਉਹਨਾਂ ਦੇ ਬਹਾਨੇ ਸ਼ਬਦ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਉਹਨਾਂ ਦੀ ਦੇ ਅਵਾਰਡ ਹੋਰ ਵੀ ਮਿਲ ਸਕਦੇ, ਵੱਡੇ ਵੀ ਮਿਲ ਸਕਦੇ, ਛੋਟੇ ਵੀ ਮਿਲ ਸਕਦੇ ਆ, ਪਰ ਐਡੇ ਵੱਡੇ ਕਹਾਣੀਕਾਰ ਦੇ ਨਾਂ 'ਤੇ ਅਵਾਰਡ ਮਿਲਣਾ, ਮੇਰਾ ਖਿਆਲ ਸ਼ਾਇਦ ਇਦੋਂ ਵੱਡਾ ਅਵਾਰਡ ਕੋਈ ਵੀ ਨਹੀਂ ਹੋ ਸਕਦਾ। ਇਹ ਪਤਾ ਨਹੀਂ ਕਿਹੜੀ ਰਿਆਇਤ ਸਾਡੇ ਨਾਲ ਕਰਤੀ ਹੈ, ਅਵਾਰਡ ਇਹ ਦਿੱਤਾ। ਤੇ ਮੇਰੀ ਇੱਛਾ ਹੁੰਦੀ ਹੈ ਲੈ ਵੀ ਕਦੇ ਅਸੀਂ ਵੀ ਕੋਈ ਮਹਿੰਦੀ ਬਾਜ਼ਾਰ ਵਰਗੀ ਕਹਾਣੀ ਲਿਖ ਲਾਂਗੇ, ਕਦੇ ਸਾਡੇ ਤੋਂ ਵੀ ਕੋਈ ਪ੍ਰਕਰਮ ਵਰਗੀ, ਪਾਲਕ ਦੇ ਬੂਟੇ ਵਰਗੀ, ਧਰਮ ਯੁੱਧ ਜਾਰੀ ਵਰਗੀ ਕਹਾਣੀ ਕੋਈ ਲਿਖੀ ਜਾਊਗੀ ਕਿ ਨਹੀਂ ਲਿਖੀ ਜਾਊਗੀ। ਇਹ ਪਤਾ ਨਹੀਂ ਉਹਨਾਂ ਦੇ ਨਾਂ 'ਤੇ ਅੱਜ ਅਵਾਰਡ ਮਿਲ ਗਿਆ। ਸ਼ਾਇਦ ਸਾਨੂੰ ਵੀ ਚੇਤਨ ਸਾਹਿਬ ਜਿਹੜੀ ਆ ਇਹ ਸਮਰੱਥਾ ਬਖਸ਼ ਦੇਣ, ਕੋਈ ਅਸੀਂ ਵੀ ਇਹੋ ਜਿਹੀ ਕਹਾਣੀ ਲਿਖ ਦਈਏ। ਸਾਰੇ ਮਿੱਤਰ ਇਸ ਸਮਾਗਮ ਦੇ ਵਿੱਚ ਬਹੁਤ ਖੂਬਸੂਰਤ ਬੋਲੇ ਆ। ਥਿੰਦ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਕੋਈ ਅਵਾਰਡ ਪਹਿਲਾ ਜਾਂ ਦੂਜੇ ਨੰਬਰ ਦਾ ਅਵਾਰਡ ਨਹੀਂ ਕੋਈ ਹੁੰਦਾ ਗਾ। ਇਹ ਕੋਈ ਦੌੜ ਨਹੀਂ ਹੈਗੀ 100 ਮੀਟਰ ਦੀ ਜਿਹੜੀ ਆ ਸਟਾਰਟਿੰਗ ਲਾਈਨ ਤੋਂ ਸ਼ੁਰੂ ਹੋ ਕੇ ਦੌੜਨਾ। ਸਾਹਿਤ ਕੋਈ ਦੌੜ ਨਹੀਂ ਕਿਸੇ ਵੀ ਤਰ੍ਹਾਂ ਦੀ ਹੁੰਦੀ ਗੀ। ਇਹਦੇ 'ਚ ਸਾਰਿਆਂ ਦਾ ਵੱਖਰੋ ਵੱਖਰਾ ਆਪਣਾ ਆਪਣਾ ਅਨੁਭਵ ਹੁੰਦਾ ਹੈ। ਮੈਂ ਆਪਣੇ ਅਨੁਭਵ 'ਚੋਂ ਲਿਖਦਾ, ਜੋ ਮੈਂ ਹੰਢਾਇਆ, ਹੱਡੀ ਹੰਢਾਇਆ ਜਾਂ ਮੈਂ ਆਪਣੇ ਮੇਰੇ ਆਲੇ ਦੁਆਲੇ ਵਾਪਰਦਾ। ਥਿੰਦ ਸਾਹਿਬ ਆਪਣੇ ਨਾਲ ਲਿਖਦੇ ਆ, ਸਰਗੀ ਆਪਣੇ ਨਾਲ। ਇਸ ਤਰ੍ਹਾਂ ਦੀ ਕੋਈ ਵੱਡੇ ਛੋਟੇ ਦੀ ਸਾਹਿਤ ਦੇ ਵਿੱਚ ਮੈਂ ਸਮਝਦਾ ਕੋਈ ਗੱਲ ਨਹੀਂ ਹੁੰਦੀ ਗੀ। ਪਰ ਜਿਸ ਤਰ੍ਹਾਂ ਸਾਡੇ ਮਿੱਤਰ ਨੇ ਕਿਹਾ, ਭਗਵੰਤ ਨੇ, ਇਹ ਜਿਹੜੇ ਅਵਾਰਡ ਸਥਾਪਿਤ ਹੋਏ ਆ ਜਾਂ ਕੀਤੇ ਗਏ ਆ ਜਾਂ ਮਿਲਦੇ ਆ, ਇਹ ਹੁਲਾਰਾ ਤਾਂ ਜ਼ਰੂਰ ਦਿੰਦੇ ਆ ਲੇਖ ਨੂੰ। ਇੱਕ ਜ਼ਿੰਮੇਵਾਰੀ ਵੀ ਆਇਦ ਕਰ ਦਿੰਦੇ ਆ ਤੁਹਾਡੇ 'ਤੇ। ਕਈ ਅਵਾਰਡ ਜਿਹੜੇ ਆ ਉਹ ਹਾਸਲ ਕਰਕੇ ਬੰਦਾ ਕਈ ਦਿਨ ਲੁਕਦਾ ਵੀ ਰਹਿੰਦਾ ਵੈ, ਛੁਪਦਾ ਵੀ ਰਹਿੰਦਾ, ਗਿਲਟੀ ਵੀ ਫੀਲ ਕਰਦਾ ਹੈ। ਪਰ ਕਈ ਅਵਾਰਡ ਜਿਹੜੇ ਆ ਤੁਹਾਨੂੰ ਉੱਚਾ ਵੀ ਕਰ ਦਿੰਦੇ ਆ, ਮਾਣ ਸਨਮਾਨ ਵੀ ਤੁਹਾਡਾ ਵਧਾਉਂਦੇ ਆ, ਔਰ ਤੁਹਾਡੇ ਅੰਦਰ ਜਿਹੜੀ ਇੱਕ ਊਰਜਾ ਹੈਗੀ ਹੈ ਉਹਨੂੰ ਹੋਰ ਵੀ ਜ਼ੋਰਦਾਰ ਢੰਗ ਦੇ ਨਾਲ ਜਿਹੜੀ ਆ ਬਲ ਲਾ ਦਿੰਦੇ ਆ। ਇਹ ਦਲਵੀਰ ਚੇਤਨ ਅਵਾਰਡ ਇਸ ਤਰ੍ਹਾਂ ਦਾ ਹੈ ਜਿਹਨੂੰ ਹਾਸਲ ਕਰਕੇ ਮੈਨੂੰ ਨਾ ਤਾਂ ਮੂੰਹ ਲੁਕਾਉਣ ਦੀ ਲੋੜ ਪੈਣੀ ਹੈ, ਨਾ ਕੋਈ ਇਸ ਤਰ੍ਹਾਂ ਦਾ ਡਰ ਰਹੂਗਾ ਲੈ ਵੀ ਤੂੰ ਕਿਵੇਂ ਹਾਸਲ ਕਰ ਲਿਆ। ਇਹ ਪਤਾ ਨਹੀਂ ਮੇਰੇ ਨਾਲ ਰਾਇਤ ਤਾਂ ਕੀਤੀ ਹੋਊਗੀ ਪੱਕੀ, ਮੈਂ ਯੋਗ ਨਹੀਂ ਸੀ ਇਹਦੇ, ਬਟ ਜੇ ਮੈਨੂੰ ਦਿੱਤਾ ਹੈ ਤਾਂ ਮੇਰੇ 'ਤੇ ਜ਼ਿੰਮੇਵਾਰੀ ਬਹੁਤ ਵੱਡੀ ਬਣ ਗਈ ਹੈ। ਕਮ ਸੇ ਕਮ ਜਦੋਂ ਮੈਂ ਹੁਣ ਕਹਾਣੀ ਲਿਖੂੰਗਾ ਤਾਂ ਮੇਰੇ ਨਾਲ ਚੇਤਨ ਸਾਹਿਬ ਬੈਠੇ ਹੋਣਗੇ, ਇਹ ਮੈਂ ਮਹਿਸੂਸ ਕਰਦਾ। ਕਿਉਂਕਿ ਜਦੋਂ ਮੈਂ ਇੱਕ ਆਤੂ ਖੋਜੀ ਕਹਾਣੀ ਲਿਖੀ ਆ, ਸਾਰੀ ਮੈਨੂੰ ਆਤੂ ਖੋਜੀ ਵਾਲੇ ਕਹਾਣੀ ਕਰਕੇ ਜਾਣਦੇ ਜ਼ਿਆਦਾ। ਮੈਂ ਜਦੋਂ ਦਫ਼ਤਰ ਵਿੱਚ ਵੀ ਬੈਠਦਾ ਆਪਣੇ, ਤਾਂ ਉੱਥੇ ਆਤੂ ਖੋਜੀ ਮੇਰੇ ਨਾਲ ਕੁਰਸੀ 'ਤੇ ਬੈਠਾ ਹੁੰਦਾ ਹੈ। ਮੈਂ ਕੋਈ ਮਾੜੀ ਮੋਟੀ ਮੇਰੇ ਮਨ 'ਚ ਕਿਤੇ ਮੈਲ ਆਉਂਦੀ ਵੀ ਹੈ ਨਾ, ਤਾਂ ਆਤੂ ਖੋਜੀ ਮੈਨੂੰ ਮੜ ਕੇ ਬਾਂਹ ਫੜ ਕੇ ਰੋਕ ਦਿੰਦਾ ਵੈ ਵੀ ਇਹ ਨਹੀਂ ਯਾਰ, ਤੇਰੀ ਇਸ ਤਰ੍ਹਾਂ ਨਹੀਂ ਹੈਗੀ, ਤੂੰ ਕੀ
ਕਿਰਦਾਰ ਤੇਰਾ ਕੀ ਹੈ, ਲਿਖਦਾ ਕੀ ਹੈ, ਤੇਰੀ ਰਚਨਾ ਕੀ ਹੈ ਤੇ ਤੂੰ ਰਚਨਾਕਾਰ ਕਿਹੋ ਜਿਹਾ ਹੈ। ਤਾਂ ਇਹ ਇਸ ਤਰ੍ਹਾਂ ਜਿਵੇਂ ਸਾਡੇ ਪਾਤਰ ਸਾਨੂੰ ਸਾਡੇ ਨਾਲ ਖੜੇ ਰਹਿੰਦੇ ਹੈ, ਸਾਨੂੰ ਚੰਗੇ ਮਾੜੇ ਪੱਖ ਤੇ ਵੱਲ ਵੀ ਲੈ ਕੇ ਜਾਂਦੇ ਹੈ, ਰੋਕਦੇ ਆ ਸਾਨੂੰ ਮਾੜੇ ਕੰਮਾਂ ਤੋਂ। ਤੇ ਹੁਣ ਇਸ ਅਵਾਰਡ ਨੇ ਵੀ ਮੈਨੂੰ ਮਾੜੇ ਕੰਮਾਂ ਤੋਂ ਰੋਕਣਾ ਹੈ, ਸ਼ਬਦਾਂ ਨਾਲ ਜੋੜਨਾ ਹੈ, ਚੰਗੇ ਸ਼ਬਦਾਂ ਨਾਲ ਜੋੜਨਾ ਮੇਰੇ ਤੇ ਜ਼ਿੰਮੇਵਾਰੀ ਹੈ, ਇਹਦੀ ਕੀਤੀ ਹੈ। ਮੈਂ ਉਹਨਾਂ ਦੀ ਰੂਹ ਨੂੰ ਨਤਮਸਤਕ ਹੋ ਕੇ ਉਹਨਾਂ ਨੂੰ ਬੇਨਤੀ ਕਰਦਾ, ਉਹ ਕਿਉਂਕਿ ਕਿਤੇ ਨਹੀਂ ਗਏ, ਕਿ ਕੋਲੇ ਹੀ ਆ, ਸਾਡੇ ਦਰਮਿਆਨ ਆ। ਸ਼ਬਦ ਨੇ ਤਾਂ ਹਮੇਸ਼ਾ ਰਹਿਣਾ, ਸਿਰਜਣਹਾਰ ਨੇ ਹਮੇਸ਼ਾ ਰਹਿਣਾ ਵਾ, ਸੁਖਨਵਰ ਨੇ ਬਣਿਆ ਰਹਿਣਾ ਵਾ, ਜਿੰਦਾ ਰਹਿਣਾ। ਤਾਂ ਉਹ ਜਿੱਥੇ ਵੀ ਹੈਗੇ ਆ, ਸਾਨੂੰ ਦੇਖ ਰਹੇ ਆ, ਉਹ ਇੰਨੀ ਕੁ ਸ਼ਕਤੀ ਸਾਨੂੰ ਦੇ ਦੇਣ, ਸਾਡੇ ਤੋਂ ਵੀ ਪਾਲਕ ਦੇ ਬੂਟੇ ਵਰਗੀ ਕਹਾਣੀ ਲਿਖਾ ਲੈਣ, ਸਾਨੂੰ ਵੀ ਕੋਈ ਯਾਦ ਕਰਿਆ ਕਰੇ। ਮੇਰੇ ਲਈ ਨਿੱਜੀ ਤੌਰ 'ਤੇ ਬੜਾ ਭਾਵੁਕ ਜਿਹਾ ਸਮਾਂ ਹੈ। ਭਾਵੁਕ ਦੋ ਗੱਲਾਂ ਕਰਕੇ ਹੈ। ਇੱਕ ਤਾਂ ਵੱਡੇ ਭਾਜੀ ਹੋਰਾਂ ਦਾ ਚਿਹਰਾ ਬਾਰ-ਬਾਰ ਅੱਖਾਂ ਸਾਹਮਣੇ ਆ ਰਿਹਾ। ਇਹ ਉਹ ਸ਼ਖਸ ਨੇ ਜਿਨ੍ਹਾਂ ਨੂੰ ਬਹੁਤ ਛੋਟੇ ਹੁੰਦਿਆਂ ਹੀ ਕਿਸੇ ਨਾ ਕਿਸੇ ਰੂਪ 'ਚ ਜਾਣਨਾ ਦਾ ਸਬੱਬ ਬਣਿਆ। ਮੇਰੇ ਭਾਬੀ ਜੀ ਧਾਰੜ ਪਿੰਡ ਤੋਂ ਸਨ, ਜਿੱਥੇ ਚੇਤਨ ਸਾਹਿਬ ਆਪਣਾ ਸਕੂਲ ਚਲਾਇਆ ਕਰਦੇ ਸਨ, ਅਤੇ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਕਰਿਆ ਕਰਨੀਆਂ ਕਿ ਸਾਡੇ ਉੱਥੇ ਦਲਬੀਰ ਚੇਤਨ ਹੋਰੀ ਨਾ ਬੜੇ ਵੱਡੇ ਲੇਖਕ ਨੇ, ਉਹਨਾਂ ਕੋਲ ਬੜੇ ਲੇਖਕ ਆਉਂਦੇ ਹੁੰਦੇ ਨੇ। ਉਹਨਾਂ ਨੇ ਪ੍ਰੇਮ ਬੋਰਖੀ ਦਾ ਜ਼ਿਕਰ ਕਰਨਾ, ਉਹਨਾਂ ਨੇ ਕਿਰਪਾਲ ਕਜ਼ਾਕ ਹੋਰਾਂ ਦਾ ਜ਼ਿਕਰ ਕਰਨਾ, ਜਸਵੀਰ ਭੁੱਲਰ ਹੋਰਾਂ ਦਾ ਜ਼ਿਕਰ ਕਰਨਾ, ਅਤੇ ਬਾਅਦ ਦੇ ਸਮਿਆਂ 'ਚ ਬੀਬਾ ਬਲਵੰਤ ਹੋਰਾਂ ਬਾਰੇ ਵੀ ਉਹਨਾਂ ਨੇ ਜ਼ਿਕਰ ਕਰਨਾ ਕਿ ਉਹਨਾਂ ਦੇ ਦੋਸਤ ਨੇ, ਉਹ ਬੜੇ ਵਧੀਆ, ਬੜੇ ਨਫੀਸ ਇਨਸਾਨ ਨੇ। ਇਸ ਕਿਸਮ ਨਾਲ ਮੇਰੀ ਜਿਹੜੀ ਬਹੁਤ, ਮੈਂ ਉਦੋਂ ਛੋਟੀ ਅਜੇ ਉਮਰ ਦੇ ਵਿੱਚ ਸੀ, 8ਵੀਂ ਦਾ ਵਿਦਿਆਰਥੀ, ਜਦੋਂ ਦਲਬੀਰ ਚੇਤਨ ਹੋਰਾਂ ਮੇਰੇ ਕੋਲ ਚੱਲ ਕੇ ਮੇਰੇ ਪਿੰਡ, ਮੇਰੇ ਘਰ ਤੱਕ ਮੇਰੇ ਕੋਲ ਪਹੁੰਚ ਗਏ, ਅਤੇ ਤੁਹਾਡੀ ਜਾਣਨ ਦੀ ਜਿਗਿਆਸਾ ਹੁੰਦੀ ਹੈ ਬੰਦੇ ਨੂੰ, ਕਿ ਜਿਹਦੇ ਬਾਰੇ ਕਹਿਣ ਦਾ ਮਤਲਬ ਕਿ ਜਿਹੜੀ ਖੁਸ਼ਬੂ ਹੈ ਨਾ ਕਿਸੇ ਬੰਦੇ ਦੀ, ਜਿਹੜੀ ਚੰਗਿਆਈ ਹੈ, ਉਹ ਬੰਦੇ ਤੋਂ ਵੀ ਅੱਗੇ ਚੱਲ ਕੇ ਉਸ ਤੋਂ ਵੀ ਮੋਹਰੇ ਉਸ ਤੋਂ ਪਹਿਲਾਂ ਪਹੁੰਚ ਜਾਂਦੀ ਹੈ। ਇਹ ਦੂਜੇ ਰੂਪ 'ਚ ਵੀ ਹੁੰਦਾ ਹੈ। ਤੁਹਾਡੀ ਜਿਹੜੀ ਬੁਰਾਈ ਹੈ ਉਹ ਵੀ ਸ਼ਾਇਦ ਉਸ ਤੋਂ ਵੀ ਵੱਧ ਸਪੀਡ ਨਾਲ ਪਹੁੰਚਦੀ ਹੈ। ਪਰ ਚੇਤਨ ਭਾਜੀ ਹੋਰਾਂ ਦੀ ਜਿਹੜੀ ਖੁਸ਼ਬੂ ਸੀ, ਉਹ ਮੇਰੇ ਕੋਲ ਪਿੰਡ ਬੂਲਪੁਰ ਦੇ ਵਿੱਚ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਰਾਹੀਂ ਪਹੁੰਚੀ। ਅਤੇ ਭਾਜੀ ਹੋਰੀ ਗੱਲ ਵੀ ਰਿਸ਼ਤਿਆਂ ਦੇ ਆਰ ਪਾਰ ਦੀ ਅਤੇ ਉਹਨਾਂ ਰਿਸ਼ਤਿਆਂ 'ਚ ਫੈਲੀ ਹੋਈ ਮੁਹੱਬਤ ਦੀ ਕਰਿਆ ਕਰਦੇ ਸਨ, ਔਰ ਸਾਰੇ ਸੰਸਾਰ ਨੂੰ ਮੁਹੱਬਤ ਦੇ ਰਿਸ਼ਤੇ 'ਚ ਗੰਢਣ ਦੀ ਜਿਹੜੀ ਉਹਨਾਂ ਦੀ ਗੱਲ ਸੀ, ਉਹਨਾਂ ਦੀ ਕਹਾਣੀ ਦੇ ਵਿੱਚ ਜਿਹੜੀ ਕੇਂਦਰ ਦੇ ਵਿੱਚ ਗੱਲ ਪਈ ਸੀ, ਉਹ ਜਦੋਂ ਵੱਡੇ ਹੋ ਕੇ ਕਹਾਣੀਆਂ ਉਹਨਾਂ ਦੀਆਂ ਪੜ੍ਹੀਆਂ ਤਾਂ ਉਹਨਾਂ ਦੀ ਕਹਾਣੀਆਂ ਦੀ ਉਸ ਊਰਜਾ ਨੇ ਪ੍ਰੇਰਿਤ ਕੀਤਾ। ਔਰ ਮੈਂ ਸਮਝਦਾ ਕਿ ਜਿੱਥੇ ਬਹੁਤ ਸਾਰੇ, ਇਹ ਤਾਂ ਕਹਿਣਾ ਖੈਰ ਮੁਸ਼ਕਿਲ ਹੁੰਦਾ ਹੈ ਕਿ ਜੇ ਮੈਂ ਫੁੱਲਾਂ ਦੀ ਫਸਲ ਰਾਹੀਂ ਆਪ ਸਭ ਦੇ ਸਾਹਮਣੇ ਹੋਇਆ, ਤੁਸੀਂ ਉਹਨੂੰ ਪਹਿਚਾਣਿਆ ਹੈ ਔਰ ਉਸ ਸ਼ਨਾਖਤ 'ਤੇ ਅੱਜ ਮੋਹਰ ਵੀ ਲਾਈ ਹੈ, ਤਾਂ ਉਹਦੇ 'ਚ ਮੈਂ ਸਮਝਦਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਪਾ ਦੀ ਖਿੜੀ ਹੋਈ ਮੁਸਕਰਾਹਟ ਵਰਗਾ ਜਿਹੜਾ ਚਿਹਰਾ ਹੈ, ਇਸ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਹੈ। ਇਹ ਜਿਹੜੇ ਮੇਰੇ ਅੰਦਰ ਜੋ ਕੁਝ ਡਿੱਗਾ ਹੈ, ਉਹਦੇ 'ਚ ਹੋਰ ਵੀ ਮਹਾਨ ਜਿਹੜੇ ਪੰਜਾਬੀ ਦੇ ਲੇਖਕ ਨੇ, ਉਹਨਾਂ ਦਾ ਵੀ ਯੋਗਦਾਨ ਹੈ। ਪਰ ਇਸ ਸ਼ਖਸ ਦਾ, ਜਿਹਦਾ ਮੈਂ ਦੱਸਿਆ ਕਿ ਉਹਦੀਆਂ ਕਹਾਣੀਆਂ ਬਾਅਦ 'ਚ ਪਹੁੰਚੀਆਂ, ਉਹਦੀ ਪਰਸਨੈਲਿਟੀ ਦੀ ਜਿਹੜੀ ਖੁਸ਼ਬੂ ਸੀ ਉਹ ਪਹਿਲਾਂ ਪਹੁੰਚ ਗਈ, ਅਤੇ ਉਸ ਤੋਂ ਬਾਅਦ ਉਹਦਾ ਸਾਹਿਤ ਪਹੁੰਚਿਆ, ਅਤੇ ਉਸ ਰਾਹੀਂ ਇਹ ਸਾਰਾ ਕੁਝ, ਇਹ ਜਿਹੜਾ ਸ਼ਖਸ ਅੱਜ ਤੁਹਾਡੇ ਸਾਹਮਣੇ ਖੜਾ ਹੈ, ਇਹ ਉਸ ਸਾਰੇ ਕੁਝ 'ਚੋਂ ਹੀ ਸਿਰਜ ਹੋ ਰਿਹਾ ਬੰਦਾ ਹੈ। ਇਸ ਪੀੜ੍ਹੀ ਨੇ ਬਹੁਤ ਕਮਾਲ ਦੀਆਂ ਕਹਾਣੀਆਂ ਲਿਖੀਆਂ ਨੇ। ਜਿਹੜੀ ਸਾਡੇ ਕੋਲ ਤੀਜੇ ਪੜਾਅ ਦੇ ਕਹਾਣੀਕਾਰ ਸੀ, ਇਹਨੂੰ ਮੈਂ ਗੋਲਡਨ ਪੀਰੀਅਡ ਕਹਿੰਦਾ ਹੈ, ਸੁਨਹਿਰੀ ਯੁੱਗ ਹੈ ਪੰਜਾਬੀ ਕਹਾਣੀ ਦਾ, ਜਦੋਂ ਕਹਾਣੀ ਇੱਕ ਕਰਵਟ ਲੈਂਦੀ ਹੈ ਨਵੇਂ ਤਰ੍ਹਾਂ ਦੀ। ਅਤੇ ਉਹਦੇ ਵਿੱਚ ਚੇਤਨ ਸਾਹਿਬ ਹੋਰੀ ਵੀ ਸ਼ਾਮਲ, ਅਤੇ ਉਸ ਤੋਂ ਬਾਅਦ ਚੌਥਾ ਪੜਾਅ ਆਉਂਦਾ ਹੈ 90 ਦੇ ਨੇੜੇ ਤੇੜੇ, ਜਿੱਥੇ ਅੱਜ ਬੈਠੇ ਹੋਏ ਗੁਰਮੀਤ ਕੜਿਆਲਵੀ ਜਾਂ ਭਗਵੰਤ ਰਸੂਲਪੁਰੀ ਹੋਰੀ, ਇਹ ਸੱਜਣ ਆਉਂਦੇ ਨੇ। ਔਰ ਮੈਨੂੰ ਇਸ ਮੌਕੇ 'ਤੇ ਇਹੀ ਗੱਲ ਯਾਦ ਆ ਰਹੀ ਹੈ, ਭਾਜੀ ਹੋਰਾਂ ਦੀ ਗੱਲ ਹੀ ਯਾਦ ਆ ਰਹੀ ਹੈ। ਉਹਨਾਂ ਕਿਹਾ ਸੀ ਕਿ ਜਿਹੜੀ ਕੁਦਰਤ ਹੈ ਨਾ, ਕੁਦਰਤ ਕਿਸੇ ਦੇ ਹੱਥ 'ਚ ਚਵਾਨੀ ਫੜਾ ਦਿੰਦੀ ਹੈ ਅਤੇ ਕਿਸੇ ਦੇ ਹੱਥ 'ਚ ਅਠਿਆਨੀ। ਇਹ ਫਿਰ ਫੜਨ ਵਾਲੇ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਮਿਹਨਤ ਦੇ ਬਲਬੂਤੇ, ਆਪਣੀ ਸਿਰਜਣਾ ਦੇ ਵਿੱਚ ਆਪਣਾ ਪਹਿਲਾ ਰੁਪਈਆ ਕੌਣ ਪਹਿਲੋਂ ਸ਼ਾਮਲ ਕਰਦਾ ਹੈ। ਮੁਬਾਰਕਾਂ ਗੁਰਮੀਤ ਕੜਿਆਲਵੀ ਨੂੰ ਔਰ ਭਗਵੰਤ ਰਸੂਲਪੁਰੀ ਹੋਰਾਂ ਨੂੰ ਇਸ ਗੱਲ ਦੀਆਂ ਕਿ ਇਹਨਾਂ ਨੇ
ਇਹਨਾਂ ਕੋਲ ਚਵਾਨੀ ਸੀ ਜਾਂ 98 ਸੀ ਜਾਂ ਇਹ ਨਹੀਂ ਪਤਾ ਸਾਨੂੰ, ਲੇਕਿਨ ਇਹਨਾਂ ਨੇ ਆਪਣੀ ਉਸ ਸਿਰਜਣਕਾਰੀ ਦਾ ਜਿਹੜਾ ਰੁਪਈਆ ਸੀ ਉਹ ਮੇਰੇ ਤੋਂ ਬਹੁਤ ਪਹਿਲਾਂ ਸ਼ਾਮਲ ਕੀਤਾ। ਇਸ ਲਈ ਇਹਨਾਂ ਨੂੰ ਵਿਸ਼ੇਸ਼ ਮੁਬਾਰਕਾਂ। ਮੇਰੇ ਹਾਣੀ ਨੇ ਮੇਰਾ ਸਫ਼ਰ ਜਿਹੜਾ ਹੈ ਉਹ ਇੱਕ ਵੱਖਰੇ ਰੂਟ ਤੋਂ ਆਲੋਚਨਾ ਦੇ ਖੇਤਰ, ਫਿਰ ਸਫ਼ਰਨਾਮੇ ਦੇ ਖੇਤਰ, ਅਤੇ ਉਸ ਤੋਂ ਬਾਅਦ 2010 ਦੇ ਨੇੜੇ ਤੇੜੇ ਮੇਰੇ ਕੋਲ ਸ਼ਾਇਦ ਹੋ ਸਕਦਾ 98 ਜਾਂ 75 ਪੈਸੇ ਵੀ ਹੋਣ ਮੇਰੇ ਹੱਥ 'ਚ, ਪਰ ਉਹ ਫੜੇ ਰਹੇ, ਹੱਥ 'ਚ ਘੁੱਟੇ ਰਹੇ। ਉਹ ਰੁਪਈਆ ਬਣਦਿਆਂ 2020 ਆ ਗਿਆ, ਪਰ ਮੇਰੇ ਚੰਗੇ ਭਾਗ ਕਿ ਉਹ 2020 'ਚ ਆਇਆ ਅਤੇ ਉਸ ਨੂੰ ਸ਼ਨਾਖਤ ਬਹੁਤ ਜਲਦੀ ਮਿਲੀ। ਇਹ ਮੈਂ ਖੁਸ਼ਕਿਸਮਤੀ ਸਮਝਦਾ, ਕਿਉਂਕਿ ਸਾਹਿਤਕ ਰਚਨਾ ਜਿਹੜੀ ਹੈ ਉਹਨੂੰ ਤੁਸੀਂ ਵੱਡੀ ਤੋਂ ਵੱਡੇ ਸਾਹਿਤਕਾਰ ਬਾਰੇ ਵੀ ਕਹਿ ਸਕਦੇ ਹਾਂ, ਇਹਦੇ 'ਚ ਕੀ ਹੈ, 2 ਸ਼ਬਦਾਂ ਨਾਲ ਤੁਸੀਂ ਉਹਨੂੰ ਪਰੇ ਕਰ ਸਕਦੇ ਹੋ। ਲੇਕਿਨ ਜਿਹੜੀ ਇੱਕ ਆਮ ਰਾਏ ਹੁੰਦੀ ਹੈ, ਵੱਡੇ ਸਮੂਹ ਦੀ ਰਾਏ ਹੁੰਦੀ ਹੈ, ਉਹਨੂੰ ਨਹੀਂ ਪਰੇ ਕਰ ਸਕਦੇ। ਤੁਸੀਂ ਨਿੱਜੀ ਰੂਪ 'ਚ ਤਾਂ ਪਰੇ ਕਰ ਸਕਦੇ ਹੋ, ਵੱਡੇ ਤੋਂ ਵੱਡੇ ਰਾਈਟਰ, ਤੁਸੀਂ ਕੁਲਵੰਤ ਸਿੰਘ ਵਿਰਕ ਬਾਰੇ ਵੀ ਕਹਿ ਸਕਦੇ ਹੋ ਉਹਦੀ ਕੋਈ ਕਹਾਣੀ ਪਕੜ ਕੇ ਕੀ ਹੈ ਉਹਦੇ ਵਿੱਚ, ਮੰਟੋ ਬਾਰੇ ਵੀ ਕਹਿ ਸਕਦੇ ਹੋ ਉਹਦੀ ਕੋਈ ਕਮਜ਼ੋਰ ਕਹਾਣੀ ਫੜ ਕੇ, ਲੇਕਿਨ ਜਿਹੜੀ ਇੱਕ ਸਮੁੱਚੀ ਰਾਏ ਬਣਦੀ ਹੈ ਉਹਦਾ ਬਹੁਤ ਵੱਡਾ ਮੁੱਲ ਹੁੰਦਾ ਹੈ। ਅਤੇ ਮੈਂ ਖੁਸ਼ਕਿਸਮਤੀ ਕਹਾਂਗਾ, ਗਿਣਤੀ ਦੀਆਂ ਕੁਝ ਕਹਾਣੀਆਂ ਲਿਖੀਆਂ ਅਤੇ ਉਹਦਾ ਜਿਸ ਕਿਸਮ ਨਾਲ ਸਵਾਗਤ ਹੋਇਆ, ਔਰ ਇਸ ਕਿਸਮ ਦੀ ਮੋਹਰ ਲੱਗਣੀ, ਇਸ ਲਈ ਤਾਂ ਮੈਨੂੰ ਲੱਗਦਾ ਹੈ ਕਿ ਧੰਨਵਾਦ ਦੇ ਸ਼ਬਦ ਬਹੁਤ ਥੋੜ੍ਹੇ ਨੇ। ਔਰ ਇਹ ਮੋਹਰ ਵਿਸ਼ੇਸ਼ ਹੈ ਇਸ ਕਰਕੇ ਕਿਉਂਕਿ ਮੈਂ ਆਪ ਇਸ ਖੇਤੇ ਨਾਲ ਜਾਂ ਇਸ ਖੇਤਰ ਨਾਲ ਬਹੁਤ ਨੇੜਿਓਂ ਵਿਚਰਨ ਵਾਲਾ, ਗਹਿ ਰੂਪ 'ਚ ਵਿਚਰਨ ਵਾਲਾ, ਔਰ ਬਹੁਤ ਸਾਰੀਆਂ ਵਰਤਾਰਿਆਂ 'ਤੇ ਉਂਗਲ ਧਰਨ ਵਾਲਾ ਵਿਅਕਤੀ ਹਾਂ, ਮੋਹਰੇ ਹੋ ਕੇ ਉਂਗਲ ਧਰਨ ਵਾਲਾ ਵਿਅਕਤੀ ਹਾਂ। ਇਹ ਜਿਹੜਾ ਸਨਮਾਨ ਇਹ ਦਿੰਦੇ ਨੇ, ਇਹਦੇ 'ਚ ਜਿਹੜੀ ਸਭ ਤੋਂ ਵੱਡੀ ਗੱਲ ਹੈ, ਇਹ ਨਾ ਗੁਰਮੀਤ ਕੜਿਆਲਵੀ ਨੂੰ ਦਿੱਤਾ ਗਿਆ ਹੈ, ਨਾ ਸੁਖਪਾਲ ਥਿੰਦ ਨੂੰ ਦਿੱਤਾ ਗਿਆ ਹੈ, ਇਹ ਜਾਂ ਫੁੱਲਾਂ ਦੀ ਫਸਲ ਨੂੰ ਦਿੱਤਾ ਗਿਆ ਜਾਂ ਹਾਰੀ ਨਾ ਬਚਨਿਆਂ ਨੂੰ ਦਿੱਤਾ ਗਿਆ। ਮੁਖਤਿਆਰ ਗਿੱਲ ਹੋਰੀ ਵੱਡੇ ਭਾਜੀ ਨੇ, ਸਾਡੇ ਵੱਡੇ ਕਹਾਣੀਕਾਰ ਨੇ, ਇਹਨਾਂ ਦੀ ਤਾਂ ਸ਼ਖਸੀਅਤ ਕਿਉਂਕਿ ਸਮੁੱਚੀ ਜੀਵਨ ਦੀ ਪ੍ਰਾਪਤੀਆਂ ਲਈ ਦਿੱਤਾ ਜਾਣਾ ਬਣਦਾ। ਜਦੋਂ ਬੰਦਾ ਇੰਨੀ ਇੱਕ ਘਾਲ ਕਮਾਈ ਕਰ ਚੁੱਕਾ ਸਾਰੀ ਉਮਰ ਦੇ ਵਿੱਚ, ਤਾਂ ਉਹਦੀ ਉਸ ਗੱਲ ਨੂੰ, ਭਾਜੀ ਹੋਰੀ ਤਾਂ ਉਸ ਸ਼੍ਰੇਣੀ 'ਚ ਨੇ, ਲੇਕਿਨ ਅਸੀਂ ਦੋਨੇ ਹੀ ਉਸ ਸ਼੍ਰੇਣੀ ਦੇ ਬੰਦੇ ਹਾਂ ਜਿਨ੍ਹਾਂ ਦਾ ਚਿਹਰਾ ਨਹੀਂ ਸਾਹਮਣੇ, ਜਿਨ੍ਹਾਂ ਦੀਆਂ ਕਿਤਾਬਾਂ ਸਾਹਮਣੇ ਨੇ, ਔਰ ਅੱਜ ਵੀ ਵੱਡੇ ਭਾਜੀ ਹੋਰਾਂ ਦੇ ਖਿੜੇ ਹੋਏ ਚਿਹਰੇ ਨਾਲ ਉਹ 2 ਕਿਤਾਬਾਂ ਹੀ ਨੇ ਸਾਹਮਣੇ। ਇਹ ਬੰਦੇ ਥੱਲੇ ਬੈਠੇ ਨੇ, ਬੰਦੇ ਪਿਛੋਕੜ 'ਚ ਨੇ। ਇਸ ਇਨਾਮ ਦੀ ਵੱਡੀ ਗੱਲ ਇਹ ਹੈ, ਔਰ ਜਿਸ ਤਰ੍ਹਾਂ ਦਾ ਸੁਭਾਅ ਹੈ ਇਸ ਪਰਿਵਾਰ ਦੇ ਬੰਦਿਆਂ ਦਾ, ਦਲਬੀਰ ਚੇਤਰ ਹੋਰਾਂ ਨੂੰ ਥੋੜ੍ਹਾ ਬਹੁਤਾ ਜਾਣਿਆ ਨੇੜਿਓਂ, ਔਰ ਸਰਗੀ ਹੋਰਾਂ ਨਾਲ ਥੋੜ੍ਹਾ ਵੱਧ ਵਾਹ ਰਹਿੰਦਾ ਹੈ। ਇਹ ਬੇਬਾਕੀ ਨਾਲ ਆਪਣੀ ਗੱਲ ਕਹਿ ਦੇਣ ਵਾਲੇ, ਵਰਤਾਰਿਆਂ 'ਤੇ ਉਂਗਲ ਧਰਨ ਵਾਲੇ ਲੋਕ ਨੇ, ਬਹੁਤੇ ਲਿਹਾਜ਼ ਵਿੱਚ ਪੈਣ ਵਾਲੇ ਵਿਅਕਤੀ ਨਹੀਂ ਹੈ। ਇਸ ਕਰਕੇ ਜੇ ਇਹ ਕਿਸੇ ਗੱਲ ਦੀ ਚੋਣ ਕਰਦੇ ਆ ਅਤੇ ਉਹ ਚੋਣ ਐਵੇਂ ਨਹੀਂ ਸੁੱਟੀ ਜਾ ਸਕਦੀ। ਇਸ ਕਰਕੇ ਅਸੀਂ ਉਹਦੇ 'ਚ ਸ਼ਾਮਲ ਹੋ ਸਕੇ, ਇਹ ਖੁਸ਼ਕਿਸਮਤੀ ਕਹਿ ਲਓ। ਇਸ ਲਈ ਧੰਨਵਾਦ ਵੀ, ਔਰ ਮੈਂ ਵਿਸ਼ੇਸ਼ ਤੌਰ 'ਤੇ ਇਸ ਕਰਕੇ ਧੰਨਵਾਦ ਕਰਨਾ ਚਾਹਾਂਗਾ ਕਿ ਜੇ ਤੁਹਾਨੂੰ ਕਿਸੇ ਵੇਲੇ ਰਾਮ ਸਰੂਪ ਪੰਖੀ ਹੋਰਾਂ ਨੇ ਕਿਹਾ ਸੀ, ਇੱਕ ਵਾਰ ਉਹਨਾਂ ਨੂੰ ਇੰਟਰਵਿਊ 'ਚ ਸਵਾਲ ਪੁੱਛਿਆ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਉਹਨਾਂ ਨੂੰ ਵੱਡਾ ਨਾਮ ਮਿਲਿਆ, ਉਹ ਕਹਿੰਦੇ ਵੀ ਜਦੋਂ ਤਾਂ ਬਦਾਮ ਖਾਣ ਦੀ ਉਮਰ ਸੀਗੀ, ਮੂੰਹ 'ਚ ਦੰਦ ਸੀ, ਉਦੋਂ ਬਦਾਮ ਨਹੀਂ ਮਿਲੇ, ਅਤੇ ਜਦੋਂ ਬਦਾਮ ਮਿਲੇ ਨੇ ਹੁਣ ਮੂੰਹ 'ਚੋਂ ਦੰਦ ਨਿਕਲ ਗਏ। ਮੇਰੀ ਫਿਰ ਖੁਸ਼ਕਿਸਮਤੀ ਕਿ ਬਦਾਮ ਉਸ ਉਮਰ 'ਚ ਹੀ ਮਿਲ ਰਹੇ ਨੇ, ਚੇਤਨ ਪਰਿਵਾਰ ਹੋਰਾਂ ਦੀ ਬਦੌਲਤ ਮਿਲ ਰਹੇ ਨੇ, ਔਰ ਇਹ ਟਕਸਾਲੀ ਇੱਕ ਮੋਹਰ ਲੱਗ ਰਹੀ ਹੈ। ਲੇਕਿਨ ਇਸ ਮੋਹਰ ਨਾਲ ਜੁੜੀ ਹੋਈ ਜ਼ਿੰਮੇਵਾਰੀ ਦਾ ਮੈਨੂੰ ਅਹਿਸਾਸ ਹੈ। ਜਦੋਂ ਇਹ ਮਤਲਬ ਭਾਜੀ ਹੋਰਾਂ ਦੀਆਂ ਕਹਾਣੀਆਂ ਜਿਹੜੀਆਂ ਪਿਛੋਕੜ 'ਚ ਬੋਲਣਗੀਆਂ, ਅੱਗੇ ਵੀ ਬੋਲਦੀਆਂ ਰਹਿੰਦੀਆਂ ਨੇ, ਅਤੇ ਉਹ ਕਹਿਣਗੀਆਂ ਵੀ ਸੁਖਪਾਲ ਜਦੋਂ ਮੈਂ ਨਕੰਮੀ ਕਹਾਣੀ ਲਿਖਾਂਗਾ ਕੀ ਕਰਦਾ ਤੂੰ, ਕੋਈ ਚੱਜ ਦਾ ਕੰਮ ਕਰਕੇ ਦਿਖਾ। ਇਹ ਨਾਲ ਨਾਲ ਰਹਿਣਗੇ, ਔਰ ਇਹ ਜਿਹੜੀ ਮੋਹਰ ਹੈ ਇਹ ਵੀ ਕਿਤੇ ਨਾ ਕਿਤੇ ਉਸ ਰੂਪ 'ਚ ਰਹੇਗੀ। ਇਹ ਜ਼ਿੰਮੇਵਾਰੀ ਦਾ ਅਹਿਸਾਸ ਹੈ, ਇਹ ਲੈ ਕੇ ਚੱਲਾਂਗੇ, ਇਸ ਤਰ੍ਹਾਂ ਦੇ ਜੋੜ ਮੇਲ ਕਰਨੇ। ਔਰ ਮੈਂ ਭਾਜੀ ਹੋਰਾਂ ਨੂੰ ਇਸ ਗੱਲ ਹੀ ਬੜਾ ਖੁਸ਼ਕਿਸਮਤ ਸਮਝਾਂਗਾ, ਸਾਡੇ 'ਚੋਂ ਬਹੁਤ ਥੋੜ੍ਹੇ ਹੋਣੇ ਆ। ਮੈਨੂੰ ਵੀ ਆਪਣੇ ਪਰਿਵਾਰ ਗਾੜੀ, ਮੇਰੇ ਬੱਚੇ ਦੋਨੇ ਕੈਨੇਡਾ ਨੇ, ਮੈਨੂੰ ਵੀ ਆਪਣੀਆਂ ਕਿਤਾਬਾਂ ਦਾ, ਹਜੇ ਮੈਂ ਇੰਨਾ ਬੁੱਢਾ ਨਹੀਂ ਹੋਇਆ, ਠੀਕ ਹੀ ਲੱਗ ਰਿਹਾ ਹੋਣਾ, ਮੈਨੂੰ ਆਪਣੀਆਂ ਕਿਤਾਬਾਂ ਦਾ, ਆਪਣੀ ਘਰ ਦੀ ਲਾਇਬ੍ਰੇਰੀ ਦਾ ਫਿਕਰ ਲੱਗਣ ਲੱਗ ਪਿਆ।
ਉਹਨਾਂ ਦਾ ਬਣੇਗਾ ਕੀ। ਔਰ ਮੈਨੂੰ ਲੱਗਦਾ ਤੁਹਾਡੇ 'ਚੋਂ ਬਹੁਤੇ ਜਿਹੜੇ ਬੈਠੇ ਹੋਏ ਨੇ ਉਹ ਮੇਰੇ ਵਾਲੀ ਵੰਨਗੀ ਦੇ ਹੀ ਹੋਣੇ ਆ। ਇਹ ਸਾਡਾ ਇਹ ਦਿਖਾਂਤ ਹੈ, ਵੈਸੇ ਇਹ ਦੁੱਖ ਦੀ ਰਗ ਹੈ। ਭਾਜੀ ਹੋਰੀ ਇਸ ਗੱਲੋਂ ਖੁਸ਼ਕਿਸਮਤ ਫਿਰ ਕਿ ਉਹਨਾਂ ਕੋਲ ਵਾਰਸ ਦੇ ਰੂਪ ਦੇ ਵਿੱਚ ਸਰਗੀ ਹੈ। ਔਰ ਨਵਚੇਤਨ ਵੀ ਨਵਚੇਤਨ ਨੂੰ ਭਾਵੇਂ ਸਿੱਧੇ ਰੂਪ 'ਚ ਨਹੀਂ ਮਿਲੇ, ਪਰ ਉਹਨੂੰ ਸੋਸ਼ਲ ਮੀਡੀਆ ਰਾਹੀਂ ਜਿਸ ਤਰੀਕੇ ਨਾਲ ਉਹਨਾਂ ਨੂੰ ਜਾਣਿਆ ਪਹਿਚਾਣਿਆ ਹੈ, ਉਹਨਾਂ ਦੇ ਅੰਦਰ ਵੀ ਉਸੇ ਕਿਸਮ ਦੀ ਊਰਜਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਇਸ ਗੱਲੋਂ ਵੀ ਭਾਜੀ ਹੋਰੀ ਜਿੱਥੇ ਬੈਠੇ ਹੋਣਗੇ ਦੁਆਵਾਂ ਵੀ ਦੇ ਰਹੇ ਹੋਣਗੇ ਇਹਨਾਂ ਬੱਚਿਆਂ ਨੂੰ ਵੀ, ਅਤੇ ਸ਼ਾਇਦ ਸਾਡੇ 'ਤੇ ਵੀ ਆਪਣਾ ਆਸ਼ੀਰਵਾਦੀ ਹੱਥ ਰੱਖ ਰਹੇ ਹੋਣਗੇ। ਇਹ ਸਾਰਾ ਮੌਕਾ ਜਿਹੜਾ ਹੈ, ਇਹ ਜਿਹੜਾ ਸਾਰਾ ਕੁਝ ਮਿਲਿਆ ਹੈ, ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਲਾ, ਅਤੇ ਨਾਲ ਹੀ ਨਾਲ ਇਹਨਾਂ ਭਾਵਕ ਪਲਾਂ ਨੂੰ ਹੋਰ ਵੀ ਜ਼ਿਆਦਾ ਗੰਭੀਰ ਅਤੇ ਗਹਿ-ਕੱਚ ਬਣਾਉਣ ਵਾਲਾ ਹੈ। ਬਹੁਤ ਕੁਝ ਕਹਿਣ ਵਾਲਾ ਹੈ, ਲੇਕਿਨ ਮੈਨੂੰ ਪਤਾ ਸਮਾਂ ਬਹੁਤ ਹੋ ਗਿਆ। ਬਹੁਤ ਸਤਿਕਾਰ ਇਸ ਗੱਲ ਲਈ, ਔਰ ਕੋਸ਼ਿਸ਼ ਰਹੇਗੀ ਕਿ ਹਾਣਦੇ ਹੋ ਸਕੀਏ, ਅਤੇ ਇਹ ਵੀ ਕੋਸ਼ਿਸ਼ ਰਹੇਗੀ ਕਿ ਜਿਹੜਾ ਹੱਥ 'ਚ ਘੁੱਟਿਆ ਹੋਇਆ ਚਵਾਨੀ ਠਿਆਨੀ ਜੋ ਵੀ ਹੈ ਉਹਨੂੰ ਘੁੱਟ ਕੇ ਨਾ ਰੱਖੀਏ। ਇਹ ਵੈਸੇ ਸਾਰਿਆਂ ਲਈ ਭਾਜੀ ਹੋਰਾਂ ਦੀ ਗੱਲ ਹੈ, ਹੱਥ 'ਚ ਘੁੱਟਿਆ ਰਵੇ ਅਤੇ ਫਿਰ ਹੱਥ 'ਚ ਹੀ ਫਨਾਹ ਹੋ ਜਾਂਦਾ ਹੈ। ਕੋਸ਼ਿਸ਼ ਰਹੇਗੀ ਕਿ ਉਹ ਬਾਹਰ ਆਵੇ, ਰੁਪਈਆ 2 ਰੁਪਈਏ 5 ਰੁਪਈਏ, ਅਤੇ ਅੱਜ ਮੇਰੀ ਜੇਬ 'ਚ 11,000 ਪਾਤੇ ਨੇ, ਉਹ 11,000 ਬਣਨ। ਇਸੇ ਆਸ ਨਾਲ ਆਪ ਸਭ ਦਾ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਚੇਤਨ ਪਰਿਵਾਰ ਦਾ। ਇਹ ਪੁਰਸਕਾਰ ਮੇਰੇ ਲਈ ਇਸ ਕਰਕੇ ਵੀ ਆਇਆ ਮੈਂ ਕਿ ਮੈਨੂੰ ਐਂ ਲੱਗਦਾ ਜਿਸ ਤਰ੍ਹਾਂ ਮੇਰੇ ਆਪਣਿਆਂ ਨੇ ਇਹ ਮੈਨੂੰ ਸਨਮਾਨਿਤ ਕੀਤਾ। ਇਹ ਹੋਰ ਵੀ ਚੰਗੀ ਗੱਲ ਆ ਵੀ ਇਸ ਤੋਂ ਪਹਿਲਾਂ ਮੈਨੂੰ ਜਗਦੇਵ ਕਲਾਂ ਨੇ ਆਪਣੇ ਪਿੰਡ ਦੇ ਲਾਡਲੇ ਬੇਟੇ ਨੂੰ ਸਨਮਾਨ ਦਿੱਤਾ ਸੀ, ਹਾਸ਼ਮ ਸ਼ਾਹ ਟਰੱਸਟ ਜਗਦੇਵ ਕਲਾਂ ਨੇ। ਅੱਜ ਵੀ ਮੈਨੂੰ ਉਸੇ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਮੈਨੂੰ ਮੇਰੇ ਪਿੰਡ ਨੇ ਮੇਰਾ ਸਨਮਾਨ ਕੀਤਾ ਸੀ। ਦੂਜਾ ਸਨਮਾਨ ਮੈਨੂੰ ਅੱਜ ਲੱਗਦਾ ਜਿੱਦਾਂ ਦਲਬੀਰ ਚੇਤਨ ਪਰਿਵਾਰ ਵੱਲੋਂ ਮੈਨੂੰ ਅੱਜ ਦਿੱਤਾ ਗਿਆ, ਇਸ ਲਈ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇੱਕ ਮੈਂ ਗੱਲ ਦਲਬੀਰ ਚੇਤਨ ਹੋਰਾਂ ਬਾਰੇ, ਜੇ ਸਾਹਿਤਕ ਗੱਲਾਂ ਤਾਂ ਬਹੁਤ ਹੋਈਆਂ, ਮੈਂ ਦੂਜੀ ਇੱਕ ਗੱਲ ਦੱਸਦਾ, ਇੱਕ ਹੋਰ ਪੱਖ। 1988 'ਚ ਬਹੁਤ ਜ਼ਬਰਦਸਤ ਹੜ੍ਹ ਆਇਆ ਸੀ ਸਾਡੇ ਪਾਸੇ, ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਮਤਲਬ ਕਿ ਸੱਕੀ ਦਰਿਆ ਅਤੇ ਰਾਵੀ ਦੇ ਵਿਚਕਾਰਲਾ ਜਿਹੜਾ ਥਾਂ ਉਹ ਬਿਲਕੁਲ ਹੀ ਡੁੱਬ ਗਿਆ ਸੀ। ਜਿਹੜੀਆਂ ਬੰਬੀਆਂ ਸੀ ਜਾਂ ਜਿਹੜੇ ਸਕੂਲ ਸੀ ਉਹਨਾਂ ਦੇ ਉੱਤੋਂ ਦੀ ਪਾਣੀ ਲੰਘਣ ਡਿਆ ਸੀ। ਉਦੋਂ ਦਲਬੀਰ ਚੇਤਨ ਹੋਣੀ ਸਾਡੇ ਸਕੂਲ ਕੱਪੜੇ ਲੈ ਕੇ ਆਏ ਸੀ, ਵੱਡੇ ਗੰਢ ਕੱਪੜਿਆਂ ਦੇ, ਜਿੱਦਾਂ ਬਹੁਤ ਵੱਡੀਆਂ ਕੱਪੜੇ ਲੈ ਕੇ ਆਏ। ਫਿਰ ਅਸੀਂ ਮੋਟਰ ਬੋਟ, ਫੌਜ ਦੀ ਮੋਟਰ ਬੋਟ ਰਾਹੀਂ ਅੱਗੇ ਗਏ, ਜਿੱਥੇ ਦੇਣ ਜਾਣਾ ਸੀ। ਲੰਗਰ ਵੀ ਸੀ, ਕਾਫੀ ਵੱਡਾ ਲੰਗਰ, ਅਤੇ ਨਾਲ ਉਹਨਾਂ ਸਾਰਾ ਕੁਝ ਲੈ ਕੇ। ਅਤੇ ਮੈਨੂੰ ਉਹਨਾਂ ਨੂੰ ਉਹ ਯਾਦ ਆਉਣ ਡਿਆ ਵੀ ਕਿੱਦਾਂ ਉਹ ਅਗਲੇ ਦਿਨ ਜਿਹੜੇ ਸਾਡੇ ਉਹ ਰਾਜ ਸਿੱਖ ਔਰਤਾਂ ਹੁੰਦੀਆਂ ਨਾ, ਉਹ ਸ਼ਹਿਰੀ ਟਾਈਪ ਦੇ ਕੱਪੜੇ ਸੀ, ਉਹ ਜਿਹੜੀਆਂ ਪਾਈ ਫਿਰਦੀਆਂ ਕੋਈ ਹੋਰ ਤਰ੍ਹਾਂ ਦੀਆਂ ਲੱਗਣ ਅੱਗੇ ਅਗਲੇ ਦਿਨ ਜਾ ਕੇ। ਅਸੀਂ ਆਖਿਆ ਵੀ ਇਹ ਚੰਗਾ ਦਲਬੀਰ ਚੇਤਨ ਕੀ ਲੈ ਆਇਆ, ਸਾਡੇ ਭਾਅ ਸਿਆਪਾ ਪਾਇਆ। ਕੋਈ ਕੱਪੜੇ ਉਹਨਾਂ ਨੂੰ ਪਾਉਣੇ ਨਹੀਂ ਆਉਂਦੇ, ਕੋਈ ਉਹਨਾਂ ਨੂੰ ਉੱਤੇ ਲੈਣੇ ਨਹੀਂ ਆਉਂਦੇ, ਕੋਈ ਹੋਰ। ਅਤੇ ਅਸੀਂ ਬੜੇ ਬਸ ਇੰਨਾ ਹੀ ਬਹੁਤ ਬਹੁਤ ਸਾਰੀ ਜਿਹੜੀ ਮੁੱਲਵਾਨ ਚਰਚਾ ਕਹਾਣੀ ਨੂੰ ਲੈ ਕੇ, ਚੇਤਨ ਸਾਹਿਬ ਦੀ ਜੀਵਨ ਸ਼ੈਲੀ ਨੂੰ ਲੈ ਕੇ, ਨਵੇਂ ਕਹਾਣੀਕਾਰਾਂ ਨੂੰ ਲੈ ਕੇ ਜਿੰਨੀ ਵੀ ਚਰਚਾ ਛਿੜੀ, ਉਹਦੀ ਸਾਰੀ ਚਰਚਾ ਨੂੰ ਸਮੇਟਣਗੇ ਡਾਕਟਰ ਆਤਮ ਰੰਧਾਵਾ ਜੀ, ਪੰਜਾਬੀ ਵਿਭਾਗ ਮੁਖੀ, ਖਾਲਸਾ ਕਾਲਜ ਅੰਮ੍ਰਿਤਸਰ। ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ, ਚੇਤਨ ਪਰਿਵਾਰ ਸਾਰਾ, ਵਿਦਵਾਨ ਦੋਸਤੋ, ਮੈਨੂੰ ਬਹੁਤ ਜਿਹਨੂੰ ਅਥਾਹ ਖੁਸ਼ੀ ਕਹਿੰਦੇ ਉਹ ਇਸ ਵੇਲੇ ਮਹਿਸੂਸ ਹੋ ਰਹੀ ਹੈ ਕਿ ਇੰਨਾ ਖੂਬਸੂਰਤ ਪ੍ਰੋਗਰਾਮ ਅਤੇ ਇੰਨੇ ਕਹਿ ਲਓ ਸਮਰੱਥਾਵਾਨ ਲੋਕਾਂ ਨੂੰ ਇੱਥੇ ਸੱਦ ਕੇ ਇੱਕ ਬਿਨਾਂ ਕਿਸੇ ਰਸਮ ਦੇ, ਗੈਰ ਰਸਮੀ, ਜਿਹੜਾ ਮਤਲਬ ਪੂਰੀ ਸਾਹਿਤਕਤਾ ਨਾਲ ਭਰਿਆ ਪਿਆ ਨੱਕੋ ਨੱਕ ਉਹੋ ਜਿਹਾ ਸਮਾਗਮ ਡਾਕਟਰ ਸਰਗੀ ਹੁਣਾਂ ਨੇ, ਨਵਚੇਤਨ ਹੁਣਾਂ ਨੇ, ਉਹਨਾਂ ਦੇ ਪਰਿਵਾਰ ਨੇ ਕਰਵਾਇਆ। ਉਹਦੇ ਲਈ ਬਹੁਤ ਬਹੁਤ ਪਹਿਲਾਂ ਤਾਂ ਸਮਾਗਮ ਲਈ ਮੁਬਾਰਕ ਦੇ ਹੱਕਦਾਰ ਨੇ। ਦੂਜਾ, ਮੈਂ ਇਸ ਸਨਮਾਨ ਦੇ ਬਾਰੇ ਅਤੇ ਸਨਮਾਨ ਦੀਆਂ ਬੜੀਆਂ ਗੱਲਾਂ ਚੱਲੀਆਂ। ਵੈਸੇ ਮੇਰੇ ਲਈ ਗੱਲਾਂ ਤਾਂ ਬਹੁਤੀਆਂ ਰਹੀਆਂ ਹੀ ਨਹੀਂ, ਮਗਰੋਂ ਸਭ ਤੋਂ ਬੋਲਣ ਦਾ ਇਹੀ ਨੁਕਸਾਨ ਹੁੰਦਾ। ਮੈਂ ਦੋ ਕੁ ਸਨਮਾਨ ਦੀਆਂ ਇਹ ਗੱਲਾਂ ਕਰਨਾ ਚਾਹੁੰਦਾ ਕਿ ਰਸੂਲਪੁਰੀ ਹੁਣਾਂ ਨੇ ਕਿਹਾ ਕਿ 15-20 ਇਨਾਮ ਸ਼ੁਰੂ ਕਰ ਦੇਣੇ ਚਾਹੀਦੇ ਆ, ਅਤੇ ਇਸ ਵਾਰੀ ਭਾਸ਼ਾ ਵਿਭਾਗ ਨੇ ਵੀ ਮੇਰਾ ਖਿਆਲ 15-20 ਤੋਂ ਜ਼ਿਆਦਾ ਹੀ ਇਨਾਮ ਦੇ ਦਿੱਤੇ ਆ। ਹੁਣ ਗੱਲ ਇਹ ਆ ਕਿ
ਸਨਮਾਨ ਕਿਹੜੇ ਆ ਜਿਹੜੇ ਤੁਹਾਨੂੰ ਊਰਜਾ ਦਿੰਦੇ ਆ ਤੇ ਕਿਹੜੇ ਆ ਤੁਹਾਡਾ ਨਿਗਾਰ ਕਰਦੇ ਆ। ਸਾਰੇ ਮੈਂ ਨਿਰਸੰਕੋਚ ਮੀਡੀਆ ਤੇ ਕਹਿ ਰਿਹਾ, ਸਾਰੇ ਸਰਕਾਰੀ ਸਨਮਾਨ ਸਾਰੇ ਪੋਲੂਟਡ ਹੋ ਗਏ, ਪ੍ਰਦੂਸ਼ਿਤ ਹੋ ਗਏ। ਹੁਣ ਸਨਮਾਨ ਜਿਹੜੇ ਸੰਸਥਾਵਾਂ ਇੱਦਾਂ ਦੀਆਂ ਦੇ ਰਹੀਆਂ, ਪਰਿਵਾਰ ਦੇ ਰਿਹਾ, ਅਦਾਰੇ ਦੇ ਰਿਹਾ, ਉਹਨਾਂ ਕੋਲ ਕੁਝ ਬਚਿਆ। ਇਹ ਸਨਮਾਨ ਸ਼ਾਇਦ ਸ਼ੁਰੂ ਕਰਨ ਦੀ, ਮੈਨੂੰ ਨਹੀਂ ਪਤਾ ਅਵਚੇਤਨ 'ਚ ਕੀ ਪਿਆ ਹੋਇਆ, ਚੇਤਨ ਪਰਿਵਾਰ ਦੇ ਅਵਚੇਤਨ 'ਚ ਕੀ ਪਿਆ ਹੋਇਆ, ਪਰ ਮੈਨੂੰ ਲੱਗਦਾ ਕਿ ਇਹ ਇਨਾਮ ਦੇਣ ਦੀ ਕਿਉਂ ਨੌਬਤ ਆਉਂਦੀ ਆ, ਕਿਉਂ ਸ਼ੁਰੂ ਕਰਦੇ ਆ, ਕਿਉਂਕਿ ਉਹ ਸਨਮਾਨ ਪ੍ਰਸੰਗਹੀਣ ਹੋ ਗਏ। ਸੋ ਇਸ ਕਰਕੇ ਇਸ ਅੱਜ ਦੇ ਸਮਾਗਮ ਦਾ ਹੋਰ ਮਹੱਤਵ ਹੈ, ਪਰਿਵਾਰ ਦਾ ਮਹੱਤਵ ਹੈ। ਇਹੋ ਜਿਹੀ ਸੋਚ ਨੂੰ ਸਲਾਮ ਹੈ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ, ਸਾਰੇ ਪਰਿਵਾਰ ਨੇ ਸੋਚ ਕੇ। ਇਹੋ ਜਿਹੇ ਸਨਮਾਨ ਹੀ ਰਸੂਲਪੁਰੀ ਜੀ ਸ਼ੁਰੂ ਹੋਣੇ ਚਾਹੀਦੇ, ਦੂਜੇ ਬੰਦ ਹੋ ਜਾਣ ਭਾਵੇਂ। ਜਿਸ ਤਰੀਕੇ ਦੀਆਂ, ਜਦੋਂ ਕੋਈ ਬੰਦਾ ਲਿਸਟ ਪੜ੍ਹਦਾ ਤੇ ਅੱਖਾਂ 'ਚ ਅਥਰੂ ਆ ਜਾਣ ਪ੍ਰੇਮ ਗੋਰਖੀ ਵਰਗੇ ਦੇ, ਉਹ ਸਨਮਾਨ ਨੂੰ ਕੀ ਕਰਨਾ ਤੁਸੀਂ? ਉਸ ਸਨਮਾਨ ਨੂੰ ਕੀ ਕਰਨਾ ਤੁਸੀਂ? ਸੋ ਇਸ ਕਰਕੇ ਇਹੋ ਜਿਹੇ ਸਨਮਾਨਾਂ ਦਾ ਬਹੁਤ ਮਹੱਤਵ ਹੈ ਸਾਡੀ ਸਾਹਿਤਕ ਜਗਤ ਦੇ ਵਿੱਚ। ਅਗਲੀ ਗੱਲ ਮੁਖਤਾਰ ਗਿੱਲ ਜੀ ਹੁਣਾਂ ਬਾਰੇ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕ। ਇਹਨਾਂ ਦਾ ਅਸੀਂ 25 ਸਾਲ ਦਾ, ਤਕਰੀਬਨ 25 ਸਾਲ ਦਾ ਹੀ ਸਰਗੀ ਹੁਣਾਂ ਨਾਲ ਵਾਸਤਾ 25 ਸਾਲ ਬਾਅਦ ਯਾਦ ਕਰਦੇ ਹਾਂ ਜੇ ਗੱਲ ਕਹਿਣਾ ਹੋਵੇ। ਤੇ ਉਦੋਂ ਦੇ ਹੀ ਪ੍ਰੀਤਨਗਰ ਜਾਣ ਲੱਗੇ ਹਾਂ। 94 ਦੇ ਵਿੱਚ ਅਸੀਂ ਯੂਨੀਵਰਸਿਟੀ ਆਏ ਸੀ, ਨਵਚੇਤਨ ਵੀ ਸੀ, ਸਾਰੇ ਅਸੀਂ ਜੁੜੇ ਹੋਏ ਹਾਂ। ਇੱਕ ਬਹੁਤ ਪਰਿਵਾਰ ਦੇ ਵਿੱਚ ਸਾਡੇ ਇੱਕ ਪਰਿਵਾਰਕ ਮਾਹੌਲ ਹੀ ਆ। ਅਸੀਂ ਕਦੀ ਗਿਣਿਆ ਹੀ ਨਹੀਂ ਕਿ ਅਸੀਂ ਕੋਈ ਹੋਰ ਮੈਂਬਰ ਹਾਂ ਇਹ ਸਾਹਿਤਕ 'ਚ। ਜਦੋਂ ਡਾਕਟਰ ਕੈਰੋ ਹੁਣੀ, ਚੇਤਨ ਹੁਣੀ ਸਾਡੇ ਮੋਢਿਆਂ 'ਤੇ ਹੱਥ ਉੱਤੇ ਰੱਖ ਕੇ ਕਹਿੰਦੇ ਸੀ ਪੜ੍ਹਿਆ ਲਿਖਿਆ ਕਰੋ, ਸਾਹਿਤ ਵੱਲ ਆਓ, ਸਾਰਾ ਕੁਝ ਸ਼ਿਲਾਲੇਖ ਛਾਪਦੇ ਸੀ। ਇੱਕ ਮੈਂ ਬੈਠਿਆਂ ਸੋਚ ਰਿਹਾ ਸੀ ਵੀ ਸ਼ਿਲਾਲੇਖ ਦੇ ਵਿੱਚ ਜਿਹਦਾ ਜ਼ਿਕਰ ਨਹੀਂ ਹੋਇਆ ਉਹ ਇਹਨਾਂ ਦਾ ਵਗਦੇ ਪਾਣੀ ਕਾਲਮ ਹੁੰਦਾ ਸੀ, ਔਰ ਉਹਦੇ 'ਚ ਇੱਕ ਸਤਰ ਤੇ ਕਈ ਵਾਰ ਇੰਨਾ ਸੈਂਟੈਂਸ ਛੋਟਾ ਹੁੰਦਾ ਵੀ 4 ਹੀ ਵਰਡ ਹੁੰਦੇ ਸੀ। ਦੋਸਤੀ ਉਹ ਨਹੀਂ ਹੁੰਦੀ ਵੀ ਜਿਹੜੀ ਵਰਤੀ ਜਾਵੇ, ਦੋਸਤੀ ਉਹ ਹੁੰਦੀ, ਦੋਸਤੀ ਇੱਕ ਮੋਢਾ ਹੁੰਦੀ ਆ ਜਿੱਥੇ ਦੁੱਖ ਸੁੱਖ ਰੋਇਆ ਜਾਵੇ, ਇੱਦਾਂ ਦੇ ਹੁੰਦੀ ਸੀ। ਦੋਸਤੀ ਉਹ ਹੁੰਦੀ, ਮੋਢਾ ਹੁੰਦੀ ਆ ਜਿੱਥੇ ਸਿਰ ਰੱਖ ਕੇ ਹੱਸਿਆ ਵੀ ਜਾਵੇ, ਰੋਇਆ ਵੀ ਜਾ ਸਕਦਾ, ਇੱਦਾਂ ਦੀ ਉਹ ਸਾਰੀਆਂ। ਮੈਂ ਚਾਹੁੰਦਾ ਕਿ ਅੱਜ ਇਸ ਮੁਬਾਰਕ ਮੌਕੇ 'ਤੇ ਤੁਸੀਂ ਐਲਾਨ ਕਰੋ ਸਕੋ ਕਿ ਉਹ ਸਾਰੇ ਵਗਦੇ ਪਾਣੀ ਜਿਹੜੇ ਆ ਉਹ ਐਡਿਟ ਕਰਕੇ ਕਿਤਾਬ ਦੇ ਰੂਪ 'ਚ ਡਾਕੂਮੈਂਟੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਇਸ ਚੀਜ਼। ਅੱਛਾ ਜੀ, ਉਹ ਪੂਰੀ ਦੀ ਪੂਰੀ ਵਗਦੇ ਪਾਣੀ ਤੇ ਕਿਤਾਬ ਵੀ ਵਗਦੇ ਪਾਣੀ ਹੋਵੇ। ਤੇ ਇਸ ਤਰ੍ਹਾਂ ਦਾ ਉਹਨਾਂ ਦਾ ਹੋਰ ਵੀ ਕੰਮ ਜਿਹੜਾ ਨਾ ਕਹਾਣੀ, ਚਲੋ ਇਸ ਤਰ੍ਹਾਂ ਦਾ ਮਤਲਬ ਉਹਨਾਂ ਦਾ ਹਰ ਪਾਸਿਓਂ ਲੋਕਾਂ ਨੂੰ ਇੰਨਾ ਬੂਸਟ ਕਰਦੇ ਸੀ। ਉਹਨਾਂ ਦੇ ਜਿੱਦਾਂ ਸੀਮਾ ਗਰੇਵਾਲ ਜੀ ਹੁਣਾਂ ਦੇ, ਸਰਗੀ ਹੁਣਾਂ ਨੇ ਕਿਹਾ ਕਿ ਉਹ ਕੋਈ ਕਹਾਣੀ ਉਹਨਾਂ ਦੀ ਜਾਂ ਸਰਗੀ ਦੀ ਕਹਾਣੀ ਜਾਂ ਹੋਰ ਕਹਾਣੀ ਕਿੱਦਾਂ ਟਰੀਟਮੈਂਟ ਕਰਦੀ ਆ ਸਾਡੀ ਸੁਸਾਇਟੀ ਦੇ ਵਿੱਚ। ਜਿੰਨੀਆਂ ਇਲਾਮਤਾਵਾਂ, ਵੈਸੇ ਤਾਂ ਟਰੀਟਮੈਂਟ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਤੰਤਰ, ਦੂਜੇ ਤੀਜੇ ਦਾ ਵੀ ਕਰਦੀ ਆ, ਭ੍ਰਿਸ਼ਟਾਚਾਰ ਵੱਲ ਜਾਂਦੇ ਹੀ ਨਹੀਂ ਸਾਡੇ ਲੋਕ ਜਿਹੜੇ ਸਾਹਿਤਕ ਨੇ। ਉਹ ਸਰੀਰਕ ਬਿਮਾਰੀਆਂ, ਮਾਨਸਿਕ ਬਿਮਾਰੀਆਂ, ਇਸ ਲਿਟਰੇਚਰ ਹੈ ਜਿਹੜਾ ਉਹ ਸਾਰਾ ਕੁਝ ਇਹ ਠੀਕ ਕਰਦਾ, ਜਵਾਬ ਮਿਲਦੇ ਲੋਕਾਂ ਨੂੰ ਇਸ ਤਰੀਕੇ ਨਾਲ। ਇਹ ਪ੍ਰਮਾਣਿਤ ਹੈ। ਘੁੰਮਣ ਸਾਹਿਬ ਦਾ ਤੁਸੀਂ ਸੁਣਿਆ ਹੋਵੇਗਾ, ਪਿੱਛੇ ਕਾਲਮ ਵੀ ਉਹਨਾਂ ਦਾ ਚੱਲਦਾ ਪਿਆ ਸੀ ਕਿ ਉਹਨਾਂ ਦੀ ਮਿਸਿਜ ਨੂੰ ਡਿਪਰੈਸ਼ਨ ਹੋ ਗਿਆ ਸੀ। ਸਾਰੀਆਂ ਕਿਤਾਬਾਂ ਲਿਆ ਪੜ੍ਹਾਉਣੀਆਂ ਸ਼ੁਰੂ ਕੀਤੀਆਂ, ਡਿਪਰੈਸ਼ਨ 'ਚੋਂ ਨਿਕਲ ਗਏ। ਬਹੁਤ ਸਾਰੇ ਇੱਦਾਂ ਦੇ ਡਾਕਟਰਾਂ ਕੋਲ ਜਾਓ, ਸਾਈਕੋਲੋਜਿਸਟਾਂ ਕੋਲ ਜਾਓ, ਤੁਹਾਨੂੰ ਕਿਤਾਬਾਂ ਲਈ ਲਾ ਦਿੰਦੇ। ਸੋ ਲਿਟਰੇਚਰ ਦਾ ਇਹ ਰੋਲ ਸਦਾ ਰਹਿਣਾ। ਔਰ ਦੂਜੀ ਗੱਲ ਕਿ ਇਹਨਾਂ ਦੀਆਂ ਕਹਾਣੀਆਂ ਪ੍ਰੀਤਨਗਰ ਤੋਂ ਤੁਰ ਕੇ ਯੂਨੀਵਰਸਿਟੀਆਂ 'ਚ ਹੋਰ ਸਾਰੇ ਪੰਜਾਬ ਦੇ ਵਿੱਚ ਫੈਲੀਆਂ। ਇਹ ਇੱਕ ਤਰੀਕੇ ਦੇ ਡਾਕਟਰੀ ਨੇ, ਇਹ ਸਮਾਜ ਦੀਆਂ ਬੁਰਾਈਆਂ ਦਾ ਇਲਾਜ ਕਰਨ ਵਾਲੇ ਹੀ ਨੇ, ਸਮਾਜ ਦੀਆਂ ਜਿਹੜੇ ਜ਼ਖਮ ਆ ਉਹਨਾਂ ਨੂੰ ਸੀਣ ਵਾਲੇ ਹੀ ਨੇ। ਸੋ ਇਸ ਕਰਕੇ ਇਹਨਾਂ ਦਾ 25 ਸਾਲ ਤੋਂ ਜਿਹੜਾ ਸਾਡੇ ਨਾਲ ਰਾਬਤਾ, ਤੇ ਸਾਡੇ ਵੀ ਕਿਤੇ ਨਾ ਕਿਤੇ ਜ਼ਖਮਾਂ ਨੂੰ ਤੋਪਾ ਲੱਗਾ ਹੋਊਗਾ ਇਹਨਾਂ ਦੀਆਂ ਕਹਾਣੀਆਂ ਪੜ੍ਹ ਕੇ। ਇਸੇ ਤਰ੍ਹਾਂ ਹੀ ਗੁਰਮੀਤ ਕੜਿਆਲਵੀ ਜੀ, ਇਹਨਾਂ ਦੀ ਜਦੋਂ ਹਾਰੀ ਨਾ ਬਚਨਿਆ ਆਈ, ਇਹਨਾਂ ਨੇ ਮੈਨੂੰ ਭੇਜੀ ਤੇ ਸਭ ਤੋਂ ਪਹਿਲਾਂ ਮੈਂ ਕਿਹਾ ਵੀ ਏਡੀ ਕਮਾਲ ਦੀ ਕਹਾਣੀ। ਮੈਂ ਜਦੋਂ ਪਹਿਲੀ ਕਹਾਣੀ ਇਹ ਟਾਈਟਲ ਵਾਲੀ, ਬੜੀ ਆਮ ਤੌਰ 'ਤੇ ਮੈਂ ਜਿਹੜੀ ਟਾਈਟਲ ਰੱਖਿਆ ਹੁੰਦਾ ਨਾ ਪਹਿਲਾਂ ਕਹਾਣੀ ਉਹੀ ਪੜ੍ਹਦਾ। ਮੈਂ ਇਹਨਾਂ ਨੂੰ ਕਿਹਾ ਵੀ ਇੱਕ ਬੰਦੇ ਫਲਾਣੇ ਕੋਲੋਂ ਜਾ ਕੇ ਇਹਦਾ ਰਿਵਿਊ ਕਰਵਾ ਕੇ ਸਾਨੂੰ ਭੇਜੋ, ਤੇ ਸੰਵਾਦ ਆਪਾਂ ਮੈਗਜ਼ੀਨ 'ਚ ਲਾਉਂਦੇ ਹਾਂ ਇਹਨਾਂ ਦਾ। ਉਹ ਅਸੀਂ ਸੰਵਾਦ 'ਚ ਲਾਇਆ ਤੇ ਫਿਰ ਹਾਰੀ ਨਾ ਮੈਂ ਉਸ ਦੇ ਵਿੱਚ ਵੇਖਿਆ ਕਿ ਕਿਸ ਤਰੀਕੇ ਦਾ ਬੰਦਾ ਜਿਹੜਾ ਵਾ ਉਹ ਲੜ ਰਿਹਾ, ਸਥਿਤੀਆਂ ਉਹਨੂੰ ਦਬਾ ਰਹੀਆਂ, ਤੇ ਪੰਜਾਬੀ ਬੰਦੇ ਦਾ
ਵਿਰਕ ਕੀ ਕਰਦਾ ਸੀ, ਪੰਜਾਬੀ ਬੰਦੇ ਦੀ ਸੁਭਾਅ ਦੀ ਨਬਜ ਫੜਦਾ ਸੀ ਇੱਕ, ਕਿ ਉਹਦੇ 'ਚ ਕੀ ਹੈ ਜਿਹੜਾ ਉਹ ਜਿਉਂਦਾ ਰਹਿੰਦਾ। ਇਸ ਸੰਘਰਸ਼ ਦੇ ਵਿੱਚ ਇੰਨੀਆਂ ਦੁਸ਼ਵਾਰੀਆਂ ਦੇ ਵਿੱਚ ਬੰਦੇ ਨੂੰ ਕੀ ਗੱਲ ਊਰਜਾ ਜਿਹੜੀ ਊਰਜਤ ਕਰਦੀ ਆ, ਉਹ ਕੜਿਆਲਵੀ ਜੀ ਨੇ ਉਸ ਨਬਜ ਨੂੰ ਫੜਿਆ ਸੀ, ਤਾਂ ਕਰਕੇ ਹਾਰੀ ਨਾ ਬਚਨਿਆਂ ਦਾ ਸੰਦੇਸ਼ ਤੁਹਾਡੇ ਤੱਕ ਪਹੁੰਚਦਾ ਤੇ ਅੱਜ ਇਨਾਮ ਮਿਲ ਰਿਹਾ। ਉਸੇ ਤਰ੍ਹਾਂ ਮੇਰੇ ਦੋਸਤ ਮਿੱਤਰ ਭਰਾ ਇਕੱਠੇ ਹੀ ਰਹੇ ਸੀ, ਸੁਖਪਾਲ ਥਿੰਦ ਜੀ, ਇਹਨਾਂ ਨੇ ਜੋ ਫੁੱਲਾਂ ਦੀ ਫਸਲ ਦੇ ਵਿੱਚ ਫੁੱਲਾਂ ਦੀ ਪਨੀਰੀ ਦੀ ਗੱਲ ਕੀਤੀ ਹੈ ਨਾ, ਕਿ ਪਨੀਰੀ ਆਪਾਂ ਲਾਉਂਦੇ ਹਾਂ ਵੱਖਰੀ ਵੱਖਰੀ ਕਿਸੇ ਵੀ ਚੀਜ਼ ਦੀ ਪਨੀਰੀ ਲਾ ਲਓ। ਹੁਣ ਨਵਾਂ ਜਿਹੜਾ ਵਰਤਾਰਾ ਸਾਡੇ ਪੰਜਾਬ ਦੇ ਵਸਤੂ ਸਥਿਤੀ ਬਦਲ ਰਹੀ ਹੈ, ਸਾਰਾ ਪ੍ਰਵਾਸ ਆ, ਦੂਜਾ ਆ, ਇੱਥੇ ਤੰਤਰ ਆ, ਜੋ ਦਿਖਦਾ ਹੋ ਰਿਹਾ ਥੱਲੇ ਉਹਦੇ ਹੋ। ਸੋ ਯਥਾਰਥ ਜੋ ਦਿਸਦਾ ਸਾਹਮਣੇ, ਉਹਦੀ ਤਹਿ ਥੱਲੇ ਜਿਹੜੀਆਂ ਚੀਜ਼ਾਂ ਫੜੀਆਂ ਤੇ ਬੜੇ ਸਰਲ ਢੰਗ ਨਾਲ ਪੇਸ਼ ਕੀਤੀਆਂ, ਉਹ ਫੁੱਲਾਂ ਦੀ ਫਸਲ ਆ। ਕਹਿ ਲਓ ਪਨੀਰੀ ਲਾਈ ਆਲੇ ਦੁਆਲੇ ਵਧੀਆ ਵਧੀਆ। ਸੋ ਇਹਨਾਂ ਨੂੰ ਵੀ ਬਹੁਤ ਮੁਬਾਰਕ, ਕੜਿਆਲਵੀ ਜੀ ਨੂੰ ਵੀ ਬਹੁਤ ਬਹੁਤ ਮੁਬਾਰਕ, ਸਾਰੇ ਪਰਿਵਾਰ ਨੂੰ, ਆਉਣ ਵਾਲਿਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵੀ ਤੇ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਮੈਂ ਦੇਖ ਰਿਹਾ ਵੀ ਸਾਰੇ ਸਾਹਿਤਕਾਰਾਂ ਨੇ ਜਿੰਨੇ ਵੀ ਕੋਈ ਬੋਲਿਆ ਹੈ ਉਹ ਸਾਡੇ ਨਾਲੋਂ ਵੱਧ ਜਾਣਦੇ ਨੇ, ਕਿਉਂਕਿ ਉਹ ਪੜ੍ਹੇ ਨੇ। ਲੇਕਿਨ ਕੁਝ ਗੱਲਾਂ ਹੈ ਜਿਹੀਆਂ ਨੇ ਇਹਨਾਂ ਨੂੰ ਅਸੀਂ ਜਾਣਦੇ ਹਾਂ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਉਹ ਉਹਨਾਂ ਦੇ ਪਾਤਰ ਨੇ, ਕਿ ਉਹ ਪਾਤਰ ਕਿੱਥੋਂ ਲੱਭਦਾ ਲਿਖ ਕੇ। ਇਹ ਪਾਤਰ ਤੁਹਾਨੂੰ ਪਤਾ ਹੀ ਹੈ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ। ਇਹ ਪਾਤਰ ਸਾਰੇ ਜਿੱਥੋਂ ਵੀ ਲੱਭਦੇ ਨੇ, ਉਹ ਆਪਣੇ ਜਿਹੜੇ ਵਿਚਰਦੇ ਨੇ, ਜਿਹੜੇ ਵਿਚਰਦੇ ਜਿਨ੍ਹਾਂ ਗੱਲਾਂ ਬਾਤਾਂ ਹੁੰਦੀਆਂ, ਉਹ ਬੰਦੇ ਲੱਭਦੇ ਨੇ। ਅਤੇ ਜਿਹੜੀਆਂ ਬੰਦੇ ਨਾਲ ਵਿਚਰਦੇ ਨੇ, ਜਿਨ੍ਹਾਂ ਵਾਪਰਦੀਆਂ ਗੱਲਾਂ, ਉਹ ਜਿਹੜੇ ਕਹਾਣੀਕਾਰ ਉਹਨਾਂ ਨੂੰ ਚੰਗੀ ਤਰ੍ਹਾਂ ਲਿਸ਼ਕਾ ਕੇ ਪੇਸ਼ ਕਰਦਾ ਹੈ, ਔਰ ਉਹ ਕਹਾਣੀਆਂ ਮੁੜ ਕੇ ਮਕਬੂਲ ਹੁੰਦੀਆਂ ਨੇ, ਉਹਨਾਂ ਦੀ ਬੱਲੇ ਬੱਲੇ ਹੁੰਦੀ ਹੈ। ਅੱਛਾ, ਇਹਨਾਂ ਪਾਤਰਾਂ ਦੇ ਵਿੱਚ ਮੈਂ ਤੁਹਾਨੂੰ 4-5 ਸਿਰਫ ਪਾਤਰ ਹੀ ਦੱਸਣੇ ਆ, ਬਾਕੀ ਟਾਈਮ ਜ਼ਿਆਦਾ ਲੈਂਦਾ। ਇੱਕ ਪਾਤਰ ਹੈ ਰਿਸ਼ਤਿਆਂ ਦੇ ਆਰ ਪਾਰ, ਜਿਹੜਾ ਕਿ ਬਹੁਤ ਮਸ਼ਹੂਰ ਹੋਇਆ। ਉਹ ਬਿਲਕੁਲ ਸਹੀ ਬਈ ਸਹੂਈ ਸਾਡੇ ਚਾਚੇ ਨੰਬਰਦਾਰ ਜੋਗਿੰਦਰ ਸਿੰਘ ਦੀ ਕਹਾਣੀ ਹੈ, ਸਾਡੇ ਛੋਟੇ ਚਾਚੇ ਦੀ। ਔਰ ਇਸੇ ਤਰ੍ਹਾਂ ਹੀ ਮਲੰਗ ਬੰਦਾ ਸੀ, ਅਨਪੜ੍ਹ ਸੀ ਲੇਕਿਨ ਮਲੰਗ ਬੰਦਾ ਸੀ। ਔਰ ਸਾਡੀ ਦਾਦੀ ਵੀ ਉਹੀ ਪਾਤਰ ਆ, ਸਾਡੀ ਸਖੀ ਚਾਚੀ ਵੀ ਉਹੀ ਪਾਤਰ ਹੈ। 90% ਲਗਭਗ ਬਿਲਕੁਲ ਹੀ ਸਹੀ ਹੈ। ਇੱਕ ਇਹਨਾਂ ਦੇ ਵਿੱਚ ਲੜਕੀ ਆਉਂਦੀ, ਜੇ ਕੁੱਕੜ ਦੀ ਗੱਲ ਚੱਲਦੀ ਕਹਾਣੀ 'ਚ, ਕੁੱਕੜ ਲੈ ਕੇ ਉਹ ਪ੍ਰਾਹੁਣਾ ਆਇਆ। ਮੈਂ ਤਾਂ ਛੋਟਾ ਨਾ, ਭਾਜੀ ਵੀ ਛੋਟੇ, ਮੇਰੇ ਤੋਂ ਵੱਡੇ 4 ਸਾਲ। ਉਹ ਇੱਕ ਲੜਕੀ ਸੀ ਸਾਡੇ ਪਿੰਡ ਦੀ, ਅਤੇ ਉਹ ਕੁੱਕੜ ਪਾਲਦੀ ਹੁੰਦੀ, ਲੇਕਿਨ ਹੈ ਥੋੜ੍ਹੀ ਮੈਂਟਲ ਸੀਗੀ। ਉਹਨੂੰ ਇੰਨਾ ਆਪਣੇ ਮੁਰਗਿਆਂ ਨਾਲ ਪਿਆਰ ਸੀ ਵੀ ਉਹ ਵੇਚਦੀ ਨਹੀਂ ਕਿਸੇ ਨੂੰ, ਲੇਕਿਨ ਪਿਓ ਉਹਨੂੰ ਕਦੇ ਕਦੇ ਵੇਚ ਦਿੰਦਾ ਚੋਰੀ ਚੋਰੀ। ਉਹ ਕੁਦਰਤੀ ਅਸੀਂ ਕਹੇ, ਅਤੇ ਉਹ ਸਾਨੂੰ ਕਹਿੰਦਾ ਯਾਰ ਲੈ ਤੇ ਜਾਓ, ਨੰਬਰਦਾਰਾ ਲੈ ਤੇ ਜਾਓ ਤੁਸੀਂ, ਪਰ ਉਹ ਰਾਹ ਮਿਲ ਗਈ ਤੁਹਾਡੇ ਕੋਲ, ਨਾ ਖੋਹ ਲੈਣਾ। ਉਹ ਵਾਕਿਆ ਹੀ ਇਹ ਬੂਹਾ ਉਹਨਾਂ ਦਾ ਨਿਕਲ ਹੀ, ਅਗਲੇ ਬੰਨੇ ਉਹ ਮਿਲ ਗਈ। ਉਹ ਆਉਂਦੀ ਆ, ਵੇ ਵੀ ਰਿਹਾ ਕੁੱਕੜ ਤੇ ਤੂੰ ਲੈ ਚਲਿਆ, ਵਾਂਗਾਂ ਤੇਰੇ ਪਿਓ ਦੇਣੀਆਂ, ਲੇਕਿਨ ਉਹਨੇ ਖੋਇਆ ਨਹੀਂ ਸਾਡੇ ਕੋਲ। ਇਹ ਪਾਤਰ ਜਿਹੜੇ ਇਹੋ ਜਿਹੀਆਂ ਗੱਲਾਂ ਵਾਪਰਦੇ ਨਾ, ਪਾਤਰ ਦੀਆਂ ਗੱਲਾਂ ਲਿਖਦੇ, ਲੋਕਾਂ ਨੂੰ ਸਮਝਦੇ ਆਪਣੀਆਂ ਵਾਪਰਦੀਆਂ ਸਾਰੀਆਂ। ਇਹ ਕਹਾਣੀ ਦੇ ਵਿੱਚ ਉਹਨਾਂ ਨੇ ਮਾਸਟਰ ਦੀ ਗੱਲ ਕੀਤੀ ਆ। ਉਹ ਮਾਸਟਰ ਕੌਣ ਆ ਉਹਦੇ ਬਾਰੇ ਮੈਂ ਨਹੀਂ ਜਾਣਦਾ, ਲੇਕਿਨ ਜਿਹੜਾ ਡਿਊਟੀ ਮੈਜਿਸਟਰੇਟ ਜਿਹੜਾ ਉਹਨੂੰ ਫਾਂਸੀ ਦੇ ਰਿਹਾ ਹੁੰਦਾ, ਉਹਦਾ ਆਪਣਾ ਹੀ ਮਾਸਟਰ ਹੁੰਦਾ। ਉਹ ਮਾਸਟਰ ਡਿਊਟੀ ਮੈਜਿਸਟਰੇਟ ਕੌਣ ਆ, ਇਹ ਸਭ ਜਾਣਦੇ, ਜੰਗ ਬਹਾਦਰ ਗੋਇਲ, ਜਿਹੜਾ ਕਿ ਮੁੜ ਕੇ PCS ਤੋਂ IAS ਹੋਇਆ। ਇਸ ਤੋਂ ਬਿਨਾਂ ਇਹਨਾਂ ਨੇ ਗੱਲ ਕੀਤੀ ਆ, ਗਿੱਲ ਸਾਹਿਬ ਨੇ, ਧਰਮਯੁੱਧ ਜਾਰੀ ਹੈ। ਉਹ ਧਰਮਯੁੱਧ ਲਿਖਿਆ ਤੇ ਭਾਈ ਨੇ ਹੋਰ ਤਰ੍ਹਾਂ, ਲੇਕਿਨ ਉਹ 84 ਤੋਂ ਬਾਅਦ ਭੌਂਗਾਂ ਦਾ ਚੱਕਰ ਸੀਗਾ। ਉਹ ਜਿਹੜੇ ਜੇਲ੍ਹ 'ਚ ਬੰਦੇ ਗਏ, ਉਹਨਾਂ ਨੂੰ ਦੱਸਦੇ ਸਾਡੇ ਪਿੰਡ ਦਾ ਸਰਪੰਚ ਵੀ ਫੜਿਆ ਹੋਇਆ ਸੀਗਾ। ਉਹ ਮੁੜ ਕੇ ਜਦੋਂ ਆਣ ਕੇ ਮਿਲਿਆ, ਤੂੰ ਆਉਂਦਾ ਦਲਬੀਰ ਭਾਈ ਜੀ ਨੂੰ ਕਹਿੰਦਾ, ਕੋਈ ਇਹ ਤਾਂ ਭਾਈ ਯਾਰ ਕੀ ਲਿਖ ਦਿੱਤਾ ਹੀ ਉਹ ਸਾਡੇ ਦੇ, ਉਹਨਾਂ ਜੇਲ੍ਹ 'ਚ ਤੇਰੇ ਪੋਸਟਰ ਲੱਗੇ ਧਰਮਯੁੱਧ ਜਾਰੀ ਵਾਲੇ। ਉਹ ਲੇਕਿਨ ਕਹਾਣੀ ਹੋਰ ਸੀ ਅਤੇ ਗੱਲ ਹੋਰ ਸੀ। ਉਹ ਜਦੋਂ ਕਿ ਜੇਲ੍ਹੋਂ ਬੰਦੇ ਆਉਂਦੇ ਨੇ, ਸਾਡੇ ਘਰ ਜ਼ਰੂਰ ਆਉਂਦੇ ਦੇਖਣ ਨੂੰ। ਅੱਛਾ, ਕੀ ਲਿਖਿਆ ਜੀ ਤੁਹਾਨੂੰ, ਕਿ ਬੁੱਕਤੇ ਪੜ੍ਹ ਸੀਗੇ। ਇਹ ਪਾਤਰਾਂ ਦੀਆਂ ਗੱਲਾਂ ਜਿਹੜੀਆਂ ਕਿ ਉਹਨਾਂ ਨੇ ਭਾਜੀ ਹੁਣਾਂ ਨੇ ਲਿਖੀਆਂ। ਇੱਕ ਪਾਤਰ ਹੋ ਰਿਹਾ, ਉਹ ਪਿੰਡ ਦਾ ਸਾਡਾ ਜ਼ਿਮੀਂਦਾਰ ਆ, ਲੇਕਿਨ ਉਹ ਕਮਜ਼ੋਰ ਆ, ਪੜ੍ਹਿਆ ਨਹੀਂ ਹੈਗਾ, ਅਤੇ ਲੇਕਿਨ ਉਹਦਾ ਭਰਾ ਕੈਪਟਨ ਆ ਆਰਮੀ 'ਚ, ਇੱਕ ਭਰਾ ਸਰਪੰਚ ਆ। ਉਹ ਉਹਨਾਂ ਬੰਦਾ ਯਾਰ, ਉਹ ਉਹਨਾਂ ਨਾਲ ਪੀਂਦੇ ਨਹੀਂ ਬਹਿ ਗਏ, ਉਹ ਜੈਲਸੀ ਉਸ ਕਰਦੇ ਆ। ਉਹ ਕਰਦਾ ਵੀ ਮੇਰੇ ਭਰਾ ਨਹੀਂ ਬਹਿ ਕੇ ਪੀਂਦੇ ਖਾਂਦੇ ਪੀਂਦੇ। ਉਹ ਜਾ ਕੇ ਕਮੀਆਂ ਕਮੀਨਾਂ ਦੇ ਨਾਲ ਪਿੰਡ 'ਚ ਪੀਂਦਾ। ਉਹਨਾਂ ਦੇ ਯਾਰ ਤੂੰ ਇੱਦਾਂ ਕਰ ਵੀ ਤੂੰ ਸਾਡੇ ਨਾਲ ਬਹਿੰਦਾ ਕਿਉਂ ਨਹੀਂ ਬਹਿੰਦਾ, ਤੂੰ ਵਿਆਹ ਕਰ ਸਾਡੇ 'ਚ। ਆਉਂਦਾ ਬਹਿਣਾ ਕੀ ਆ, ਤੁਸੀਂ ਮੈਨੂੰ ਲਾਗੇ ਨਹੀਂ ਭਾਲਦੇ, ਅਤੇ ਮੈਂ ਕਿਤੇ ਨਾ ਕਿਤੇ ਜਾ ਕੇ ਪੀਣੀ ਆ। ਉਹ ਉਹਨਾਂ ਨੇ ਮਿਲਿਆ ਹੁੰਦਾ, ਉਹ ਉਹਨਾਂ ਦੀਆਂ ਗੱਲਾਂ ਕਰਦਾ ਸਾਰੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਸਹੀ ਵਿਚਰਦੀਆਂ ਨੇ, ਸਹੀ ਲਿਖਦੇ ਨੇ, ਉਹ ਮਸ਼ਹੂਰ ਹੁੰਦੀਆਂ ਨੇ। ਬਾਕੀ ਰਹੀ ਗੱਲ, ਇਹ ਸਾਰੇ ਜਾਣਦੇ ਆ ਪਰਿਵਾਰਕ ਰੂਪ ਦੇ ਵਿੱਚ ਪਰਿਵਾਰ ਜਿਹੜਾ ਸਾਡਾ ਬਹੁਤ ਵਧੀਆ ਬੱਝਾ ਹੋਇਆ, ਅਜੇ ਤੱਕ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ। ਇੱਕ ਗੱਲ ਹੋਰ ਹੈ, ਸਾਡੇ ਪਰਿਵਾਰ 'ਚ ਮੇਰੇ ਦਾਦੇ ਦੇ 5 ਵਿਆਹ ਹੋਏ,
ਹੈਰਾਨੀ ਵਾਲੀ ਗੱਲ ਹੈ ਵੈਸੇ। ਉਹ ਸਾਡਾ ਜਿਹੜਾ ਇੱਕ ਭੂਆ ਦਾ ਲੜਕਾ ਸੀ ਨਾ, ਉਹ ਮੇਰੇ ਪਿਤਾ ਜੀ ਨਾਲੋਂ 5 ਸਾਲ ਛੋਟਾ ਸੀ ਸਾਰੇ। ਕਿਉਂ ਮਰਦੀਆਂ ਗਈਆਂ, ਆਉਂਦੀਆਂ ਗਈਆਂ, ਮਰਦੀਆਂ ਗਈਆਂ। ਮੈਂ ਉਹਨੂੰ ਇੱਕ ਦਿਨ ਪੁੱਛਿਆ, ਤਹਿਸੀਲਦਾਰ ਸੀ, ਮੈਂ ਭਾਜੀ ਕੀ ਚੱਕਰ ਸੀ? ਆਪਣੇ ਕੋਲ ਬਹੁਤ ਜ਼ਿਆਦਾ ਜ਼ਮੀਨ ਵੀ ਨਹੀਂ ਸੀ, ਆਪਾਂ ਕੋਈ ਲੈਣ ਲੋੜ ਵੀ ਨਹੀਂ ਸੀ, ਅਤੇ ਆਪਾਂ ਨੂੰ ਕੀ ਗੱਲ ਹੈ, ਇੱਕ ਨੰਬਰਦਾਰੀ ਸਿਰਫ ਆਪਣੇ ਕੋਲ ਹੀ ਨਾ। ਇਹਨੇ ਦਾਦੇ ਦੇ ਵਿਆਹ ਕਿਉਂ ਹੋਏ? ਉਹ ਕਹਿੰਦਾ ਯਾਰ ਅਸਲ ਗੱਲ ਇਹ ਸੀ ਵੀ ਇਹ ਨਾਨੇ ਜੀ ਦਾ ਜਿਹੜਾ ਛੋਟਾ ਭਰਾ ਕੋਈ ਸਮਝਣਾ, ਉਹ ਨਹੀਂ ਚਾਹੁੰਦਾ ਕਿ ਮੇਰਾ ਜਿਹੜਾ ਭਰਾ ਵਾ ਬੇਹਲਾਦਾ ਚਲੇ ਜਾਏ, ਅਤੇ ਮੈਂ ਇਹਨਾਂ ਦੀ ਜ਼ਮੀਨ ਨਹੀਂ ਸਾਂਭਣਾ ਚਾਹੁੰਦਾ। ਇਸ ਕਰਕੇ ਉਹ ਕਿਤੇ ਨਾ ਕਿਤੇ ਅਰੇਂਜਮੈਂਟ ਕਰ ਲੈਂਦਾ ਸੀਗਾ, ਫਿਰ ਵਿਆਹ ਹੋ ਜਾਂਦਾ ਸੀ, ਫਿਰ ਮਰ ਜਾਂਦੀ, ਫਿਰ ਵਿਆਹ ਹੋ ਜਾਂਦਾ ਸੀ। ਇਹ ਹੈਰਾਨੀ ਵਾਲੀ ਗੱਲ ਹੀ ਆ। ਲੇਕਿਨ ਪਰਿਵਾਰ 'ਚ ਪਿਆਰ ਉਹਨਾਂ ਦੀ ਬਦੌਲਤ ਹੀ ਇਹ ਉਦੋਂ ਦੇ ਬੱਝੇ ਆਏ ਆ। ਅੱਜ ਵੀ ਸਾਡਾ ਪਰਿਵਾਰ ਬਹੁਤ ਵਧੀਆ। ਅਸੀਂ ਭਾਵੇਂ ਇੱਥੇ ਸ਼ਹਿਰ ਵੀ ਆ ਗਏ ਹਾਂ, ਲੇਕਿਨ ਅਸੀਂ ਜਾਈਦਾ ਤਾਂ ਸਾਨੂੰ ਹੱਥਾਂ 'ਤੇ ਝੁਕਦੇ, ਸਾਡੇ ਚਾਚੇ, ਸਾਡੇ ਤਾਏ, ਸਾਡੇ ਭਰਾ। ਹੁਣ ਆਪਾਂ ਅਖੀਰ ਦੀ ਜਿਹੜੀ ਗੱਲ ਕਰਦੇ ਹਾਂ, ਨਿੱਕੀਆਂ ਨਿੱਕੀਆਂ ਗੱਲਾਂ ਚਲੋ ਹੋ ਗਈਆਂ। ਹੁਣ ਆਪਾਂ ਸਾਰਿਆਂ ਦਾ, ਅਸੀਂ ਸਾਰੇ ਪਰਿਵਾਰ ਨੂੰ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਧੰਨਵਾਦ ਜਿਹੜਾ ਇਹ ਤੁਹਾਡੇ ਨਸੀਬੀ ਆ, ਕਿਉਂਕਿ ਤੁਸੀਂ ਉਹਨਾਂ ਦੇ ਦੋਸਤ ਜੇ, ਸਾਡੇ ਤੁਸੀਂ ਘਰ ਆਏ ਜੇ। ਇਹ ਸਾਡਾ ਪਰਿਵਾਰ ਸਾਰਾ ਖਿਲਰਿਆ ਪੁਲਰਿਆ। ਨਵੀਂ ਜਨਰੇਸ਼ਨ ਸਭ ਬਾਹਰ ਦੌੜ ਗਈ ਆ। ਛੋਟਾ ਭਾਈ ਅਮਰੀਕਾ ਵਾ, ਚੇਤਨ ਸਾਡਾ ਇੰਗਲੈਂਡ ਆ, ਤੇ ਬੇਟਾ ਮੇਰਾ ਆਸਟ੍ਰੇਲੀਆ। ਸਿਰਫ ਅਸੀਂ ਹੁਣ ਤਿੰਨੇ ਜੀ ਇਸ ਘਰ 'ਤੇ। ਇਹ ਵੀ ਕਿਸੇ ਨੂੰ ਚਲੇ ਜਾਣਾ, ਉੱਤੇ ਚਲੇ ਜਾਣਾ। ਅੱਛਾ, ਇਹ ਸਾਡੀ ਪੀੜ੍ਹੀ ਦਾ ਬਦਨਸੀਬੀ ਹੈ। ਜਾਂ ਤਾਂ ਅਸੀਂ ਨਹੀਂ ਸਾਂਭ ਸਕੇ, ਜਾਂ ਸਾਡੀ ਇਹਨੂੰ ਸਰਕਾਰਾਂ ਨਹੀਂ ਸਾਂਭ ਸਕੀਆਂ। ਇਸ ਕਰਕੇ ਹਰ ਬੰਦੇ ਨੇ ਬਾਹਰ ਮੂੰਹ ਚੁੱਕ ਲਿਆ। ਸਾਨੂੰ ਬਹੁਤ ਦੁੱਖ ਹੁੰਦਾ, ਮੇਰਾ ਉੱਥੇ ਦਿਲ ਨਹੀਂ ਲੱਗਦਾ, ਮੈਂ ਇੱਥੇ ਆ ਜਾਂਦਾ। ਅੱਛਾ, ਇਸ ਤੋਂ ਬਿਨਾਂ ਸਾਡਾ ਆਪਣੇ ਬੱਚੇ ਉਹ ਵੀ ਇੱਥੇ ਆਉਣਾ ਨਹੀਂ ਚਾਹੁੰਦੇ। ਕਿਉਂ? ਉਹਨਾਂ ਨੂੰ ਉੱਥੇ ਚੰਗਾ ਲੱਗਣ ਲੱਗ ਪਿਆ। ਗਾ ਉਹਨਾਂ ਦੇ ਬੱਚੇ ਉਹਨਾਂ ਕਿੱਥੇ ਆਉਣਾ? ਇਹ ਜ਼ਮੀਨਾਂ ਵਿਕਣੀਆਂ ਨੇ ਸਾਰੀਆਂ, ਬਾਹਰ ਲੋਕਾਂ ਨੇ ਚਲੇ ਜਾਣਾ, ਔਰ ਇਹ ਪੰਜਾਬ ਨਹੀਂ ਰਹਿਣਾ, ਇਹ ਪੰਜਾਬ ਯੂਪੀ ਬਿਹਾਰ ਬਣ ਜਾਣਾ। ਬਾਕੀ ਮੈਂ ਆਈਆਂ ਹੋਈਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਹਦੇ ਵਿੱਚ ਸਾਰਿਆਂ ਦਾ ਧੰਨਵਾਦ ਹੈ। ਇਹ ਪਰਿਵਾਰ ਆਪਣੇ ਪ੍ਰਸ਼ਿੰਦਰ USA, ਨਵਚੇਤਨ ਉਹਨਾਂ ਦੀ ਮਿਸਿਸ ਜਸਨੂਰ ਕੌਰ, ਉਹਨਾਂ ਦੇ ਬੱਚੇ ਚੇਤਨ, ਨਵਚੇਤਨ ਔਰ ਉਹਦੇ ਬੱਚੇ ਜੋਤੀ, ਉਹਦੀ ਸਾਡੀ ਨੂੰਹ ਰਾਣੀ, ਬੇਟਾ ਮੇਰਾ ਰਜੇਸ਼ਵਰ ਸਿੰਘ, ਉਹਨਾਂ ਦੀ ਘਰ ਵਾਲੀ, ਉਹਨਾਂ ਦੇ ਬੱਚਿਆਂ ਵੱਲੋਂ ਸਭ ਦਾ ਜੀਆਂ ਨੂੰ ਸਤਿਕਾਰ ਕਰਦੇ ਹਾਂ ਜਿੰਨੇ ਵੀ ਆਏ ਜੇ। ਇਹਨਾਂ ਵਿੱਚ ਇੱਕ ਭਾਈ ਦੀਆਂ ਕਹਾਣੀਆਂ ਪੜ੍ਹ ਕੇ ਅਜੈ ਤਨਵੀਰ ਨਾਲ ਜੁੜਿਆ। ਉਹਦਾ ਕਾਫੀ ਹੀ ਯੋਗਦਾਨ ਹੈ। ਉਹਨੂੰ ਚੇਅਰਮੈਨ ਵੀ ਨਾ ਬਣਾਇਆ। ਉਹਨੇ ਕਹਿ ਕਹਾ ਕੇ ਬਹੁਤ ਕੁਝ ਉਹ ਕਰਾਇਆ ਜਿਹੜਾ ਕੁਝ ਨਹੀਂ ਕਰ ਸਕਦੇ, ਲੇਕਿਨ ਉਹਦਾ ਬਹੁਤ ਯੋਗਦਾਨ ਆ। ਉਹਦੀ ਮੈਸੇਜ ਦਾ, ਉਹ ਭਾਜੀ ਨੂੰ ਇੰਨਾ ਪੜ੍ਹਿਆ ਜਿੰਨਾ ਕਿ ਅਸੀਂ ਨਹੀਂ ਪੜ੍ਹਿਆ, ਜਿੰਨਾ ਕਿ ਅਸੀਂ ਨਹੀਂ ਜਾਣਦੇ। ਔਰ ਉਹ ਬੰਦਾ ਭਾਜੀ ਨੂੰ ਆਪਣਾ ਬਾਪੂ ਦਲਬੀਰ ਕਹਿੰਦਾ, ਮੇਰਾ ਬਾਪੂ ਦਲਬੀਰ ਚੇਤਨ। ਅਤੇ ਛੋਟਾ ਜਿਹੜਾ ਵੀਰ ਆ ਪ੍ਰਸ਼ਿੰਦਰ, ਉਹਦੇ ਨਾਲ ਹੀ ਆ, ਉਹਨਾਂ ਨੂੰ ਚਾਚਾ ਕਹਿੰਦਾ। ਬਾਕੀ ਬਹੁਤ ਬਹੁਤ ਧੰਨਵਾਦ ਆਏ ਵੀਰਾਂ ਦਾ। ਨਾਲੇ ਪੁਰਾਣੇ ਦੋਸਤ ਪਤਾ ਨਹੀਂ 30 ਸਾਲਾਂ ਬਾਅਦ ਸਾਨੂੰ ਅੱਜ ਮਿਲੇ ਆ। ਇਸੇ ਬਹਾਨੇ ਅਸੀਂ ਇਹ ਗੋਸ਼ਟੀਆਂ ਇਸੇ ਕਰੀ ਦੀਆਂ, ਚਲੋ ਮਿਲੀਏ, ਮੁਹੱਬਤਾਂ ਪਾਈਏ, ਅਤੇ ਮੁਹੱਬਤਾਂ ਜਿੰਦਾ ਰਹਿਣ। ਬਹੁਤ ਕੁਝ ਕਹਿਣ ਨੂੰ ਆ, ਪਰ ਹੁਣ ਟਾਈਮ ਥੋੜ੍ਹਾ, ਫਿਰ ਕਿਤੇ ਮਿਲਾਂਗੇ। ਜੀ ਆਇਆਂ ਨੂੰ, ਵੈਲਕਮ ਸਾਰਿਆਂ ਨੂੰ।